ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਕੱਢਾਂਗੇ ਜ਼ਬੂਰਾਂ ਦੀ ਪੋਥੀ 46 ਅਧਿਆਏ। ਜ਼ਬੂਰਾਂ ਦੀ ਪੋਥੀ 46 ਅਧਿਆਏ ਕੱਢਾਂਗੇ। ਜ਼ਬੂਰਾਂ ਦੀ ਪੋਥੀ 46 ਅਧਿਆਏ ਵਿੱਚ ਲਿਖਿਆ ਹੈ, ਖੁਦਾ ਸਾਡੀ ਪਨਾਹ ਤੇ ਸਾਡਾ ਬਲ ਹੈ। ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ। ਇਸ ਕਰਕੇ ਅਸੀਂ ਨਾ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੇ ਵਿੱਚ ਹੀ ਸਿੱਟੇ ਜਾਣ, ਭਾਵੇਂ ਉਹਦੇ ਪਾਣੀ ਗਰਜਣ ਅਤੇ ਝੱਗ ਛੱਡਣ ਅਤੇ ਪਹਾੜ ਉਸਦੇ ਵਧਣ ਦੇ ਕਾਰਨ ਥਰ ਥਰ ਥਰਾਉਣ। ਖੁਦਾ ਦੇ ਪੜ੍ਹੇ ਹੋਏ ਵਚਨ ਦੇ ਲਈ ਖੁਦਾ ਦਾ ਧੰਨਵਾਦ ਕਰਦੇ ਹਾਂ। ਆਓ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਸੱਚਮੁੱਚ ਖੁਦਾਵੰਦ ਪ੍ਰਭੂ ਜੀ, ਜਦੋਂ ਤੂੰ ਆਪਣੇ ਲੋਕਾਂ ਦੇ ਨਾਲ ਹੈ ਖੁਦਾਵੰਦਾ, ਤੇ ਪ੍ਰਭੂ ਯਿਸੂ ਮਸੀਹ ਸਾਨੂੰ ਕੋਈ ਭੈ ਨਹੀਂ ਹੈ ਖੁਦਾਵੰਦ ਪ੍ਰਭੂ ਜੀ, ਕਿਉਂਕਿ ਇਹ ਸੰਸਾਰ ਦੇ ਵਿੱਚ ਖੁਦਾਵੰਦ ਪ੍ਰਭੂ ਯਿਸੂ ਮਸੀਹ ਬਹੁਤ ਸਾਰੀਆਂ ਘਟਨਾਵਾਂ ਘਟ ਰਹੀਆਂ ਹਨ ਖੁਦਾਵੰਦ, ਲੇਕਿਨ ਮੇਰੇ ਮਹਾਨ ਪਿਤਾ ਤੂੰ ਸਾਡਾ ਮਾਰਗਦਰਸ਼ਕ ਹੈ ਖੁਦਾਵੰਦਾ, ਤੂੰ ਸਾਡਾ ਗਾਈਡ ਹੈ ਪਵਿੱਤਰ ਆਤਮਾ। ਜੇ ਤੱਕ ਤੂੰ ਸਾਡੇ ਨਾਲ ਹੈ ਪ੍ਰਭੂ ਯਿਸੂ ਮਸੀਹ, ਕੋਈ ਵੀ ਸ਼ੈਤਾਨ ਦੀ ਸ਼ਕਤੀ ਖੁਦਾਵੰਦ ਤੇਰੀ ਦੁਲਹਨ ਨੂੰ ਛੂ ਨਹੀਂ ਸਕਦੀ ਪ੍ਰਭੂ ਜੀ, ਕਿਉਂਕਿ ਤੇਰੀ ਦੁਲਹਨ ਨੇ ਖੁਦਾਵੰਦ ਆਪਣੇ ਆਪ ਨੂੰ ਤੇਰੇ ਅੱਗੇ ਸਪੁਰਦ ਕਰ ਦਿੱਤਾ ਹੈ ਖੁਦਾਵੰਦਾ, ਆਪਣੇ ਆਪ ਨੂੰ ਤੇਰੇ ਅੱਗੇ ਸਪੁਰਦ ਕੀਤਾ ਹੈ ਖੁਦਾਵੰਦਾ, ਤੇ ਤੇਰੀ ਦੁਲਹਨ ਹੀ ਹੈ ਖੁਦਾਵੰਦਾ ਜੋ ਵਚਨ ਨੂੰ ਪੂਰਾ ਕਰਦੀ ਹੈ ਪ੍ਰਭੂ ਜੀ। ਇਸ ਕਰਕੇ ਮੇਰੇ ਮਹਾਨ ਪਿਤਾ ਤੂੰ ਆਪਣੀ ਦੁਲਹਨ ਦੇ ਨਾਲ ਹਮੇਸ਼ਾ ਹੈ ਖੁਦਾਵੰਦਾ। ਤੂੰ ਕਿਹਾ ਹੈ ਇਸ ਜਗਤ ਦੇ ਅੰਤ ਤੀਕਰ ਮੈਂ ਤੁਹਾਡੇ ਨਾਲ ਹਾਂ, ਤੇ ਸੱਚਮੁੱਚ ਖੁਦਾਵੰਦਾ ਪ੍ਰਭੂ ਯਿਸੂ ਮਸੀਹ ਉਹ ਕਸ਼ਟ ਕਾਲ ਆਉਣ ਤੋਂ ਪਹਿਲਾਂ ਤੂੰ ਆਪਣੀ ਦੁਲਹਨ ਨੂੰ ਬਹੁਤ ਜਲਦੀ ਲਿਜਾਣ ਆ ਰਿਹਾ ਹੈ ਖੁਦਾਵੰਦ। ਅਸੀਂ ਤੇਰਾ ਧੰਨਵਾਦ ਕਰਦੇ ਪ੍ਰਭੂ ਜੀ। ਜਿੰਨੇ ਵੀ ਲੋਕ ਖੁਦਾਵੰਦ ਇਸ ਵਚਨ ਨੂੰ ਸੁਣਨ ਖੁਦਾਵੰਦਾ, ਉਹਨਾਂ ਦੇ ਹਿਰਦੇ ਛਿਪ ਜਾਣ ਤੇ ਆਪਣਾ ਜੀਵਨ ਬਦਲ ਲੈਣ ਖੁਦਾਵੰਦ, ਕਿਉਂਕਿ ਲੋਕੀ ਸੰਸਾਰ ਦੇ ਇਸ ਗੰਦਗੀ ਵਿੱਚ ਭਟਕ ਚੁੱਕੇ ਹਨ ਖੁਦਾਵੰਦਾ। ਇਹ ਸੰਸਾਰ ਇੱਕ ਜੰਗਲ ਹੈ ਖੁਦਾਵੰਦ, ਤੇ ਲੋਕ ਗਵਾ ਚੁੱਕੇ ਹਨ ਖੁਦਾਵੰਦਾ, ਉਹਨਾਂ ਨੂੰ ਕੋਈ ਮਾਰਗਦਰਸ਼ਨ ਨਹੀਂ ਲੱਭਦਾ ਖੁਦਾਵੰਦ ਕਿ ਉਹ ਬਾਹਰ ਆ ਸਕਣ। ਲੇਕਿਨ ਪਵਿੱਤਰ ਆਤਮਾ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ, ਤੂੰ ਪ੍ਰਕਾਸ਼ਨ ਦੇ ਦੁਆਰਾ ਪ੍ਰਭੂ ਜੀ ਸਾਨੂੰ ਰਾਹ ਦਿਖਾਇਆ ਹੈ ਖੁਦਾਵੰਦਾ, ਜਿਹਦੇ ਦੁਆਰਾ ਅਸੀਂ ਪ੍ਰਭੂ ਜੀ ਸੰਸਾਰ ਨੂੰ ਛੱਡ ਕੇ ਬਾਹਰ ਆ ਗਏ ਹਾਂ, ਕਿਉਂਕਿ ਤੂੰ ਕਿਹਾ ਹੈ, ਹੇ ਮੇਰੀ ਪ੍ਰਜਾ ਬਾਬੁਲ ਵਿੱਚੋਂ ਬਾਹਰ ਆ ਜਾ, ਤੇ ਸੱਚਮੁੱਚ ਖੁਦਾਵੰਦ ਤੇਰੀ ਪ੍ਰਜਾ ਬਾਬੁਲ ਵਿੱਚੋਂ ਬਾਹਰ ਆ ਗਈ ਹੈ ਖੁਦਾਵੰਦਾ। ਅਸੀਂ ਪ੍ਰਕਾਸ਼ਨ ਦੁਆਰਾ ਜਾਣਦੇ ਹਾਂ ਪ੍ਰਭੂ ਯਿਸੂ ਮਸੀਹ ਤੂੰ ਕੌਣ ਹੈ ਖੁਦਾਵੰਦਾ, ਤੇ ਅਸੀਂ ਤੇਰੀ ਉਪਾਸਨਾ ਤੇਰੀ ਮਹਿਮਾ ਕਰਦੇ ਹਾਂ ਪ੍ਰਭੂ ਜੀ। ਤੂੰ ਵੱਡੀ ਦਇਆ ਕਰ, ਕਿਰਪਾ ਕਰ, ਸਾਰਾ ਆਦਰ ਜਲਾਲ ਮਹਿਮਾ ਤੇਰੇ ਨਾਮ ਦਿੰਦਾ ਹਾਂ ਪ੍ਰਭੂ ਜੀ। ਬੋਲਣ ਵਾਲਾ ਕੋਈ ਮਾਂ ਅਤੇ ਲਹੂ ਨਾ ਹੋਵੇ, ਬੋਲਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ, ਕਿਉਂਕਿ ਮਨੁੱਖ ਕਦੇ ਵੀ ਤੇਰੇ ਵਚਨ ਦਾ ਅਨੁਵਾਦ ਨਹੀਂ ਕਰ ਸਕਦਾ, ਲੇਕਿਨ ਪਵਿੱਤਰ ਆਤਮਾ ਜਦੋਂ ਤੂੰ ਆਪ ਆਂਦਾ ਹੈ ਤੇ ਆਪਣੇ ਵਚਨ ਦਾ ਆਪ ਅਨੁਵਾਦਕ ਹੁੰਦਾ ਹੈ। ਦਇਆ ਕਰ, ਕਿਰਪਾ ਕਰ, ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਦਿੰਦੇ ਹਾਂ, ਆਮੀਨ। ਹਾਲੇਲੂਇਆ। ਖੁਦਾਵੰਦ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜ੍ਹਿਆ ਆ ਜ਼ਬੂਰਾਂ ਦੀ ਪੋਥੀ 46 ਦੇ ਵਿੱਚ ਲਿਖਿਆ ਆ, ਖੁਦਾ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ। ਇਸ ਕਰਕੇ ਅਸੀਂ ਨਾ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇ, ਕੁਛ ਵੀ ਕਿਉਂ ਨਾ ਹੋ ਜਾਵੇ, ਖੁਦਾ ਦੇ ਲੋਕ ਨਹੀਂ ਡਰਨਗੇ, ਕਿਉਂਕਿ ਅਸੀਂ ਪ੍ਰਕਾਸ਼ਨ ਦੁਆਰਾ ਜਾਣਦੇ ਹਾਂ ਜਿੰਨੀਆਂ ਮਰਜ਼ੀ ਇਸ ਧਰਤੀ ਤੇ ਘਟਨਾਵਾਂ ਹੋਣ, ਜਿੰਨਾ ਮਰਜ਼ੀ ਇਸ ਧਰਤੀ ਦੇ ਉੱਪਰ ਕਲੇਸ਼ ਹੋਵੇ, ਲੜਾਈਆਂ ਲੱਗਣ, ਦੁਲਹਨ ਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਖੁਦਾਵੰਦ ਆਪਣੀ ਦੁਲਹਨ ਨੂੰ ਉਹ ਕਸ਼ਟ ਕਾਲ ਆਉਣ ਤੋਂ ਪਹਿਲਾਂ ਹੀ ਲੈ ਕੇ ਚਲਾ ਜਾਵੇਗਾ। ਕਿਹਨੂੰ? ਆਪਣੀ ਦੁਲਹਨ ਨੂੰ, ਲੇਕਿਨ ਉਹ ਧੋਖੇਬਾਜ਼ਾਂ ਨੂੰ ਨਹੀਂ, ਜਿਨ੍ਹਾਂ ਨੇ ਵਚਨ ਨੂੰ ਉਲਟ-ਪੁਲਟ ਕਰ ਦਿੱਤਾ ਹੈ, ਉਹਨਾਂ ਮਿਸ਼ਨਾਂ, ਜਥੇਬੰਦੀਆਂ, ਡਿਨੋਮੀਨੇਸ਼ਨ ਚਰਚਾਂ ਨੂੰ ਨਹੀਂ। ਯਿਸੂ ਮਸੀਹ ਕਿਹਨੂੰ ਲੈਣ ਆ ਰਿਹਾ ਹੈ? ਆਪਣੀ ਦੁਲਹਨ ਨੂੰ। ਤੇ ਇਸ ਕਰਕੇ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸੰਸਾਰ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਕਿੱਥੇ ਲੜਾਈਆਂ ਆਉਂਦੀਆਂ, ਕਿੱਥੇ ਭੁਚਾਲ ਆਉਂਦੇ ਆ, ਸਾਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਯਿਸੂ ਮਸੀਹ ਬਹੁਤ ਜਲਦੀ ਆਪਣੀ ਦੁਲਹਨ ਨੂੰ ਲੈਣ ਆ ਰਿਹਾ ਹੈ, ਤੇ ਉਹਦੀ ਦੁਲਹਨ ਹਮੇਸ਼ਾ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੀ ਹੈ। ਦੁਲਹਨ ਕਦੇ ਵੀ ਆਪਣੇ ਲਾੜੇ ਤੋਂ ਬਿਨਾਂ ਕੁਝ ਨਹੀਂ ਕਰਦੀ। ਦੁਲਹਨ ਉਹੀ ਕਰਦੀ ਹੈ ਜੋ ਉਹਦਾ ਲਾੜਾ ਉਸ ਨੂੰ ਕਹਿੰਦਾ ਹੈ, ਜੋ ਸਾਡਾ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦਾ ਹੈ, ਦੁਲਹਨ ਸਿਰਫ ਉਹੀ ਕਰਦੀ ਹੈ। ਇਸ ਕਰਕੇ ਅਸੀਂ ਸੰਤੁਸ਼ਟ ਹਾਂ ਵੀ ਯਿਸੂ ਮਸੀਹ ਦਾ ਪ੍ਰਕਾਸ਼ਨ ਸਾਡੇ ਉੱਪਰ ਖੁੱਲਿਆ ਹੈ। ਉਸਨੇ ਸਾਨੂੰ ਉਹ ਸੁਰਮਾ ਦਿੱਤਾ ਹੈ ਜੋ ਦੂਜਿਆਂ ਕੋਲੋਂ ਨਹੀਂ ਹੈ। ਉਹ ਦੂਜਿਆਂ ਕੋਲ ਸੁਰਮਾ ਨਹੀਂ ਹੈ ਜਿਹੜਾ ਸੁਰਮਾ ਲਾੜੀ ਦੇ ਕੋਲ ਹੈ। ਇਸ ਕਰਕੇ ਲਾੜੀ ਵੇਖਦੀ ਹੈ ਪ੍ਰਕਾਸ਼ਨ ਦੇ ਦੁਆਰਾ। ਸਾਡੇ ਕੋਲ ਇੱਕ ਪ੍ਰਕਾਸ਼ਨ ਹੈ ਜੋ ਉਸਨੇ ਆਪਣੇ ਦੂਤ ਦੇ ਦੁਆਰਾ ਭੇਜਿਆ, ਜਿਹਦਾ ਨਾਮ ਭਾਈ ਵਿਲੀਅਮ ਬ੍ਰੈਨਮ ਹੈ। ਉਸ ਪ੍ਰਕਾਸ਼ਨ ਦੇ ਦੁਆਰਾ ਅਸੀਂ ਸਭ ਕੁਝ ਜਾਣਦੇ ਹਾਂ, ਇਸ ਧਰਤੀ ਦੀ ਉਤਪਤੀ ਕਿੱਦਾਂ ਹੋਈ, ਇਸ ਧਰਤੀ ਦਾ ਨਾਸ਼ ਕਿੱਦਾਂ ਹੋਵੇਗਾ, ਤੇ ਕਦੋਂ ਯਿਸੂ ਮਸੀਹ ਆਪਣੀ ਦੁਲਹਨ ਨੂੰ ਲੈ ਜਾਵੇਗਾ। ਅਸੀਂ ਪ੍ਰਕਾਸ਼ਨ ਦੇ ਦੁਆਰਾ ਜਾਣਦੇ ਹਾਂ। ਇਸ ਕਰਕੇ ਅਸੀਂ ਨਹੀਂ ਡਰਦੇ ਵੀ ਸੰਸਾਰ ਵਿੱਚ ਕੀ ਹੋ ਰਿਹਾ। ਦੁਲਹਨ ਨਹੀਂ ਡਰਦੀ ਵੀ ਇਸ ਸੰਸਾਰ ਵਿੱਚ ਜੋ ਮਰਜ਼ੀ ਹੋਵੇ, ਕਿਉਂਕਿ ਯਿਸੂ ਮਸੀਹ ਦੁੱਖਾਂ ਦੇ ਵਿੱਚ ਸਾਡਾ ਵੱਡਾ ਸਹਾਇਕ ਹੈ। ਅਸੀਂ ਉਸ ਦਾ ਧੰਨਵਾਦ ਕਰਦੇ ਹਾਂ। ਉਹ ਦੁੱਖਾਂ ਵਿੱਚ ਸਾਡਾ ਸਹਾਇਕ ਹੈ। भाई ब्रैनम ने क्या, आपकी पहचान को होना ही है। कहना ਤੁਹਾਡੀ ਇੱਕ ਪਛਾਣ ਆ, ਦੁਲਹਨ ਦੀ ਇੱਕ ਪਛਾਣ ਆ, ਇੱਕ ਪਛਾਣ ਨੂੰ ਹੋਣਾ ਜ਼ਰੂਰੀ ਆ। ਜੇ ਅੱਜ ਬੰਦਾ ਕਵੇ ਮੈਂ ਦੁਲਹਨ ਦਾ ਹਿੱਸਾ ਆ, ਜੇ ਉਹਦੀ ਪਛਾਣ ਨਹੀਂ ਹੋ ਰਹੀ,
ਤੇ ਉਹ ਬੰਦਾ ਭਟਕਿਆ ਹੋਇਆ ਹੈ। ਸਾਡੇ ਯੁੱਗ ਦੇ ਨਬੀ ਨੇ ਕਿਹਾ, ਬੜੇ ਧਿਆਨ ਨਾਲ ਸੁਣਨਾ, ਇਹ ਵਚਨ ਉਹ ਨਹੀਂ ਵੀ ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ। ਇਹ ਵਚਨ ਖੁਦਾ ਦਾ ਉਹ ਸੱਚਾ ਵਚਨ ਹੈ। ਜੇ ਤੁਸੀਂ ਇਸ ਨੂੰ ਗ੍ਰਹਿਣ ਕਰਦੇ ਹੋ ਤੇ ਇਹ ਤੁਹਾਡੇ ਜੀਵਨ ਨੂੰ ਬਹਾਲ ਕਰ ਦੇਵੇਗਾ। नबी कहता आपकी पहचान को होना ही है, कहीं ना कहीं आपको दिखाना ही होता है। कहता किते ना किते तुहानू दिखाना पवेगा कि तुसी कौन हो, तुहानू दिखाना पैना है तुसी कौन हो। जदों असीं वेखदे हां कैन ते हाबल नू देखदे हां, जदों कैन ने अपने भरा नू मार सुट्टिया हाबल नू ते उहने दिखा दिता भी वो कौन सीगा। लेकिन उस तो पहलों जो प्रकाशन के द्वारा हाबल ने बलि चढ़ाई ते उन्हें भी दिखा दिता सी भी वो कौन है। क्योंकि साडे युग दा नबी कहंदा रुख फड़ां तो पछाणिया जाता है, जो फड़ लगदे रुख भी पछाणिया जाता है। तुहाडा मसीह जीवन भी पछाणिया जावेगा जो तुसी अपने आप दा जीवन दा प्रगटावा करदे होए दिखाओगे। जे तुसी मसीह हो ते तुहाडे जीवन दे अंदरों खुदाई काम निकलणगे। जे तुसी एक मसीह हो, जे तुसी एक ढोंगी हो ते तुसी दोगलापन करोगे, तुसी भजोगे। जदों वचन नूं पूरा करन दा समा आएगा दोगला बंदा भज जाता है, लेकिन जिहड़ा मनुख वचन दे विच चलदा है वो स्थिर खड़ा रहिंदा है, क्योंकि उहनूं पता हुंदा मेरा छुड़ाउण वाला जिउंदा है। अयूब नहीं सी कहंदा मेरा छुड़ाउण वाला जिउंदा है। अयूब नूं पता सीगा भी चाहे लख बीमारियां परेशानियां उहदे उपर आईयां, सब कुछ उहदा लै लिया गया, लेकिन उहनूं पता सी भी मेरा छुड़ाउण वाला जिउंदा है। की तुहानूं पता है भी तुहाडा छुड़ाउण वाला भी जिउंदा है? जे तुसीं मसीह दे विच स्थिर खड़े रहिंदे हो, वचन दे विच, एंड टाइम मैसेज दे विच, इस संदेश दे विच तुसीं स्थिर खड़े रहिंदे हो ते तुहाडा छुड़ाउण वाला भी जिउंदा है। लेकिन जे तुसीं वचन दे उपर आनाकानी करदे हो, वचन तो भजदे हो, ते फिर तुसी खुदा दी संतान नहीं हो। इस गल नूं याद रखना, क्योंकि खुदा दी संतानां कदे भजदियां नहीं हन, वो मुकाबला करदियां हन। चाहे तूफान जिन्ना मर्जी होवे, जिन्नियां मर्जियां नेरियां चलदियां होण, खुदा दे लोग स्थिर खड़े रहंदे हन, क्योंकि वो जानदे हन भी मेरा छुड़ाउण वाला जिउंदा है, जिहदा नाम अनंत काल दा पिता ते शांति दा राजकुमार प्रभु यीशु मसीह है। इस करके दुल्हन भी जानती है भी साडा छुड़ाउण वाला जिउंदा है। इस करके असीं नहीं डरदे संसार विच की हुंदा, किहो जे हालात हन, की हालात बिगड़ रहे हैं, सुधर रहे हैं, सानू इह चीज़ां नाल कोई भी डर नहीं है, क्योंकि असीं जाणदे हां जिद्दां जिद्दां हालात बिगड़ रहे हैं वो समा नेड़े आ रहा है रैप्चर दा। क्योंकि नबी ने कहा कष्ट काल आण तो पहलों ही रैप्चर हो जाएगा। कष्ट काल तो आवेगा, लेकिन दुल्हन नूं कोई नुकसान नहीं पहुंचावेगा। वो कष्ट काल आण तो पहलों ही रैप्चर हो जाएगा ते असीं अख चमकदे सार होर दे होर हो जावांगे। इस करके इस धरती ते दुल्हन दी एक पछाण होनी चाहिदी है। जे दुल्हन दी पछाण नहीं है ते किस तरह उहनूं कोई दुल्हन करेगा, क्योंकि दुल्हन हमेशा श्रृंगारी हुई हुंदी है। तुसीं देखिया होना विआह दे विच दुल्हन दा पहरावा एक अलग पहरावा हुंदा है। इसे तरह अज बहुत सारियां ब्राइड्स हन, बहुत सारियां दुल्हन हन जो दावा करदियां हन असीं यीशु मसीह दे नाल उठाईयां जावांगी, लेकिन कौन उठाई जाएगी? ओही उठाई जाएगी जिसने वचन दे नाल श्रृंगार कीता है। इस करके मैं तुहानूं पिछले प्रचार दे विच भी कहा सी, पिछले संडे संदेश पढ़न दे नाल किस दा रैप्चर नहीं होना, संदेश सुनन दे नाल किस दा रैप्चर नहीं होना। तुहानूं संदेश वाला जीवन बतीत करना पवेगा, फिर तुसी खुदा दी दुल्हन हो, ओदा हिस्सा हो। क्योंकि दुल्हन ओही करदी है जो ओदा दुल्हा उसनूं करन लई कहंदा है। ਜਦੋਂ ਯीशु मसीह धरती ते सी उसने कहा सी फक्की फरीसियां नूं मैं अपने वल्लों कुछ नहीं करदा, मैं ओही करदा हां जो मेरा पिता मेरे विच होके करदा है, मैं अपनी मर्जी नहीं करदा। इसे तरह दुल्हन भी अपनी मर्जी नहीं कर सकती, दुल्हन ओही करेगी जो उसका लाड़ा उसनूं कवेगा। ते अज इसे तरह है, दुल्हन उसे तरह का जीवन बतीत करेगी जिस तरह का संदेशा दे विच किया गया है, जिद्दां दा भाई ब्रैनम दे संदेशा विच किया गया है, उसे तरह का दुल्हन जीवन बतीत करती है। वही दुल्हन का हिस्सा है। अज बड़े लोग भुलेखे दे विच हन, चर्च आ गए, बैपटाइज ले लिया, थोड़ा जिहा दशमांश देता, चलो जी ठीक है जी असीं भी दुल्हन का हिस्सा।
ਇਹ ਸਾਬਤ ਨਹੀਂ ਕਰਦਾ ਤੁਸੀਂ ਦੁਲਹਨ ਦਾ ਹਿੱਸਾ ਹੋ। ਜਦੋਂ ਤੱਕ ਤੁਹਾਡੇ ਜੀਵਨ ਦੇ ਵਿੱਚ ਤਿਆਗ ਨਹੀਂ ਹਨ, ਤੁਸੀਂ ਲੂਤ ਦੀ ਤੀਵੀ ਵਾਂਗੂ ਪਿੱਛੇ ਮੁੜ ਕੇ ਵੇਖਦੇ ਹੋ ਤੇ ਤੁਸੀਂ ਇੱਕ ਭੁਲੱਕੜਪਨ ਦੇ ਵਿੱਚ ਹੋ, ਤੁਸੀਂ ਭਟਕੇ ਹੋਏ ਹੋ। ਇਹ ਉਹ ਲਾਈਨ ਨਹੀਂ ਹੈ, ਇਸ ਸੰਦੇਸ਼ ਦੀ ਲਾਈਨ ਉਹ ਲਾਈਨ ਹੈ, ਤੁਹਾਨੂੰ ਅੱਗੇ ਹੀ ਵਧਣਾ ਪੈਣਾ, ਪਿੱਛੇ ਮੁੜ ਕੇ ਨਹੀਂ ਵੇਖਣਾ ਕਦੇ ਵੀ। ਜਿੱਦਾਂ ਅਸੀਂ ਦੇਖਦੇ ਹਾਂ ਏਲੀਆ ਦੇ ਪਿੱਛੇ ਪਿੱਛੇ ਅਲੀਸ਼ਾ ਆਇਆ ਤੇ ਏਲੀਆ ਨੂੰ ਕਹਿੰਦਾ ਸੀ ਮੈਂ ਜਾ ਰਿਹਾ ਅੱਗੇ, ਤੂੰ ਠਹਿਰ। ਕਹਿੰਦਾ ਨਹੀਂ ਮੇਰੇ ਪ੍ਰਭੂ, ਮੈਂ ਤੈਨੂੰ ਨਹੀਂ ਛੱਡਾਂਗਾ, ਜਿੱਥੇ ਤੂੰ ਜਾਵੇਂਗਾ ਉੱਥੇ ਮੈਂ ਵੀ ਜਾਵਾਂਗਾ। ਤੇ ਅੱਜ ਦੁਲਹਨ ਕੀ ਕਹਿੰਦੀ ਹੈ, ਜਿੱਥੇ ਸਾਡਾ ਪ੍ਰਭੂ ਯਿਸੂ ਮਸੀਹ ਸਾਨੂੰ ਲੈ ਕੇ ਜਾਵੇਗਾ ਅਸੀਂ ਉੱਥੇ ਜਾਵਾਂਗੇ। ਸਾਨੂੰ ਲੱਖ ਤੂਫਾਨਾਂ ਵਿੱਚੋਂ ਨਿਕਲਣਾ ਪਵੇ, ਪਰੇਸ਼ਾਨੀਆਂ ਵਿੱਚੋਂ ਨਿਕਲਣਾ ਪਵੇ, ਲੇਕਿਨ ਜਿਹੜੇ ਢੋਂਗੀ ਹੁੰਦੇ ਉਹ ਕੀ ਕਰਦੇ ਆ, ਉਹ ਕਹਿੰਦੇ ਓਹ ਬਹੁਤ ਵੱਡਾ ਤੂਫਾਨ ਆ ਗਿਆ, ਹੁਣ ਅਸੀਂ ਸੰਦੇਸ਼ 'ਚ ਨਹੀਂ ਚੱਲ ਸਕਦੇ। ਇਹ ਸੰਦੇਸ਼ ਕਿਹਦੇ ਲਈ ਹੈ? ਭਾਈ ਬ੍ਰੈਨਮ ਦੁਆਰਾ ਸੰਦੇਸ਼ ਜਿਹੜਾ ਆਇਆ ਕਿਹਦੇ ਲਈ ਹੈ? ਦੁਲਹਨ ਦੇ ਲਈ ਹੈ, ਢੋਂਗੀਆਂ ਦੇ ਲਈ ਸੰਦੇਸ਼ ਨਹੀਂ ਆ। ਇਸ ਕਰਕੇ ਢੋਂਗੀ ਕੀ ਕਰਦੇ ਆ, ਆਨਾਕਾਨੀ ਕਰਦੇ ਹਨ। लेकिन नबी कहता आपकी पहचान को होना ही है, दुल्हन एक पहचान आ, ठीक है ना, आपको दिखाना ही होता है। आपकी पहचान कहां होगी, कहां होती है? आपकी पहचान या तो मसीह के अंदर या मसीह के बाहर होती है। और नबी कहता या तो तुहाडी पहचान मसीह के अंदर होवेगी, हाँ भी हाँ ये भैन भाई सचमुच खुदा दा समर्पित भैन भाई है, या तो लोग ये कहणगे या कहणगे सचमुच ढोंगी है, ये शैतान की संतान है। आपकी पहचान या तो मसीह के अंदर या मसीह के बाहर होती है। आप आधे रास्ते में नहीं हो सकते। नबी कहता आप आधे रास्ते में नहीं हो सकते। दावा करते हो तुसी मैं संदेश दिया जी, मैं बैपटाइज ले लिया, मैं अपना जीवन समर्पित करदा, ते जो सेवक कहता वचन के उपर चलना तो तुसी कहते जी मैं नहीं चल सकता, मैं नहीं चल सकती। ਇਹਦਾ मतलब ਤੁਹਾਡੇ अंदर ਭੁਲੱਕੜਪਨ ਦੀ ਬਿਮਾਰੀ ਦਾ ਰੋਗ ਤੁਹਾਨੂੰ ਲੱਗਿਆ ਹੋਇਆ ਹੈ। ਇਹ ਮੈਂ ਨਹੀਂ ਕਹਿੰਦਾ, ਸਾਡੇ ਯੁੱਗ ਦਾ ਨਬੀ ਕਹਿੰਦਾ ਹੈ। ਮੈਂ ਆਪਣੇ ਵੱਲੋਂ ਕੁਝ ਨਹੀਂ ਬੋਲਦਾ, ਮੈਂ ਜੋ ਕੁਝ ਬੋਲਦਾ ਸੰਦੇਸ਼ਾਂ ਵਿੱਚੋਂ ਬੋਲਦਾ। ਇਸ ਕਰਕੇ ਬੜੇ ਭੈਣ ਭਾਈ ਸੋਚਦੇ ਸ਼ਾਇਦ ਸਾਨੂੰ ਸੁਣਾਇਆ ਜਾਂਦਾ, ਸਾਨੂੰ ਲਗਾ ਕੇ ਵਚਨ ਸੁਣਾਇਆ ਜਾਂਦਾ, ਏਦਾਂ ਨਹੀਂ ਹੈ। ਜੇ ਤੁਸੀਂ ਇੱਕ ਭੇਡ ਹੋ, ਤੁਹਾਡੀ ਲੱਖ ਉਨ ਕੁਤਰੀ ਜਾਵੇ, ਤੁਸੀਂ ਆਪਣੇ ਅਯਾਲੀ ਦੇ ਅੱਗੇ ਚੁੱਪਚਾਪ ਖੜੇ ਰਹਿਣਾ। ਜੇ ਤੁਸੀਂ ਇੱਕ ਭੇਡ ਹੋ, ਲੇਕਿਨ ਜੇ ਤੁਸੀਂ ਇੱਕ ਬੱਕਰੀ ਹੋ ਤੇ ਜ਼ਰੂਰ ਹੈ ਤੁਸੀਂ ਫਿਰ ਭੱਜੋਗੇ, ਇਧਰ ਉਧਰ ਸਿੰਘ ਵੀ ਮਾਰੋਗੇ, ਕਿਉਂਕਿ ਭੇਡ ਦਾ ਸੁਭਾਅ ਹੁੰਦਾ ਚੁੱਪ ਕਰਕੇ ਖੜੇ ਰਹਿਣਾ, ਲੇਕਿਨ ਬੱਕਰੀ ਦਾ ਕੀ ਸੁਭਾਅ ਹੈ? ਸਿੰਘ ਮਾਰਨਾ। ਇਸ ਕਰਕੇ ਖੁਦਾ ਨੇ ਇੱਕ ਵਿਸ਼ਵਾਸੀ ਨੂੰ ਇੱਕ ਭੇਡ ਦੇ ਨਾਲ ਜੋੜਿਆ ਹੈ ਵੀ ਕਿੱਦਾਂ ਇੱਕ ਵਿਸ਼ਵਾਸੀ ਦਾ ਜੀਵਨ ਇੱਕ ਭੇਡ ਵਰਗਾ ਹੁੰਦਾ ਹੈ, ਕਿੱਦਾਂ ਅਯਾਲੀ ਤੋਂ ਬਿਨਾਂ ਕੱਲੀ ਹੁੰਦੀ ਹੈ। लेकिन बकरी जिथे मर्जी मूँह मारती फिरती है, लेकिन जी एक भेड़ होंगी है अपने अयाली तो बिना कुछ नहीं कर सकती, अपने सेवक तो बिना कुछ नहीं कर सकती, क्योंकि सेवक ओदा गाइड हुंदा है, सेवक ओदा मार्गदर्शक हुंदा है। आप आधे रास्ते में नहीं हो सकते। कोई पियक्कड़ सभ्य मनुष्य नहीं होता, कहता यार कोई पियक्कड़ सभ्य मनुष्य नहीं होता, कोई काली सफेद चिड़िया नहीं होती। या तो आप बचे हुए हैं या आप बचे हुए नहीं हैं। नबी कहता या तो तुसी बचे हुए हो या तुसी बचे हुए नहीं हो, या तो आप संत हैं या आप एक पापी हैं। हुण तुसी देख लो, अपने आप नूं दुल्हन दा हिस्सा कहण तो पहलों सोच लो, विचार लो कि तुसी एक संत हो या फिर एक पापी हो। जे संत हो ते संतां वर्गे तुहाडे काम भी होने चाहिए आ, बाइबल के अनुसार वचन के अनुसार तुहाडा जीवन होना चाहिए, ठीक है। या फिर तुसी एक पापी हो, फैसला तुहाडे हत्थ दे विच। किद्दां अपनी पछाण कराओगे तुसी? या तो आप एक हैं या अन्य हैं, और खुदा के वचन के प्रति आपका आत्मिक व्यवहार यह पहचान कराता है कि वास्तव में आप कहां खड़े हुए हैं, ठीक है ना। और नबी इस गल को साफ तो स्पष्ट कह रहा है, खुदा के वचन के प्रति आपका व्यवहार बताता है कि खुदा के वचन के प्रति तुहाडा सुभाव, तुहाडा व्यवहार किद्दां आ। जो खुदा दा वचन तुहानूं दस्सिया जांदा तुसीं किद्दां रिएक्ट करदे हो। जे तुहानूं दस्सिया जांदा भी संसार दे नाल तुसीं नहीं चल सकदे, तुहाडा व्यवहार दसदा है भी तुसीं की हो, आप वास्तव में कहां खड़े हैं। यह बात ठीक बात है। नबी कहंदा ये चीज़ां क्लीयर कर दिंदियां भी तुसीं कित्थे खड़े हो, ठीक है ना। जे तुसीं मसीह दे नाल ਉਹਦੇ ਸੰਦੇਸ਼ ਦੇ ਨਾਲ ਚੱਲ ਰਹੇ ਹੋ ਤੇ ਜਦੋਂ ਨਬੀ ਕਹਿੰਦਾ ਇਬਰਾਹਿਮ 75 ਸਾਲ ਦੀ ਉਮਰ 'ਚ ਬੁਲਾਇਆ ਗਿਆ ਸੀ, ਉਹਦੀ ਪਤਨੀ 65 ਸਾਲ ਦੀ ਸੀ, ਠੀਕ ਹੈ ਨਾ।
कहता मैं भी उसके साथ वहां खड़ा था ਜਦੋਂ ਉਹਨਾਂ ਦੇ ਕੋਲ ਕੋਈ ਬੱਚਾ ਨਹੀਂ ਸੀਗਾ। ਅਸੀਂ ਵੀ ਉਹਨਾਂ ਦੇ ਨਾਲ ਉੱਥੇ ਹੀ ਸੀਗੇ। इस गल को हमेशा याद रखना है। नबी कहता मैं यूसुफ के साथ था जब उसके भाइयों के द्वारा वह ठुकराया गया था, क्योंकि वह आत्मिक था और सभ्य अन्य सभी शरीरक थे। कि तुसी सी यूसुफ दे नाल ਜਦੋਂ ਉਸਨੂੰ ਉਹਦੇ ਭਾਈਆਂ ਦੇ ਦੁਆਰਾ ਠੁਕਰਾਇਆ ਗਿਆ ਸੀਗਾ, ਉਹਦੀ ਇਨਸਲਟ ਕੀਤੀ ਗਈ ਸੀ, ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਸੀ। ਨਬੀ ਕਹਿੰਦਾ ਮੈਂ ਉਹਦੇ ਨਾਲ ਸੀ। ਜੇ ਨਬੀ ਉਹਦੇ ਨਾਲ ਸੀ ਤੇ ਮੈਂ ਵੀ ਉਹਦੇ ਨਾਲ ਸੀ ਜੇਲ੍ਹ ਦੇ ਵਿੱਚ। ਇਸ ਗੱਲ ਨੂੰ ਯਾਦ ਰੱਖਣਾ, ਦੁਲਹਨ ਵੀ ਉਹਦੇ ਨਾਲ ਜੇਲ੍ਹ ਦੇ ਵਿੱਚ ਸੀ। ਤੁਸੀਂ ਕਿੱਥੇ ਆਪਣੀ ਪਛਾਣ ਕਰਾਉਂਦੇ ਹੋ? उस रात याकूब के साथ था जब उसने दूत के साथ रात भर मल युद्ध किया। वो कहता मैं उस रात याकूब दे नाल सीगा ਜਦੋਂ उसने दूत दे नाल लड़ाई की सी, मल युद्ध कीता सी। मैं मूसा के साथ था जब वो मिस्र में गया, मैं जलती हुई झाड़ी के पास मूसा के साथ था। यदि आप एक मसीही हैं तो आपकी पहचान उन चरित्रों के साथ होती है जो बाइबल में है। ਜੇ ਤੁਸੀਂ ਇੱਕ ਮਸੀਹ ਹੋ, ਤੁਹਾਡੀ ਪਛਾਣ ਉਹਨਾਂ ਨਾਲ ਹੋਣੀ ਚਾਹੀਦੀ ਆ। ਜੇ ਤੁਹਾਡੀ ਪਛਾਣ ਉਹਨਾਂ ਦੇ ਨਾਲ ਹੈ ਵੀ ਤੁਸੀਂ ਮੂਸਾ ਦੇ ਨਾਲ ਸੀ, ਤੁਸੀਂ ਯੂਸਫ ਦੇ ਨਾਲ ਸੀ, ਤੁਸੀਂ ਇਬਰਾਹਿਮ ਦੇ ਨਾਲ ਸੀ, ਤੇ ਅੱਜ ਤੁਹਾਡਾ ਜੀਵਨ ਕਿਉਂ ਬੋਲਦਾ ਨਹੀਂ ਹੈ? ਜੇ ਤੁਸੀਂ ਵੀ ਉਹਨਾਂ ਦੇ ਨਾਲ ਸੀ ਤੇ ਤੁਹਾਡਾ ਜੀਵਨ ਅੱਜ ਬੋਲਣਾ ਚਾਹੀਦਾ ਆ। ਅੱਜ ਲੋਕ ਕਹਿੰਦੇ ਉਹ ਅਸੀਂ ਨਹੀਂ ਚੱਲ ਸਕਦੇ ਸੰਦੇਸ਼ ਤੇ। ਅੱਜ ਲੋਕਾਂ ਕੋਲ ਲੱਖਾਂ ਬਹਾਨੇ ਆ, ਕਿਉਂਕਿ ਨਬੀ ਕਹਿੰਦਾ ਇਹ ਲੋਕਾਂ ਨੂੰ ਇੱਕ ਬਿਮਾਰੀ ਲੱਗੀ ਆ, ਜਿਹਦਾ ਪ੍ਰਚਾਰ ਮੈਂ ਪਿਛਲੇ ਸੰਡੇ ਵੀ ਕੀਤਾ ਸੀ। ਲੋਕੀ ਆਤਮਿਕ ਭੁਲੱਕਣਪਨ ਦੇ ਵਿੱਚ ਹਨ। ਇਹ ਬਿਮਾਰੀ ਤੁਹਾਨੂੰ ਇੱਕ ਦਿਨ ਮੌਤ ਦੇ ਵਿੱਚ ਲੈ ਜਾਵੇਗੀ। ਇਸ ਕਰਕੇ ਆਪਣਾ ਸੁਧਾਰ ਕਰੋ ਜਿਹੜੇ ਲੋਕ ਸੁਧਰੇ ਨਹੀਂ ਹਨ। ਨਬੀ ਕਹਿੰਦਾ ਮੈਂ मूसा के साथ था जब वो मिस्र में था। ਕਿ ਤੁਸੀਂ ਨਹੀਂ ਸੀਗੇ? ਉਹਦੀ ਦੁਲਹਨ ਵੀ मूसा ਦੇ ਨਾਲ ਸੀ ਜਦੋਂ ਪ੍ਰਭੂ यीशु मसीह दर्शन दे ਰਿਹਾ ਸੀ ਬਲਦੀ ਹੋਈ ਭੱਠੀ ਦੇ ਵਿੱਚੋਂ। ठीक है ना। मैं अहाब के दिनों में था, एलिया के साथ था जब उन्हें एक चुनाव करना था कि किसकी सेवा करेंगे, खुदा की या बलियाम की। वो कहना मैं एलिया दे नाल सीगा उस समय ਜਦੋਂ एलिया ने कहा ਸੀ ਤੁਸੀਂ किहदी सेवा करनी है, बलियाम दी सेवा करनी है या फिर खुदा दी सेवा करनी है। मैं दाऊद के साथ था जब अपने भाइयों के द्वारा ठुकराया गया था। क्योंकि ਅਸੀਂ ਮਸੀਹ ਦੇ ਨਾਲ ਪਛਾਣੇ ਜਾਂਦੇ ਆ ਵੀ ਅਸੀਂ ਇੱਕ ਮਸੀਹ ਹਾਂ। ਸਾਡੀ ਪਛਾਣ ਕਿੱਦਾਂ ਹੋਵੇਗੀ? मैं आग की भट्टी में इब्री बच्चों के साथ था जब आग उन्हें जला ना सकी, क्योंकि चौथे पुरुष की उपस्थिति वहां थी। और वो चौथा पुरख कौन सीगा? प्रभु यीशु मसीह। कि तुसी नहीं सी उस समय? शरदक मेशक अबेदनगो दे नाल तुसी नहीं सी? जे तुसी खुदा दी संतान हो ते तुसी भी शरदक मेशक अबेदनगो दे नाल उस अग दी भट्ठी च सी। मैं भी उस अग दी भट्ठी विच सी जदों चौथा पुरख उत्थे सानू बचाण आया जिहदा नाम प्रभु यीशु मसीह था। मैं शेरों की मांद में दानियल के साथ था, मैं वहां उसमें पहचाना गया। और तुहानू दस रहा मसीह बंदे दी एक पछाण है। असी दानियल दे नाल किथे सी? शेरां दी मांद दे विच। मैं निश्चय ही कलवरी पर उसके साथ था। मेरी पहचान कलवरी पर उसके साथ होनी है। जो यीशु मसीह नू कलवरी ते चढ़ाया गया कि तुसी ते मैं कलवरी ते नहीं चढ़ाए गए। मुझे तो स्थान पर होना चाहिए कि जहां मैं कलवरी पर केवल उसके साथ पहचाना ही नहीं गया, बल्कि कलवरी पर उसके साथ मरा भी। कल्ले असी कलवरी ते चढ़ाए नहीं गए यीशु मसीह दे नाल, असी यीशु मसीह दे नाल ओदे नाल मरे भी हां ते फिर जिउंदे भी कर दिते गए हां। क्योंकि यीशु मसीह दी वक्खी च जदों नेजा मारिया गया ते लहू ते पानी निकलिया सीगा, ते उस लहू दे पानी दे निकलण दे द्वारा दुल्हन ने जन्म लिया सी। क्योंकि यीशु मसीह वो नेजा किहदे लई खा रहा सी? मिशना जथेबंदियां दे लई नहीं, पक्की फरीसियां दे लई नहीं, ओ अपनी दुल्हन दे लई वो नेजा खा रहा सी। उस दुल्हन दे लई ओने 39 कोड़े खाधे, ओने अपने मुंह ते थकवाया। किहदे लई? ए बाइबल किहदे लई? अज लोकां नूं भुलेखा आ, ए बाइबल दुल्हन दे लई है। ए बाइबल दुल्हन नूं समर्पित है। क्योंकि बाइबल ते चलदा कौन है? मिशना जथेबंदियां चलदियां आ।
ਫੱਕੀ ਫਰੀਸੀ ਚੱਲਦੇ ਸੀ ਜਿਹੜੇ ਯीशु ਮਸੀਹ ਨੂੰ ਬਾਲ ਜਬੂਲ ਕਹੀ ਜਾਂਦੇ ਸੀਗੇ। ਇਸ ਬਾਈਬਲ ਤੇ ਸਿਰਫ ਦੁਲਹਨ ਨੇ ਚੱਲਣਾ। ਲੋਕਾਂ ਨੂੰ ਭੁਲੇਖਾ ਆ। ਜਿਹੜਾ ਦੇਖੋ ਬਾਈਬਲ ਫੜ ਲੈਂਦਾ, ਕੋਈ ਪਾਸਟਰ ਬਣ ਜਾਂਦਾ ਬਾਈਬਲ ਫੜ ਕੇ, ਕੋਈ ਵਿਸ਼ਵਾਸੀ ਬਣ ਜਾਂਦਾ ਬਾਈਬਲ ਫੜ ਕੇ। ਚਾਰ ਗੱਲਾਂ ਪਤਾ ਲੱਗ ਗਈਆਂ ਬਾਈਬਲ ਦੀਆਂ ਹੈ। ਵਿਸ਼ਵਾਸੀ ਕੌਣ ਹੁੰਦਾ ਮੈਂ ਤੁਹਾਨੂੰ ਦੱਸਦਾ। ਵਿਸ਼ਵਾਸੀ ਆਪਣੇ ਪਤੀ ਦੀ ਗੱਲ ਨੂੰ ਸੁਣਦਾ ਆ, ਆਪਣੇ ਅਯਾਲੀ ਦੀ ਗੱਲ ਨੂੰ ਸੁਣਦਾ, ਆਪਣੇ ਯीशु ਮਸੀਹ ਦੀ ਗੱਲ ਨੂੰ ਸੁਣਦਾ। ਵਿਸ਼ਵਾਸੀ ਬਾਈਬਲ ਦੇ ਅਨੁਸਾਰ ਜੀਵਨ ਬਤੀਤ ਕਰਦਾ ਆ। ਠੀਕ ਹੈ ਨਾ। ਫੱਕੀ ਫਰੀਸੀ ਆਪਣੇ ਆਪ ਨੂੰ ਬਹੁਤ ਕਹਿੰਦੇ ਸੀ ਵੀ ਅਸੀਂ ਬੜੇ ਵੱਡੇ ਪਾਸਟਰ ਹਾਂ, ਅਸੀਂ ਖੁਦਾ ਨੂੰ ਮੰਨਦੇ ਹਾਂ, ਸਾਰੀ ਰੀਤਾਂ ਪੂਰੀਆਂ ਕਰਦੇ ਸੀ, ਉਹ ਸਭ ਚੀਜ਼ ਦਾ ਗਿਆਨ ਰੱਖਦੇ ਸੀ। ਲੇਕਿਨ ਜਦੋਂ ਵਚਨ ਨੂੰ ਪਛਾਣਨ ਦੀ ਵਾਰੀ ਆਈ ਤੇ ਉਹਨਾਂ ਨੇ ਯीशु ਮਸੀਹ ਨੂੰ ਬਾਲ ਜਬੂਲ ਕਹਿ ਦਿੱਤਾ, ਸ਼ੈਤਾਨ ਕਹਿ ਦਿੱਤਾ। ਅੱਜ ਇਸ ਤਰ੍ਹਾਂ ਨਹੀਂ ਹੈ। ਅੱਜ ਤੁਸੀਂ ਲੋਕਾਂ ਨੂੰ ਦੇਖੋ, ਆਤਮਾ ਨਾਲ ਭਰੇ ਹੋਏ ਜਿਹੜੇ ਸੇਵਕ ਸੰਦੇਸ਼ ਦੀ ਸੇਵਕਾਈਆਂ ਕਰ ਰਹੇ ਹਨ, ਪਵਿੱਤਰ ਆਤਮਾ ਦੁਆਰਾ ਲੋਕੀ ਉਹਨਾਂ ਨੂੰ ਲਾਲਚੀ ਕਹਿ ਦਿੰਦੇ ਆ। ਮੂੰਹ ਅੱਡ ਕੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕੀ ਬੋਲ ਰਹੇ ਆ, ਕਿਉਂਕਿ ਜ਼ੁਬਾਨ ਤੇ ਕੰਟਰੋਲ ਨਹੀਂ ਹੈ। ਇਹ ਲਾਲਚੀ ਆ ਜੀ ਹੈ। ਇਹ ਲੋਕਾਂ ਨੂੰ ਭਰਮਾ ਰਹੇ ਆ, ਇਹ ਲੋਕਾਂ ਤੋਂ ਸੰਸਾਰ ਛਡਾ ਰਹੇ ਆ। ਜਦੋਂ ਸਾਡਾ ਯीशु ਮਸੀਹ ਕਹਿੰਦਾ ਸੰਸਾਰ ਦਾ ਮਿੱਤਰਚਾਰਾ ਖੁਦਾ ਦੇ ਲਈ ਵੈਰ ਹੈ ਤੇ ਤੁਹਾਨੂੰ ਛੱਡਣਾ ਪਵੇਗਾ। ਹਰੇਕ ਉਸ ਚੀਜ਼ ਨੂੰ ਛੱਡਣਾ ਪੈਣਾ ਤੁਹਾਨੂੰ, ਹਰੇਕ ਉਸ ਦੋਸਤੀਆਂ ਨੂੰ ਛੱਡਣਾ ਪੈਣਾ, ਹਰੇਕ ਉਸ ਰਿਸ਼ਤੇਦਾਰੀ ਨੂੰ ਛੱਡਣਾ ਪੈਣਾ ਜੋ ਬਾਈਬਲ ਮਨਾ ਕਰਦੀ ਹੈ। ਇਸ ਕਰਕੇ ਦੁਲਹਨ ਦਾ ਜੋ ਹਿੱਸਾ ਹੈ ਉਹ ਹਮੇਸ਼ਾ ਖੁਦਾ ਦੀ ਗੱਲ ਨੂੰ ਮੰਨਦਾ ਹੈ। ਜੇ ਤੁਸੀਂ ਦੁਲਹਨ ਦਾ ਹਿੱਸਾ ਆਪਣੇ ਆਪ ਨੂੰ ਮੰਨਦੇ ਹੋ ਤੇ ਤੁਸੀਂ ਉਸੇ ਸਮੇਂ ਕਹੋਗੇ ਠੀਕ ਹੈ ਪ੍ਰਭੂ, ਜੋ ਤੂੰ ਕਿਹਾ ਹੈ ਸੱਚ ਤੇ ਆਮੀਨ ਹੈ। ਲੇਕਿਨ ਜਦੋਂ ਤੁਸੀਂ ਆਨਾਕਾਨੀ ਕਰਦੇ ਹੋ ਤਾਂ ਨਬੀ ਕਹਿੰਦਾ ਤੁਸੀਂ ਭੁਲੱਕੜਪਨ ਦੀ ਇੱਕ ਬਿਮਾਰੀ ਦਾ ਰੋਗ ਤੁਹਾਨੂੰ ਲੱਗਾ ਹੈ। ਤੁਸੀਂ ਭੁੱਲ ਜਾਂਦੇ ਹੋ ਵੀ ਤੁਸੀਂ ਇੱਕ ਮਸੀਹ ਹੋ। ਮੈਂ ਤੁਹਾਨੂੰ ਇੱਕ ਸਾਫ਼ ਤੇ ਸਪਸ਼ਟ ਇਸ ਗੱਲ ਨੂੰ ਕਹਿਣਾ ਚਾਹੁੰਦਾ ਹਾਂ, ਤੁਸੀਂ ਇੱਕ ਮਸੀਹ ਜਿਹੜਾ ਭੈਣ ਭਾਈ ਹੁੰਦਾ ਉਹ ਕਿਸ ਦਾ ਮਾਂ ਪਿਓ ਨਹੀਂ ਹੁੰਦਾ, ਕਿਸ ਦਾ ਭੈਣ ਭਾਈ ਨਹੀਂ ਹੁੰਦਾ ਉਹ। ਠੀਕ ਹੈ ਨਾ। ਜਦੋਂ ਯीशु ਮਸੀਹ ਦੇ ਕੋਲ ਉਹਦੇ ਮਾਤਾ ਪਿਤਾ ਆਏ ਸੀ, ਉਹਦੇ ਭੈਣ ਭਾਈ ਆਏ ਸੀ ਤੇ ਕਿਸੇ ਚੇਲੇ ਨੇ ਆ ਕੇ ਕਿਹਾ ਪ੍ਰਭੂ ਜੀ ਤੇਰੀ ਮਾਤਾ ਤੇ ਤੇਰੇ ਭਾਈ ਤੈਨੂੰ ਮਿਲਣ ਆਏ ਹਨ। ਤੇ ਯीशु ਮਸੀਹ ਨੇ ਕਿਹਾ ਮੇਰੇ ਮਾਤਾ ਤੇ ਭੈਣ ਭਾਈ ਉਹੀ ਹੈ ਜਿਹੜਾ ਵਚਨ ਨੂੰ ਚੱਲਦਾ ਹੈ, ਵਚਨ ਤੇ ਮੰਨਦਾ ਆ, ਵਚਨ ਨੂੰ ਮੰਨਦਾ ਆ, ਉਹੀ ਮੇਰਾ ਭੈਣ ਭਾਈ ਆ। ਤੇ ਜਦੋਂ ਯीशु ਮਸੀਹ ਇਹ ਗੱਲ ਕਹਿ ਰਿਹਾ ਸੀ ਤੇ ਕੀ ਅਸੀਂ ਯीशु ਮਸੀਹ ਦੇ ਨਾਲ ਉਹਦੇ ਅੰਦਰ ਨਹੀਂ ਸੀਗੇ? ਅਸੀਂ ਉਸ ਥਾਂ ਤੇ ਨਹੀਂ ਸੀਗੇ? ਅਸੀਂ ਵੀ ਉਸ ਥਾਂ ਤੇ ਸੀ। ਅੱਜ ਸਾਡਾ ਵੀ ਉਹੀ ਭੈਣ ਭਾਈ ਹੈ ਜਿਹੜਾ ਵਚਨ ਤੇ ਚੱਲਦਾ ਆ। ਲੇਕਿਨ ਜਿਹੜੇ ਨਕੰਮੇ ਲੋਕ ਆ, ਜਿਨ੍ਹਾਂ ਨੂੰ ਵਚਨ ਦੀ ਸਮਝ ਨਹੀਂ ਲੱਗਦੀ, ਉਹ ਫਿਰ ਰਿਸ਼ਤੇਦਾਰੀਆਂ 'ਚ ਵੜ ਜਾਂਦੇ ਆ। ਮੇਰੀ ਮਾਸੀ, ਮੇਰਾ ਮੁੰਡਾ, ਮੇਰੀ ਕੁੜੀ, ਮੇਰੀਆਂ ਨੌਵਾਂ। ਬਾਹਰ ਨਿਕਲੋ ਗੰਦਗੀ ਵਿੱਚੋਂ, ਨਹੀਂ ਤੇ ਇੱਕ ਦਿਨ ਜਦੋਂ ਪ੍ਰਾਣ ਨਿਕਲ ਗਏ ਤਾਂ 6 ਫੁੱਟ ਗੱਡਾ ਫੂਕ ਕੇ ਤੁਹਾਨੂੰ ਵਿੱਚ ਦੱਬ ਦਿੱਤਾ ਜਾਵੇਗਾ ਤੇ ਕੋਈ ਨਿਕੰਮਾ ਪਾਸਟਰ ਆ ਕੇ ਤੁਹਾਡਾ ਜਨਾਜ਼ਾ ਪੜੂਗਾ ਜਿਹੜਾ ਤੁਹਾਨੂੰ ਸਵਰਗ 'ਚ ਪਹੁੰਚਾ ਦੂਗਾ ਗੱਲਾਂ ਦੇ ਨਾਲ ਹੀ ਵੀ ਇਸ ਭੈਣ ਭਾਈ ਨੇ ਬੜਾ ਵਧੀਆ ਜੀਵਨ ਬਤੀਤ ਕੀਤਾ ਜੀ, ਇਹਨੂੰ ਸਵਰਗ ਦੇ ਦਿੱਤਾ ਜਾਂਦਾ ਹੈ। ਤੇ ਨਬੀ ਕਹਿੰਦਾ ਜਦੋਂ 6 ਫੁੱਟ 7 ਫੁੱਟ ਗੱਡਾ ਪੁੱਟਿਆ ਜਾਵੇਗਾ ਤੇ ਸਭ ਤੋਂ ਪਹਿਲਾਂ ਜਦੋਂ ਕੀੜੇ ਆਣਗੇ ਉਹ ਕੀ ਕਰਨਗੇ? ਸਭ ਤੋਂ ਪਹਿਲਾਂ ਕਹਿੰਦੇ ਨੱਕ ਲੱਥਦਾ ਬੰਦੇ ਦਾ, ਫਿਰ ਸਾਰੀ ਆਕੜ, ਸਾਰਾ ਪੈਸਾ, ਸਭ ਕੁਝ ਇੱਥੇ ਰਹਿ ਜਾਣਾ, ਸਾਰੀ ਰਿਸ਼ਤੇਦਾਰੀਆਂ। ਕਿਸਨੇ ਤੁਹਾਨੂੰ ਬਚਾਣਾ ਨਹੀਂ ਆ। ਇਸ ਕਰਕੇ ਸਾਫ਼ ਤੇ ਸਪਸ਼ਟ ਕਹਿ ਰਿਹਾ ਆਪਣੇ ਆਪਣੇ ਜੀਵਨਾਂ ਨੂੰ ਸੁਧਾਰੋ। ਇਹ ਮਸੀਹ ਲਈ ਨਾ ਕਿਸੇ ਵੀ ਘੜੀ ਯीशु ਮਸੀਹ ਆ ਸਕਦਾ ਹੈ। ਹਰ ਇੱਕ ਮਿੰਟ, ਹਰ ਇੱਕ ਸੈਕਿੰਡ ਤੁਹਾਨੂੰ ਮਸੀਹ ਦੀ ਅਗਵਾਈ ਦੇ ਵਿੱਚ ਗੁਜ਼ਾਰਨਾ ਚਾਹੀਦਾ ਹੈ। ਲੇਕਿਨ ਲੋਕ ਕੀ ਕਰਦੇ ਆ? ਕੋਈ ਗੱਲ ਨਹੀਂ, ਕੱਲ ਸੁਧਰ ਜਾਣਗੇ। ਉਹ ਜੇ ਕੱਲ ਤੂੰ ਬਚਿਆ ਹੀ ਨਾ ਤਾਂ ਸੁਧਰੇਗਾ ਕਿੱਥੋਂ? ਅਗਲੇ ਮਹੀਨੇ ਖੁਦਾ ਦਾ ਕੰਮ ਕਰ ਦਾਂਗੇ, ਅਗਲੇ ਮਹੀਨੇ ਜੀਵਨ ਸਮਰਪਿਤ ਕਰ ਦਾਂਗੇ, ਅਗਲੇ ਮਹੀਨੇ ਤੂੰ ਕਬਰਾਂ 'ਚ ਹੋਇਆ ਫਿਰ ਤੂੰ ਕੀ ਕਰੇਗਾ? ਫਿਰ ਕਿੱਥੋਂ ਜੀਵਨ ਸੁਧਾਰ ਲੇਗਾ? ਜੇ ਪ੍ਰਭੂ ਨੇ ਅੱਜ ਮੌਕਾ ਦਿੱਤਾ ਤੇ ਅੱਜ ਹੀ ਖੁਦਾ ਨੂੰ ਆਪਣਾ ਜੀਵਨ ਸਮਰਪਿਤ ਕਰੋ। ਲੇਕਿਨ ਲੋਕਾਂ ਨੂੰ ਸਮਝ ਹੀ ਨਹੀਂ ਆ, ਕਿਉਂਕਿ ਨਬੀ ਕਹਿੰਦਾ ਆਤਮਿਕ ਭੁਲੱਕੜਪਨ ਦੇ ਵਿੱਚ ਲੋਕੀ ਫਸ ਗਏ ਆ। ਲੋਕੀ ਸੋਚਦੇ ਅਸੀਂ ਬੜੇ ਸਿਆਣੇ, ਹਰ ਬੰਦਾ ਸਿਆਣਾ ਬਣੀ ਜਾਂਦਾ। ਬਾਈਬਲ ਦੀਆਂ 4 ਗੱਲਾਂ ਪਤਾ ਤੇ ਬੰਦਾ ਕਹਿੰਦਾ ਜੀ ਮੈਂ ਸਿਆਣਾ। ਲੇਕਿਨ ਨਬੀ ਕਹਿੰਦਾ ਬਿਨਾਂ ਮਾਰਗਦਰਸ਼ਕ ਦੇ ਤੁਸੀਂ ਇਸ ਸੰਸਾਰ ਜੋ ਕਿ ਜੰਗਲ ਹੈ ਇਹਦੇ ਵਿੱਚੋਂ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਤੁਹਾਨੂੰ ਪਤਾ ਕਈ ਵਾਰੀ ਤੁਸੀਂ ਸੁਣਿਆ ਹੋਊਗਾ ਕਿ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਕੈਦ ਕੀਤਾ ਜਾਂਦਾ ਤੇ ਕਈ ਵਾਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਭੱਜਣ ਦਾ, ਤੇ ਉਹ ਕੀ ਕਰਦੇ? ਮੌਕਾ ਗਵਾਉਂਦੇ ਨਹੀਂ ਆ। ਉਹ ਮਿੰਟ ਲਾਉਂਦੇ ਆ ਵੀ ਹੁਣ ਅਸੀਂ ਜੇਲ੍ਹ 'ਚ ਨਿਕਲਣ ਦਾ ਸਾਨੂੰ ਮੌਕਾ ਮਿਲਿਆ ਆ, ਅਸੀਂ ਭੱਜੀਏ ਫਟਾਫਟ, ਠੀਕ ਹੈ ਨਾ, ਅਸੀਂ ਨਿਕਲ ਜਾਈਏ। ਲੇਕਿਨ ਕਈ ਇਹੋ ਜਿਹੇ ਮੂਰਖ ਨੇ ਜਿਹੜੇ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਕੈਦ ਦੇ ਵਿੱਚ ਹੀ ਖੁਸ਼ ਹਾਂ। ਉਹਦੀ ਮਿਸਾਲ ਇਜ਼ਰਾਈਲੀ ਲੋਕਾਂ ਵਿੱਚ ਤੁਸੀਂ ਦੇਖ ਸਕਦੇ ਹੋ, ਜਿਹੜੇ ਕਹਿੰਦੇ ਸੀਗੇ ਜਦੋਂ ਮੂਸਾ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤੇ ਕਈ ਇੰਨੇ ਕ ਅੱਕ ਗਏ,
ਉਹ ਕਹਿੰਦੇ ਅਸੀਂ ਆਪਣੇ ਉੱਪਰ ਪ੍ਰਧਾਨ ਠਹਿਰਾਈਏ ਤੇ ਅਸੀਂ ਫਿਰ ਮਿਸਰ ਨੂੰ ਮੁੜ ਚਲੀਏ। ਕਈ ਇਹੋ ਜਿਹੇ ਨਿਕੰਮੇ ਲੋਕ ਵੀ ਹੈਗੇ ਸੰਦੇਸ਼ਾਂ ਦੇ ਵਿੱਚ, ਜਿਹੜੇ ਕਹਿੰਦੇ ਅਸੀਂ ਪਿੱਛੇ ਹੀ ਮੁੜ ਜਾਈਏ, ਅਸੀਂ ਕੱਲ ਨੂੰ ਸੰਦੇਸ਼ 'ਚ ਆ ਗਏ। ਹੁਣ ਪਤਾ ਨਾ ਵੀ ਇੱਥੇ ਹੁਣ ਤਿਆਗ ਕਰਨੇ ਪੈਣੇ ਆ। ਜੇ ਤੂੰ ਤਿਆਗ ਕਰੋਗੇ ਤਾਂ ਜੀਵਨ ਵੀ ਤੁਹਾਨੂੰ ਹੀ ਮਿਲਣਾ, ਤੁਹਾਡੇ ਗਵਾਂਢੀਆਂ ਨੇ ਜੀਵਨ ਨਹੀਂ ਲੈਣਾ। ਠੀਕ ਹੈ, ਤੇ ਤੁਸੀਂ ਦੇਖੋ ਫਿਰ ਖੁਦਾ ਨੇ ਉਹਨਾਂ ਇਜ਼ਰਾਈਲੀਆਂ ਦਾ ਹਾਲ ਕੀ ਕੀਤਾ ਸੀਗਾ, ਜਿਨ੍ਹਾਂ ਨੇ ਖੁਦਾ ਦੀ ਉਸ ਮਰਜ਼ੀ ਨੂੰ ਮਤਲਬ ਤੁੱਛ ਸਮਝਿਆ। ਉਹਨਾਂ ਨੇ ਮੂਸਾ ਨੂੰ, ਆਪਣੇ ਸੇਵਕ ਨੂੰ ਤੁੱਛ ਸਮਝਿਆ ਤੇ ਖੁਦਾ ਨੇ ਸਾਰੇ ਦੇ ਸਾਰੇ ਮਾਰ ਦਿੱਤੇ। ਤੇ ਅੱਜ ਕੀ ਖੁਦਾ ਕਰੇਗਾ? ਜੇ ਤੁਹਾਡਾ ਕੋਈ ਮਾਰਗਦਰਸ਼ਕ ਕਰ ਰਿਹਾ, ਤੁਸੀਂ ਉਹਨੂੰ ਤੁੱਛ ਸਮਝੀ ਜਾਂਦੇ ਹੋ, ਆਪਣੇ ਸੇਵਕ ਨੂੰ ਤੁਸੀਂ ਤੁੱਛ ਸਮਝੀ ਜਾਂਦੇ ਹੋ ਵੀ ਇਹ ਤਾਂ ਐਵੇਂ ਬੋਲ ਕੇ ਹਟ ਜਾਂਦਾ ਹੈ, ਇਹਦੀ ਕੌਣ ਸੁਣੂਗਾ? ਜੇ ਬੋਲ ਰਿਹਾ ਤਾਂ ਪਹਿਲੇ ਇਹ ਸੋਚ ਲਓ ਵੀ ਬੋਲ ਕਿੱਥੋਂ ਰਿਹਾ ਆ, ਕੌਣ ਉਹਦੇ ਵਿੱਚੋਂ ਆ ਕੇ ਬੋਲਦਾ ਆ। ਇਸ ਗੱਲ ਨੂੰ ਧਿਆਨ ਰੱਖੋ, ਜੇ ਉਹ ਖੁਦਾ ਵੱਲੋਂ ਬੋਲਦਾ ਤੇ ਤੁਹਾਨੂੰ ਇੱਕ ਦਿਨ ਇਸ ਚੀਜ਼ ਦਾ ਹਿਸਾਬ ਦੇਣਾ ਪਵੇਗਾ ਜੇ ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਨਹੀਂ ਕਰਦੇ। ਸੰਦੇਸ਼ ਵਾਲੇ ਚਰਚ ਆਉਣ ਦੇ ਨਾਲ ਬਚਾਅ ਨਹੀਂ ਹੁੰਦਾ ਕਿਸ ਦਾ, ਸੰਦੇਸ਼ ਪੜ੍ਹਨ ਦੇ ਨਾਲ ਬਚਾਅ ਨਹੀਂ ਹੋਣਾ ਤੁਹਾਡਾ, ਸੰਦੇਸ਼ ਸੁਣਨ ਦੇ ਨਾਲ ਤੁਹਾਡਾ ਬਚਾਅ ਨਹੀਂ ਹੋਣਾ। ਜਦੋਂ ਤੱਕ ਤੁਸੀਂ ਸੰਦੇਸ਼ ਵਾਲਾ ਜੀਵਨ ਨਹੀਂ ਜੀਉਂਦੇ, ਜੀਵਨ ਜੀਣਾ ਪੈਣਾ ਤੁਹਾਨੂੰ ਜੋ ਸੰਦੇਸ਼ ਕਹਿੰਦਾ ਹੈ, ਫਿਰ ਤੁਹਾਡਾ ਬਚਾਅ ਆ। ਤੇ ਜੀਵਨ ਜੀਵੇਗਾ ਕੌਣ? ਜੀਵਨ ਸਿਰਫ ਦੁਲਹਨ ਜੀਵੇਗੀ, ਹੋਰ ਕੋਈ ਜੀਵਨ ਨਹੀਂ ਜੀ ਸਕਦਾ। ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਬਾਈਬਲ ਆ, ਇਹ ਸੰਦੇਸ਼ ਆ, ਇਹ ਦੁਲਹਨ ਦੇ ਲਈ ਆ, ਲੋਕਾਂ ਦੇ ਲਈ ਨਹੀਂ ਆ। ਠੀਕ ਹੈ ਨਾ? ਇਸ ਕਰਕੇ ਆਪਣੇ ਆਪਣੇ ਜੀਵਨ ਨੂੰ ਸੁਧਾਰੋ। मैं कलवरी पर उसके साथ था, मेरी पहचान कलवरी पर उसके साथ होनी है। मुझे तो उस स्थान पर होना चाहिए कि जहां मैं कलवरी पर केवल उसके साथ पहचाना ही नहीं गया, बल्कि कलवरी पर उसके साथ मरा भी। प्रत्येक मसीही को उसके साथ कलवरी पर मरना ही है। यदि आप कलवरी पर उसके साथ नहीं मरते तो आप उसके हो ही नहीं सकते। हुण कोई आके मैनूं इस गल दा जवाब दवे, खुदा दा वचन की कह रहा है? कहंदा अगर आप उसके साथ कलवरी पर नहीं मरते तो आप उसके हो ही नहीं सकते। फिर तुहाडे दावे झूठे आ, तुहानूं मरना पवेगा कलवरी ते उहदे नाल। मैं वहां था जब वो मरा, मैं उसके साथ मरा, और जब मैं उसके साथ था वह मरे हुओं से जी उठा। मैं उसके साथ ईस्टर की सुबह बाहर निकल कर आया। पुनरुत्थान में जो कुछ भी उसने किया, मैं ठीक वहां उसके साथ था। प्रत्येक विश्वासी ठीक उस समय उसके साथ था। और जब मैं उसके साथ मसीह यीशु में स्वर्गीय स्थानों में बैठा हुआ हूं, उसके द्वारा अधोलोक की सारी शक्तियों पर विजय पाया हुआ, ठीक इसी तरह प्रत्येक मसीही विश्वासी बिठाया गया था, क्योंकि आपकी पहचान होती है। ਹੁਣ ਤੁਸੀਂ ਦੇਖੋ ਤੁਹਾਡੀ ਪਛਾਣ ਹੈਗੀ ਆ ਕੋਈ? ਜੇ ਤੁਸੀਂ ਕਹਿੰਦੇ ਮੈਂ ਸੰਦੇਸ਼ ਦੇ ਵਿੱਚ ਆ, ਮੈਂ ਮਸੀਹ ਦੇ, ਤੁਹਾਡੀ ਪਛਾਣ ਹੈ ਕੋਈ? ਆਇਡੈਂਟੀਫਾਈ ਹੈ ਤੁਹਾਡੇ ਕੋਲ ਕੋਈ ਵੀ ਤੁਸੀਂ ਆਪਣੀ ਪਛਾਣ ਕਰਾ ਸਕੋ ਜੀ ਮੈਂ ਸੰਦੇਸ਼ ਦਾ ਵਿਸ਼ਵਾਸੀ ਆ? ਹੈਗੀ ਤੁਹਾਡੇ ਕੋਲ ਕੋਈ ਪਛਾਣ? ਕੋਈ ਕਹਿ ਸਕਦਾ ਵੀ ਮੈਂ ਸੰਸਾਰ ਤੋਂ ਮਰਿਆ ਹੋਇਆ ਹਾਂ? ਜੇ ਨਹੀਂ ਹੈ ਤੁਹਾਡੀ ਪਛਾਣ ਤਾਂ ਤੁਸੀਂ ਭੁੱਲੇ ਹੋਏ ਹੋ। ਫਿਰ ਕੋਈ ਭੁਲੇਖੇ ਵਿੱਚ ਨਾ ਰਵੇ। ਖੁਦਾਵੰਦ ਕਿਸ ਦਾ ਲਿਹਾਜ਼ ਨਹੀਂ ਲੈਂਦਾ, ਇਸ ਗੱਲ ਨੂੰ ਯਾਦ ਰੱਖਣਾ ਹੈ। ਇਸ ਕਰਕੇ ਯਿਸੂ ਮਸੀਹ ਨੇ ਕਿਹਾ ਸੀ ਕੋਈ ਮੇਰਾ ਭੈਣ ਭਾਈ ਨਹੀਂ ਆ। ਜੇ ਕੋਈ ਸੋਚੇ, ਕਈ ਵਾਰ ਲੋਕ ਕਹਿੰਦੇ ਮੈਂ ਸੇਵਕ ਦੀ ਪਤਨੀ ਆ, ਮੈਂ ਸੇਵਕ ਦਾ ਭਰਾ ਆ, ਮੈਂ ਸੇਵਕ ਦਾ ਬੱਚਾ ਆ ਜੀ, ਮੈਂ ਵੀ ਬਚ ਜਾਊਂਗਾ। ਉਹ ਬਚੋਗੇ ਤਾਂ ਹੀ ਜੇ ਵਚਨ ਤੇ ਚੱਲੋਗੇ, ਏਦਾਂ ਬਚਾਵ ਨਹੀਂ ਹੋਣਾ। ਇਸ ਕਰਕੇ ਯਿਸੂ ਮਸੀਹ ਕਹਿੰਦਾ ਸੀ ਉਹੀ ਮੇਰਾ ਭੈਣ ਭਾਈ ਹੈ ਜੋ ਵਚਨ ਦੇ ਉੱਪਰ ਚੱਲਦਾ ਹੈ। ਹਰ ਕਿਸ ਨੇ ਆਪਣਾ ਆਪਣਾ ਜੀਵਨ ਪੇਸ਼ ਕਰਨਾ ਖੁਦਾ ਦੇ ਅੱਗੇ। किसी दी मोटे के ऊपर बंदूक रख के तुसी चला नहीं सकते। ये वो लाइन नहीं है कि किसी दी मोटे के ऊपर बंदूक चला के कहता जी हाँ मैं भी शिकारी हूँ। शिकारी दा तुसी तां बनदे हो जदों तुसी खुद चलाने हो उस बंदूक को। यीशु मसीह ने पतरस नूं की किया सीगा? यीशु मसीह ने वो कहंदा सी हुण तू मच्छियां दा शिकारी नहीं, चला मैं तैनूं मनुखां दा शिकारी बनावां। की तुसी हो मनुखां दे शिकारी? जदों यीशु मसीह पतरस नूं ये गल कह रहा सी, की तुसी सी उत्थे? मैं उत्थे सी, दुल्हन उत्थे सी जो यीशु मसीह कह रहा सी पतरस नूं मैं तैनूं मनुखां दा शिकारी बनाना है। क्योंकि असीं यीशु मसीह दे नाल जीउंदे हां, उहदे नाल नाल असीं सी।
ਜਦੋਂ ਇਸ ਧਰਤੀ ਦੀ ਨੀਂਹ ਨਹੀਂ ਸੀ ਰੱਖੀ ਗਈ, ਉਦੋਂ ਵੀ ਅਸੀਂ ਯਿਸੂ ਮਸੀਹ ਦੇ ਅੰਦਰ ਸੀ। ਤੇ ਫਿਰ ਪਤਰਸ ਨੇ ਕੀ ਕੀਤਾ? ਪਤਰਸ ਮਨੁੱਖਾਂ ਦਾ ਸ਼ਿਕਾਰੀ ਬਣਿਆ ਤੇ ਪਹਿਲੇ ਸ਼ਿਕਾਰ ਦੇ ਵਿੱਚ ਹੀ ਉਹਨੇ 3000 ਲੋਕਾਂ ਨੂੰ ਬਪਟਾਈਜ਼ ਦਿੱਤਾ। ਹੁਣ ਤੁਹਾਡਾ ਜੀਵਨ ਹੈ ਵੀ ਤੁਹਾਡੀ ਕੋਈ ਜੀਵਨ 'ਚ ਗਵਾਹੀ ਹੈਗੀ ਆ ਵੀ ਤੁਸੀਂ ਮਸੀਹ ਹੋ? ਤੁਸੀਂ ਕਹਿ ਸਕਦੇ ਕਿਸ ਨੂੰ ਜਾ ਕੇ ਵੀ ਮੈਂ ਸੰਦੇਸ਼ ਦੇ ਵਿੱਚ ਆ ਜੀ, ਮੇਰਾ ਆ ਜੀਵਨ ਆ ਹੈ? ਤੁਹਾਡੀ ਕੋਈ ਗਵਾਹੀ ਨਹੀਂ ਹੈ ਜੀਵਨ ਦੇ ਵਿੱਚ, ਤੇ ਤੁਸੀਂ ਮਸੀਹ ਦੇ ਨਾਲ ਕਿੱਦਾਂ ਪਛਾਣੇ ਜਾਓਗੇ? ਇਸ ਕਰਕੇ ਆਪਣੇ ਆਪਣੇ ਜੀਵਨ ਨੂੰ ਸੁਧਾਰੋ। नबी कहता, अब मैं अपने आप को पाता हूं इन अंतिम दिनों में बहुत से विश्वास करने वाले मसीहियों के साथ जो कि उसकी सेवकाई में पहचाने गए। वह कल आज और युगानुयुग एक सा है। मैंने अपने को पाया इस दिन में कि मैं उसकी सेवकाई में उसके साथ पहचाना गया हूं। क्या आप अपने आप को उस पर विश्वास करते हुए, उसके साथ चलते हुए उस प्रकार पाते हैं कि तुसी भी पाने हो उस प्रकार अपने आप में? ध्यान दे, उसने कहा जो काम उसने किए विश्वासी भी उसी रीति से करेंगे। जो काम मैं करता हूं तुम भी करोगे। क्या आपकी पहचान उसके साथ हो सकती है? जब वचन पर नामधराई आती है तो क्या आप वैसे ही सह सकते हो जैसे उसने नामधराई सही समझे? उसके साथ पहचाने गए, उसके साथ पहचाना गया, मैं उसके साथ पहचाना गया। मैं 35 के दिन उसके साथ था। मैं वहां ऊपर चेलों के साथ था। उनके साथ पवित्र आत्मा के बस में मैं पहचाना गया। इधर रसूला दे करतब ਅਸੀਂ ਦੇਖਦੇ ਹਾਂ ਜਦੋਂ ਰਸੂਲਾ ਦੇ ਉੱਪਰ ਪਵਿੱਤਰ ਆਤਮਾ ਦਾ ਦਾਨ ਉਤਰਿਆ, ਅਸੀਂ ਵੀ, ਮੈਂ ਤੇ ਤੁਸੀਂ ਵੀ ਉਹਦੇ ਨਾਲ ਸੀ ਉਸ ਸਥਾਨ ਦੇ ਵਿੱਚ, ਕਿਉਂਕਿ ਅਸੀਂ ਉਹਦੇ ਨਾਲ ਪਛਾਣੇ ਗਏ ਹਾਂ। ਸਾਡੀ ਇੱਕ ਪਛਾਣ ਹੈ ਤੇ ਅੱਜ ਵੀ ਯਿਸੂ ਮਸੀਹ ਸਾਡੀ ਇੱਕ ਪਛਾਣ ਕਰਵਾ ਰਿਹਾ ਹੈ, ਕਿਉਂਕਿ ਦੁਲਹਨ ਵਚਨ ਦੇ ਨਾਲ ਸ਼ਿੰਗਾਰੀ ਹੋਈ ਲੈ ਕੇ ਜਾਣੀ ਹੈ ਉਹਨੇ। ਠੀਕ ਹੈ ਨਾ? ਇਸ ਸੰਸਾਰ ਤੋਂ ਮਰੀ ਹੋਈ ਦੁਲਹਨ ਉਹਨੇ ਲੈ ਕੇ ਜਾਣੀ ਆ ਜਿਹਨੇ ਵਚਨ ਦੇ ਨਾਲ ਸ਼ਿੰਗਾਰ ਕੀਤਾ ਆ। ਇਸ ਕਰਕੇ ਮੈਂ ਬੜੇ ਲੋਕਾਂ ਦੇ ਭੁਲੇਖੇ ਕੱਢ ਦਿੰਦਾ ਆ ਵੀ ਜਿਹੜੇ ਸੋਚਦੇ ਆ ਵੀ ਸ਼ਾਇਦ ਅਸੀਂ ਚਰਚ ਆ ਕੇ ਤੇ ਬਚ ਗਏ ਆ। ਚਰਚ ਆਉਣ ਨਾਲ ਕੋਈ ਬਚਾਵ ਨਹੀਂ ਹੈ। ਠੀਕ ਹੈ ਨਾ? ਇਹ ਚਰਚ ਆਉਂਦੇ ਹੋ, ਵਚਨ ਸੁਣਦੇ ਹੋ ਤੇ ਜੀਵਨ ਵੀ ਜੀ ਕੇ ਦਿਖਾਓ। ਜੇ ਜੀਵਨ ਜੀ ਕੇ ਦਿਖਾਓਗੇ ਤਾਂ ਹੀ ਪਤਾ ਲੱਗੂਗਾ ਵੀ ਤੁਸੀਂ ਮਸੀਹ ਹੋ। ਢੋਂਗੀ ਤਾਂ ਹਜ਼ਾਰਾਂ ਕਰੋੜਾਂ ਦੁਨੀਆ 'ਚ ਬੈਠੇ ਆ। ਨਬੀ ਨੇ ਕਿਹਾ ਫੱਕੀ ਫਰੀਸੀ ਦਾ ਮਤਲਬ ਕੀ ਸੀਗਾ? ਜਿਹੜੇ ਫੱਕੀ ਫਰੀਸੀ ਸੀ, ਫੱਕੀ ਫਰੀਸੀ ਦਾ ਮਤਲਬ ਸੀ ਐਕਟਰ, ਐਕਟਿੰਗ ਕਰਨ ਵਾਲੇ। ਫੱਕੀ ਫਰੀਸੀ ਦਾ ਅਸਲੀ ਮੀਨਿੰਗ ਸੀ, ਭਾਈ ਬ੍ਰਾਹਨਮ ਨੇ ਕਿਹਾ, ਐਕਟਿੰਗ ਕਰਨ ਵਾਲੇ। ਉਹ ਐਕਟਰ ਸੀਗੇ, ਐਕਟਿੰਗ ਕਰਦੇ ਸੀ, ਆਪਣੇ ਆਪ ਨੂੰ ਖੁਦਾ ਦੇ ਲੋਕ ਕਹਿੰਦੇ ਸੀ ਉਹ ਵੀ ਅਸੀਂ ਖੁਦਾ ਦੇ ਸੱਚੇ ਲੋਕ ਆ। ਐਕਟਰ ਸੀ ਉਹ, ਲੇਕਿਨ ਜੀਵਨ ਦੇ ਵਿੱਚ ਕੋਈ ਉਹਨਾਂ ਦੇ ਕੰਮ ਨਹੀਂ ਸੀਗਾ। ਇਸੇ ਤਰ੍ਹਾਂ ਅੱਜ ਵੀ ਬੜੇ ਐਕਟਰ ਬੈਠੇ ਆ, ਚਰਚਾਂ ਦੇ ਵਿੱਚ ਬੜੇ ਐਕਟਰ ਬੈਠੇ ਆ। ਚਰਚ ਵਿੱਚ ਆ ਕੇ ਪ੍ਰਭੂ ਅਸੀਂ ਤੇਰੇ ਆ, ਚਰਚ ਵਿੱਚ ਆ ਕੇ ਪ੍ਰਭੂ ਅਸੀਂ ਤੇਰੇ ਆ, ਤੇ ਬਾਹਰ ਇੱਕ ਹੋਰ ਰੱਖਿਆ ਜਿਹਦਾ ਨਾਮ ਲੂਸੀਫਰ ਤੇ ਸ਼ੈਤਾਨ ਆ। ਉਹ ਕਹਿੰਦਾ ਚੱਲ ਸੰਸਾਰ 'ਚ, ਤੇ ਉਹ ਫਿਰ ਸੰਸਾਰ 'ਚ ਤੁਰੇ ਫਿਰਦੇ ਆ। ਲੇਕਿਨ ਦੁਲਹਨ ਜੋ ਆਪਣੇ ਪਤੀ ਦੀ ਵਫਾਦਾਰ ਹੈ, ਉਹ ਕਦੇ ਵੀ ਸੰਸਾਰ ਵੱਲ ਨਹੀਂ ਦੇਖਦੀ, ਸ਼ੈਤਾਨ ਦੇ ਦਿੱਤੇ ਹੋਏ ਤਰਕਾਂ ਵੱਲ ਨਹੀਂ ਦੇਖਦੀ ਵੀ ਸ਼ੈਤਾਨ ਕੀ ਕਰ ਰਿਹਾ ਹੈ, ਸ਼ੈਤਾਨ ਕੀ ਕਹਿ ਰਿਹਾ। ਦੁਲਹਨ ਹਮੇਸ਼ਾ ਆਪਣੇ ਪਤੀ ਵੱਲ ਦੇਖਦੀ ਹੈ। ਯਿਸੂ ਮਸੀਹ ਨੇ ਇਸ ਕਰਕੇ ਕਿਹਾ ਸੀ ਮੈਂ ਤਾਂ ਉਹੀ ਕਰਦਾ ਜੋ ਮੇਰਾ ਪਿਤਾ ਮੇਰੇ ਵਿੱਚ ਰਹਿ ਕੇ ਕਰਦਾ। ਤੇ ਹੁਣ ਦੁਲਹਨ ਕੀ ਕਰੇਗੀ? ਦੁਲਹਨ ਵੀ ਉਹੀ ਕਰੇਗੀ ਜੋ ਦੁਲਹਾ ਉਸਨੂੰ ਕਹਿ ਰਿਹਾ ਹੈ। ਠੀਕ ਹੈ? ਇਸ ਕਰਕੇ ਉਹਨੇ ਇੱਕ ਨਬੀ ਭੇਜਿਆ ਜਿਹਨੇ ਸੰਦੇਸ਼ਾਂ ਦੁਆਰਾ ਆਪਣੀ ਦੁਲਹਨ ਨੂੰ ਇਖਤਿਆਰ ਦਿੱਤਾ ਵੀ ਆ ਜੋ ਸੰਦੇਸ਼ ਕਹਿੰਦਾ ਤੁਸੀਂ ਉਹੀ ਕੰਮ ਕਰਨਾ ਹੈ। ਜੇ ਸੰਦੇਸ਼ ਕਹਿੰਦਾ ਛੱਡਣਾ ਕਿਸ ਨੂੰ, ਤੇ ਛੱਡਣਾ ਪੈਣਾ। ਠੀਕ ਹੈ ਨਾ? ਇਹ ਸੰਦੇਸ਼ ਕਹਿੰਦਾ ਸੰਸਾਰ ਨੂੰ ਛੱਡਣਾ ਤੇ ਤੁਹਾਨੂੰ ਸੰਸਾਰ ਨੂੰ ਛੱਡਣਾ ਪਵੇਗਾ। ਠੀਕ ਹੈ? ਫਿਰ ਪਤਾ ਲੱਗਦਾ ਵੀ ਇਹ ਬੰਦਾ, ਇਹ ਭੈਣ ਭਾਈ ਦੁਲਹਨ ਦਾ ਹਿੱਸਾ ਆ। ਏਦਾਂ ਥੋੜੀ ਪਤਾ ਲੱਗ ਜਾਣਾ, ਕਿਉਂਕਿ ਅੱਜ ਕੱਲ੍ਹ ਹਰ ਕੋਈ ਦਾਅਵਾ ਕਰੀ ਜਾਂਦਾ ਮੈਂ ਪ੍ਰਭੂ ਦੀ ਦਾੜੀ, ਮੈਂ ਪ੍ਰਭੂ ਦੀ ਦਾੜੀ। ਕਹਿਣ ਦੇ ਨਾਲ ਕੋਈ ਦਾੜੀ ਨਹੀਂ ਬਣਦਾ। ਠੀਕ ਹੈ ਨਾ? ਨਬੀ ਕਹਿੰਦਾ ਤੁਹਾਡੇ ਫਲ ਪ੍ਰਗਟ ਕਰਨਗੇ ਵੀ ਤੁਸੀਂ ਕੀ ਹੋ, ਕਿਉਂਕਿ ਰੁੱਖ ਹਮੇਸ਼ਾ ਆਪਣੇ ਫਲੋਂ ਪਛਾਣਿਆ ਜਾਂਦਾ ਹੈ। ਮੰਨ ਲਓ ਬਹੁਤ ਸਾਰੇ ਰੁੱਖ ਲੱਗੇ ਹਨ, ਕਿੱਦਾਂ ਪਛਾਣੋਗੇ? ਕਈ ਰੁੱਖ ਇਹੋ ਜਿਹੇ ਨੇ ਬਿਨਾਂ ਫਲੋਂ ਤੁਸੀਂ ਪਛਾਣ ਹੀ ਨਹੀਂ ਸਕਦੇ, ਇੱਕੋ ਜਿਹੇ ਲੱਗਦੇ ਹੋ, ਲੇਕਿਨ ਫਲ ਪ੍ਰਗਟ ਕਰਦੇ ਆ ਵੀ ਅੰਗੂਰ ਦਾ ਬੂਟਾ ਆ, ਇਹ ਸੇਬ ਦਾ ਬੂਟਾ ਆ, ਹੈ
ਫਿਰ ਹੀ ਤੁਸੀਂ ਕਹਿੰਦੇ ਜੀ ਹਾਂ। ਲੇਕਿਨ ਇਦਾਂ ਕੋਈ ਬੰਦਾ ਨਹੀਂ ਪਛਾਣ ਸਕਦਾ ਕਿਸ ਨੂੰ ਵੀ। ਇਸ ਕਰਕੇ ਆਪਣੇ ਜੀਵਨ ਨੂੰ ਸੁਧਾਰੋ, ਠੀਕ ਹੈ। ਜੇ ਤੁਸੀਂ ਆਪਣਾ ਜੀਵਨ ਨਹੀਂ ਸੁਧਾਰਦੇ ਤੇ ਫਿਰ ਤੁਸੀਂ ਨਾਸ਼ ਵਿੱਚ ਚਲੇ ਜਾਓਗੇ। नबी कहता वे भूल गए हैं कि वो खुदा था, वे भूल गए हैं कि कल आज और युगानुग एक सा है और कलीसिया आत्मिक भुलक्कड़पन की एक बुरी हालत में जा चुकी है। वे यह सभी बातें भूल चुके हैं और इसे और अधिक नहीं समझते। लोग इस चीजों को अधिक समझ नहीं पा रहे क्योंकि एक बीमारी लगी है जिन्होंने क्या गया आत्मिक भुलक्कड़पन। आत्मिक भुलक्कड़पन में मत आइए क्योंकि आप होंगे, आपकी पहचान किसी और चीज के साथ होगी। उस वचन के साथ स्थिर बने रहिए। कहता तुसी आत्मिक भुलक्कड़पन दे विच ना जाओ, ताड़ी पछाण किसी अलग चीज दे नाल होनी है, ठीक है ना। आप वचन पर स्थिर बने रहिए। ये तुसी वचन ते स्थिर बने रहोगे, ताड़ी पछाण दुल्हन दे रूप दे विच होवेगी फिर, क्योंकि दुल्हन की एक पछाण आ। इस गल को हमेशा याद रखना। जे तुसी गलत जीवन बतीत करते हो, सही तरीके दे नाल नहीं चलते ते तुहानू पछताना पै जाएगा एक दिन। हुण मैं तुहानू दस रहा भाई ब्रैनम ने क्या आ, कहंदा असी जिहड़े संसार च रह रहे आ एक जंगल आ, ठीक है। हुण तुसी देखो कई बार कोई बंदा जंगल च जांदा, जे उहनू उत्थे जंगल दे विच उहनू पता ना होवे रास्तियां दा या उहनू कोई एक्सपीरियंस ना होवे, ठीक है ना, उन्होंने कोई तजुर्बा ना होवे, बंदा जंगल च भटक सकता है। इस करके तुसी अज दे प्रचार नूं बड़े ध्यान नाल सुनना क्योंकि प्रचार होण शुरू होण लगा है। पहला तो एक बैकग्राउंड बन रही सी, ठीक है ना। हुण तुसी इस प्रचार नूं बड़े ध्यान दे नाल सुनना। भाई ब्रैनम ने क्या, नबी ने कहा जब आप नहीं जानते कि कहां पर जा रहे हो तो आप एक राह दिखाने वाले की जरूरत होती है। नबी कहंदा जदों तुहानूं पता ही नहीं तुसी कित्थे जा रहे हो तो तुहानू एक राह दिखाने वाले की जरूरत हुंदी है, ठीक है ना। हुण बड़े लोग सोचते भी असीं किते जाइए घूमण वास्ते, तुसीं किते जंगल च घूमण जाना आ या किते भी जाना, तुहानू एक गाइड मिलदा आ जिहड़ा की करदा तुहानू दसदा आ जी मैं तुहानू जिम्मेवारी दे नाल लैके जाऊंगा, ठीक है ना। उस गाइड नू साइन करने पैंदे आ। वो गाइड की करदा साइन करदा आ, उसको अथॉरिटी हुंदी, उसको तजुर्बा हुंदा, एक्सपीरियंस हुंदा आ। वो कहंदा जी मैं तुहानू इस जंगल विचों घुमाऊंगा, तुहानू बाहर लैके जाऊंगा, ठीक है ना। बिना गाइड तो जे कोई जंगल विच घुमदा ते ओह देखे नाश हो जांदा। तुसीं सुणिया होना बड़ी खबरां बड़े लोग जंगल विच गए, तूफानां विच फस गए ते मारे गए। भाई ब्रैनम ने कहा इसे तरह कुछ लोग सीगे जिन्हां को बड़ी स्टडी सी, पढ़ाई लिखाई सी, वो जंगल दे विच गए, वो ट्रेनिंग वास्ते जंगल दे विच गए, उन्हां नूं छड्डिया गया जंगल दे विच ते की होया उन्हां को वो पर्सनल तजुर्बा नहीं सी जो एक गाइड को होना चाहिए आ। उन्हां को स्टडी सी लेकिन वो जंगल विच गवाच गए ते गवाचण दे नाल की होया जो उन्होंने नहीं सोचा सी वो उन्होंने नाल हो गया। वो जंगल विच बर्फ दा तूफान आ गया ते वो सारे सारे जिहड़े सीगे मारे गए। वो झुंड मारिया गया किदे तो, बिना मार्गदर्शक तो वो झुंड मारिया गया, बिना गाइड तो वो झुंड मारिया गया। भावें उन्हां को स्टडी कीती सीगी, ठीक है ना, लेकिन उन्होंने तजुर्बा नहीं सीगा जो एक गाइड नूं होना चाहिए है। इसे तरह एक मसीह बंदा, इस संसार एक जंगल है। तुसी इस संसार विच जे बिना एक सच्चे सेवक तो घूमोगे तुसी मारे जाओगे। नबी कहंदा जे तुसी सेवक दा गलत चुनाव कर लिया तुसी तां भी मारे जाओगे। तुहाडा सेवक पवित्र आत्मा दे नाल भरिया होया होना चाहिए है, फिर वो तुहानू इस संसार दी गंदगी चों बाहर लैके जावेगा। ते कई लोग की करते अपने सेवक की आग्याकारी नहीं करते। हुण जे तुहानू एक गाइड दिता गया है, तुसीं उस गाइड की आग्याकारी नहीं करोगे, उस मार्गदर्शक की आग्याकारी नहीं करोगे ते तुसीं भटक जाओगे। इस करके नबी कहंदा लोकां नू भुलक्कड़पन की बीमारी लगी हुई है, ठीक है ना। कहंदा गाइड आपका ख्याल रखने वाला होता है। जिहड़ा गाइड हुंदा वो एवें नहीं हुंदा। गाइड की करदा तुहाडा ख्याल रखने वाला हुंदा। नबी ने गाइड नूं एक सेवक दे नाल जोड़िया। एक सेवक तुहाडा ख्याल रखने वाला हुंदा। एक गाइड चुना हुआ व्यक्ति होता है। जिहड़ा एक गाइड हुंदा आ वो एक चुनिया होया व्यक्ति हुंदा, कोई आम बंदा नहीं हुंदा। गाइड वो चुनिया होया व्यक्ति हुंदा आ, ठीक है ना। ते गाइड जंगल जदों तुसीं किसी जंगल विच जा रहे हो ते गाइड जदों तुहाडे नाल जांदा तो साइन करके लैके जांदा आ जी मैं इन्हां लोकां नूं जंगल विच लैके जा रिहा ते मैं इन्हां दा रक्षक होवांगा।
क्योंकि गाइड ਨੂੰ ਪੂਰੇ ਐਕਸਪੀਰੀਅੰਸ ਹੁੰਦਾ ਆ, ਪੂਰਾ ਤਜਰਬਾ ਹੁੰਦਾ ਵੀ ਜੰਗਲ ਦੇ ਵਿੱਚ ਜੇ ਕੋਈ ਘਟਨਾ ਘਟ ਜਾਵੇ, ਬਰਫ਼ ਦਾ ਤੂਫਾਨ ਆ ਜਾਵੇ, ਮੌਸਮ ਖਰਾਬ ਹੋ ਜਾਵੇ ਤਾਂ ਮੈਂ ਕਿੱਦਾਂ ਇਹਨਾਂ ਲੋਕਾਂ ਦੀ ਰੱਖਿਆ ਕਰਨੀ ਹੈ, ਉਹ ਗਾਈਡ ਜਾਣਦਾ ਆ। ਤੇ ਜੇ ਉਸ ਗਾਈਡ ਤੋਂ ਕੋਈ ਬੰਦਾ ਭਟਕ ਜਾਵੇ, ਉਹ ਕਹੇ ਨਹੀਂ ਜੀ ਨਹੀਂ, ਤੇਰੇ ਤੋਂ ਵੱਧ ਸਾਨੂੰ ਪਤਾ ਹੈ ਤੇਰੇ ਤੋਂ ਵੱਧ ਸਾਨੂੰ ਜ਼ਿਆਦਾ ਐਕਸਪੀਰੀਅੰਸ ਆ, ਤੇ ਉਹ ਬੰਦਾ ਕੀ ਹੁੰਦਾ ਫਿਰ ਨਾਸ਼ ਹੋ ਜਾਂਦਾ। ਇਸ ਕਰਕੇ ਹਮੇਸ਼ਾ ਨਬੀ ਨੇ ਕਿਹਾ ਤੁਹਾਨੂੰ ਇੱਕ ਗਾਈਡ ਦੀ ਲੋੜ ਹੁੰਦੀ ਹੈ ਤੇ ਇੱਕ ਸੇਵਕ ਇੱਕ ਗਾਈਡ ਹੁੰਦਾ ਆ, ਠੀਕ ਹੈ ਨਾ। ਪਵਿੱਤਰ ਆਤਮਾ ਨਾਲ ਭਰਿਆ ਹੋਇਆ ਸੇਵਕ ਇੱਕ ਗਾਈਡ ਹੁੰਦਾ ਹੈ। ਤੇ ਸਾਡਾ ਗਾਈਡ ਕੌਣ ਹੈ? ਸੇਵਕ ਦੇ ਅੰਦਰ ਕੌਣ ਹੁੰਦਾ? ਪਵਿੱਤਰ ਆਤਮਾ। ਤੇ ਸਾਡਾ ਗਾਈਡ ਕੌਣ ਹੈ? ਪਵਿੱਤਰ ਆਤਮਾ ਸਾਡਾ ਗਾਈਡ ਹੈ। ਤੇ ਜੇ ਕੋਈ ਸੇਵਕ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਹੈ ਤੇ ਉਹ ਹਮੇਸ਼ਾ ਤੁਹਾਨੂੰ ਸੰਸਾਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ। ਉਹ ਤੁਹਾਨੂੰ ਇਹ ਨਹੀਂ ਕਹੇਗਾ ਕੋਈ ਗੱਲ ਨਹੀਂ ਘੁੰਮ ਕੇ ਆ ਜਾ, ਮੈਂ ਇੱਥੇ ਬੈਠਾ ਹਾਂ। ਉਹ ਹਮੇਸ਼ਾ ਤੁਹਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ। ਉਹ ਹਮੇਸ਼ਾ ਕਹੇਗਾ ਤੁਸੀਂ ਮੇਰੇ ਨਾਲ ਰਹੋ ਇਸ ਜੰਗਲ ਦੇ ਵਿੱਚ, ठीक है ना। नबी ने कहा बिना गाइड के जंगल में जाओगे तो नाश हो जाओगे, ठीक है ना। नबी कहना बिना गाइड तो तुसी जे जंगल च जाने तुसी नाश हो जाने हो। और नबी ने कहा गाइड को दिशाओं की जानकारी होती है। नबी कहना जेड़ा गाइड हुंदा आ ਉਹਨੂੰ ਕਾਦੀ ਜਾਣਕਾਰੀ ਹੁੰਦੀ ਆ? ਦਿਸ਼ਾਵਾਂ ਦੀ ਜਾਣਕਾਰੀ ਹੁੰਦੀ ਆ ਉਹਨੂੰ, ਵੀ ਕਿਹੜੀ ਦਿਸ਼ਾ ਵਿੱਚ ਜਾਣਾ ਆ, ਠੀਕ ਹੈ ਨਾ। ਉਹ ਸੂਰਜ ਦੀ ਰੋਸ਼ਨੀ ਦੁਆਰਾ, ਠੀਕ ਆ, ਅਲੱਗ-ਅਲੱਗ ਤਜਰਬਿਆਂ ਦੁਆਰਾ ਪਤਾ ਲਾ ਲੈਂਦਾ ਵੀ ਕਿਹੜੇ ਪਾਸੇ ਨੂੰ ਜਾਣਾ ਆ, ਠੀਕ ਹੈ। ਇਸ ਕਰਕੇ ਨਬੀ ਕਹਿੰਦਾ गाइड को दिशाओं की जानकारी होती है। और नबी कहता एक नॉर्थ स्टार, उत्तर का तारा। ਜਦੋਂ ਤੁਹਾਨੂੰ ਪਤਾ ਜਦੋਂ ਲੋਕ ਜੰਗਲ 'ਚ ਜਾਂਦੇ ਗਾਈਡ ਤੇ ਉਹ ਕੀ ਕਰਦੇ, ਇੱਕ ਤਾਰਾ ਹੁੰਦਾ ਜਿਹਨੂੰ ਨਾਰਥ ਸਟਾਰ ਕਹਿੰਦੇ ਆ, ਉੱਤਰ ਦਾ ਤਾਰਾ ਕਹਿੰਦੇ ਆ, ਠੀਕ ਹੈ ਨਾ। ਉੱਤਰ ਦਾ ਤਾਰਾ ਜਿਹੜਾ ਹੁੰਦਾ ਨਾਰਥ ਸਟਾਰ, ਉਹ ਹਮੇਸ਼ਾ ਇੱਕੋ ਹੀ ਜਗ੍ਹਾ ਤੇ ਬਣਿਆ ਰਹਿੰਦਾ, ਉਹ ਆਪਣਾ ਸਥਾਨ ਨਹੀਂ ਬਦਲਦਾ। ਤੇ ਜਿਹੜੇ ਮਾਰਗਦਰਸ਼ਕ ਹੁੰਦੇ ਜਦੋਂ ਜੰਗਲ ਵਿੱਚ ਜਾਂਦੇ ਆ ਤੇ ਉਸ ਤਾਰੇ ਨੂੰ ਵੇਖ ਕੇ ਉਹ ਪਤਾ ਲਾ ਲੈਂਦੇ ਵੀ ਕਿਹੜੀ ਦਿਸ਼ਾ ਵੱਲ ਅਸੀਂ ਜਾਣਾ ਆ, ਠੀਕ ਆ। ਤੇ ਭਾਈ ਬ੍ਰੈਨਮ ਕਹਿੰਦਾ ਆ नॉर्थ स्टार प्रभु यीशु मसीह है, क्योंकि यीशु मसीह अपने वचन ते खड़ा आ ਤੇ ਅਸੀਂ ਉਹਦੇ ਮਾਰਗਦਰਸ਼ਕ ਦੇ ਤੌਰ ਤੇ ਜਦੋਂ ਅਸੀਂ ਉਹਦੀ ਅਗਵਾਈ ਦੇ ਹੇਠ ਚੱਲਦੇ ਤਾਂ ਅਸੀਂ ਜਾਣ ਪਾਉਂਦੇ ਆ ਵੀ ਅਸੀਂ ਕਿਹੜੇ ਰਾਹ ਵੱਲ ਨੂੰ ਜਾਣਾ ਹੈ। ਇਸ ਕਰਕੇ ਨਬੀ ਕਹਿੰਦਾ ਨਾਰਥ ਸਟਾਰ ਪ੍ਰਭੂ ਯੀਸ਼ੂ ਮਸੀਹ ਹੈ, ਠੀਕ ਹੈ ਨਾ। ਤੇ ਜਿਹੜਾ ਗਾਈਡ ਆ ਉਹ ਕੀ ਕਰਦਾ ਆ? ਜਿਹੜਾ ਗਾਈਡ ਆ ਉਹ ਦੇਖਦਾ ਆ ਜੰਗਲ ਵਿੱਚ ਵੀ ਕਿਹੜੇ ਪਾਸੇ ਨੂੰ ਜਾਣਾ, ਉਹਨੂੰ ਤਜਰਬਾ ਹੁੰਦਾ, ਐਕਸਪੀਰੀਅੰਸ ਹੁੰਦਾ। ਇਸ ਕਰਕੇ ਤੁਸੀਂ ਦੇਖਿਆ बिना तजुर्बे तो कोई भी गाइड लोगों को अंदर नहीं लेके जा सकता। मान लो कोई ड्राइवर आ जिन्हों गड्डी चलानी नहीं आती सही तरीके नाल, वो कहे जी मैं पहाड़ी एरिया च तुहानूं लैके जाऊंगा, कि तुसीं चल जाओगे? तुसीं कहना नहीं नहीं तू तो कदे गया ही नहीं, तू किते रेस ज्यादा देती सानूं, तू पहाड़ी तो थल्ले सिट सकदा है, ठीक है ना। इस करके खुदा की करदा एक वधिया मार्गदर्शक अपने लोगों लई भेजदा, लेकिन जिहड़े लोग गलत मार्गदर्शक ਦੇ ਨਾਲ ਚਲੇ ਜਾਂਦੇ ਆ। ਤੁਸੀਂ ਦੇਖੋ ਮਿਸ਼ਨਾਂ ਜਥੇਬੰਦੀਆਂ ਡਿਨੋਮੀਨੇਸ਼ਨ ਚਰਚਾਂ ਵਿੱਚ ਕੀ ਹੋ ਰਿਹਾ ਆ, ਉਹਨਾਂ ਨੇ ਆਪਣਾ ਮਾਰਗਦਰਸ਼ਕ ਕਿਹਨੂੰ ਬਣਾਇਆ? ਜਿਹੜੇ ਖੁਦ ਅੰਨੇ ਆ। ਤੇ ਨਬੀ ਕਹਿੰਦਾ ਅੰਨਾ ਅੰਨੇ ਨੂੰ ਰਾਹ ਨਹੀਂ ਵਿਖਾ ਸਕਦਾ। ਜੇ ਤੁਸੀਂ ਅੰਨੇ ਆਗੂ ਦੇ ਪਿੱਛੇ ਜਾਓਗੇ ਤਾਂ ਸਾਰੇ ਦੇ ਸਾਰੇ ਤੁਸੀਂ ਮਾਰੇ ਜਾਓਗੇ। ਤੁਹਾਡਾ ਆਗੂ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਹੋਣਾ ਚਾਹੀਦਾ, ਉਹਨੂੰ ਸੰਦੇਸ਼ ਬਾਰੇ ਪਤਾ ਹੋਣਾ ਚਾਹੀਦਾ ਆ, ਉਹਦਾ ਜੀਵਨ ਸੰਦੇਸ਼ ਦੇ ਅਨੁਸਾਰ ਹੋਣਾ ਚਾਹੀਦਾ ਹੈ। लेकिन जे कोई संदेश बारे नहीं जानता, जे तुसी ਉਹਨੂੰ ਆਪਣਾ ਆਗੂ ਬਣਾ ਲੈਨੇ ਆ ਤਾਂ ਤੁਸੀਂ ਵੀ ਗਏ ਤੇ ਉਹ ਵੀ ਗਿਆ, ठीक है ना। इस गल ਨੂੰ हमेशा याद रखना है। नबी ने कहा नॉर्थ स्टार प्रभु यीशु मसीह है, ठीक है ना। ਹੁਣ ਜਿਹੜਾ ਗਾਈਡ ਹੁੰਦਾ ਉਹ ਕੀ ਕਰਦਾ? ਸੂਰਜ ਦੀ ਰੋਸ਼ਨੀ ਦੁਆਰਾ ਰਾਸਤਾ ਲੱਭਦਾ ਆ, ਉਹਨੂੰ ਐਕਸਪੀਰੀਅੰਸ ਹੁੰਦਾ ਵੀ ਕਿੱਦਾਂ ਸੰਸਾਰ ਇਸ ਜੰਗਲ ਦੇ ਵਿੱਚੋਂ ਮੈਂ ਇਹਨਾਂ ਨੂੰ ਘੁਮਾ ਫਰਾ ਕੇ ਬਾਹਰ ਕੱਢਣਾ ਹੈ, ਠੀਕ ਹੈ ਨਾ। और नबी कहता एक बच्चा था और एक पिता, एक बच्चा सी ते एक प्यो सी। एक बच्चा सी 6-7 साल दा ते ओदा पिता की सी, ਉਹਨੇ बड़ा ही मतलब भी एक कागजी तौर ते एक्सपीरियंस ਕੀਤਾ ਸੀ ਵੀ ਹੀਰਨ ਦਾ ਸ਼ਿਕਾਰ ਕਰਨਾ ਆ। ਤੇ ਉਹ ਜੰਗਲ ਦੇ ਵਿੱਚ ਆਪਣੇ 5-6-7 ਸਾਲ ਦੇ ਬੱਚੇ ਨੂੰ ਲੈ ਕੇ ਚਲਾ ਗਿਆ। ਜਦੋਂ 6-7 ਸਾਲ ਦੇ ਬੱਚੇ ਨੂੰ ਜੰਗਲ ਦੇ ਵਿੱਚ ਲੈ ਕੇ ਚਲਾ ਗਿਆ ਤੇ ਕੀ ਹੋਇਆ? ਪਹਾੜੀ ਦੇ ਉੱਪਰ ਚੜਦਾ ਗਿਆ, ਕਿਉਂਕਿ ਉਹਨੇ ਸੁਣਿਆ ਸੀਗਾ, ਕਿਤਾਬਾਂ 'ਚ ਪੜਿਆ ਸੀ ਵੀ ਹੀਰਨ ਉੱਚੇ ਸਥਾਨਾਂ ਵਿੱਚ ਰਹਿੰਦੇ ਆ। ਤੇ ਉਹਨੇ ਕੀ ਕੀਤਾ? ਆਪਣੀ ਸਮਝ ਦੇ ਨਾਲ ਉੱਚੇ ਪਹਾੜ ਤੇ ਚੜਦਾ ਗਿਆ। ਤੇ ਕੀ ਹੋਇਆ? ਪਹਾੜ ਜਦੋਂ ਬਹੁਤ ਜ਼ਿਆਦਾ ਉੱਪਰ ਚੜ ਗਿਆ
ਤੇ ਹਨੇਰਾ ਹੋ ਗਿਆ, ਰਾਤ ਹੋ ਗਈ ਤੇ ਜਿਹੜਾ ਉਹਦਾ ਛੋਟਾ ਜਿਹਾ ਬੱਚਾ ਸੀਗਾ ਉਹਨੂੰ ਠੰਡ ਲੱਗਣੀ ਸ਼ੁਰੂ ਹੋ ਗਈ। ਜਦੋਂ ਠੰਡ ਲੱਗਣੀ ਸ਼ੁਰੂ ਹੋਈ ਤੇ ਠੰਡ ਇੰਨੀ ਕੁ ਵਧੀ, ਤੂਫਾਨ ਚੱਲ ਪਿਆ, ਉਹਦੇ ਬੱਚੇ ਨੂੰ, ਉਹਨੂੰ ਆਪਣੇ ਆਪ ਨੂੰ, ਉਹ ਬੱਚੇ ਨੂੰ ਬਹੁਤ ਜ਼ਿਆਦਾ ਉਹਨੇ ਗਲ ਦੇ ਨਾਲ ਲਗਾਇਆ, ਆਪਣੇ ਸੀਨੇ ਦੇ ਨਾਲ ਲਗਾਇਆ ਤੇ ਕੀ ਹੋਇਆ, ਬਹੁਤ ਜ਼ਿਆਦਾ ਠੰਡ ਦੇ ਨਾਲ ਉਹ ਬੱਚਾ ਮਰ ਗਿਆ। ਉਹ ਬੱਚੇ ਦੀ ਉਸਦੀ ਡੈਥ ਹੋ ਗਈ ਤੇ ਜਦੋਂ ਉਹਨੇ ਦੇਖਿਆ ਵੀ ਬੱਚਾ ਹਿਲਜੁਲ ਨਹੀਂ ਰਿਹਾ ਉਸਦੇ ਪਿਤਾ ਨੇ, ਤੇ ਉਹ ਜਾਣ ਗਿਆ ਵੀ ਬੱਚਾ ਮਰ ਗਿਆ ਹੈ। ਹੁਣ ਕੀ ਸੀ, ਬਿਨਾਂ ਤਜਰਬੇ ਤੋਂ, ਬਿਨਾਂ ਗਾਈਡ ਤੋਂ ਉਹ ਜੰਗਲ ਵਿੱਚ ਤੁਰ ਪਿਆ ਸੀਗਾ ਤੇ ਆਪਣੇ ਮਰੇ ਹੋਏ ਬੱਚੇ ਦੇ ਨਾਲ ਬਾਹਰ ਆਇਆ। ਇਸੇ ਤਰ੍ਹਾਂ ਬਹੁਤ ਸਾਰੇ ਮਸੀਹ ਲੋਕ ਸੋਚਦੇ ਆ ਵੀ ਅਸੀਂ ਬਿਨਾਂ ਸੇਵਕ ਤੋਂ, ਇੱਥੇ ਬੜੀ ਸਖਤੀ ਜੀ, ਅਸੀਂ ਨਹੀਂ ਇੱਥੇ ਰਹਿਣਾ, ਅਸੀਂ ਦੂਜੇ ਚਰਚ ਚਲ ਜਾਾਂਗੇ, ਅਸੀਂ ਮਿਸ਼ਨਾਂ ਜਥੇਬੰਦੀਆਂ 'ਚ ਚਲ ਜਾਾਂਗੇ, ਠੀਕ ਹੈ ਨਾ। ਤੇ ਤੁਸੀਂ ਇੱਕ ਅੰਨੇ ਆਗੂ ਦੇ ਕੋਲ ਜਾਂਦੇ ਹੋ ਜਿਹਨੂੰ ਉੜਾ ਐੜਾ ਨਹੀਂ ਪਤਾ ਵਚਨ ਦਾ, ਤੇ ਤੁਸੀਂ ਵੀ ਮਾਰੇ ਜਾਓਗੇ ਫਿਰ। ਤੇ ਨਬੀ ਕਹਿੰਦਾ ਉਹ ਪਿਤਾ ਆਪਣੇ ਬੱਚੇ, ਮਰੇ ਹੋਏ ਬੱਚੇ ਦੇ ਨਾਲ ਜੰਗਲ ਤੋਂ ਬਾਹਰ ਆਇਆ, ਉਹਨੂੰ ਨੁਕਸਾਨ ਝੱਲਣਾ ਪਿਆ ਆਪਣੇ ਬੱਚੇ ਦਾ। ਜੇ ਉਹ ਕਿਸੇ ਗਾਈਡ ਨੂੰ ਨਾਲ ਲੈ ਕੇ ਜਾਂਦਾ, ਆਪਣੀ ਸਮਝ ਦਾ ਸਹਾਰਾ ਨਾ ਲੈਂਦਾ, ਤੇ ਕੀ ਉਹਦਾ ਬੱਚਾ ਮਰਦਾ। ਲੇਕਿਨ ਅੱਜ ਲੋਕ ਦੇਖੋ ਕਿੱਦਾਂ ਭਟਕੇ ਫਿਰਦੇ ਆ। ਉਹ ਕਹਿੰਦੇ ਸਾਨੂੰ ਬੜਾ ਐਕਸਪੀਰੀਅੰਸ ਆ, ਅਸੀਂ ਬਾਈਬਲ ਦੀ ਬੜੀ ਨੌਲੇਜ ਰੱਖਦੇ ਆ, ਸਾਨੂੰ ਵੀ ਪਤਾ, ਇਹ ਇਕੱਲਾ ਪਾਸਟਰ ਨੂੰ ਥੋੜੀ ਪਤਾ ਵਚਨ ਦਾ, ਬਾਈਬਲ ਦਾ ਸਾਨੂੰ ਵੀ ਪਤਾ ਆ। ਤੇ ਲੋਕ ਆਪਣੇ ਅਨੁਸਾਰ ਜੀਣਾ ਸ਼ੁਰੂ ਕਰ ਦਿੰਦੇ ਹਨ। ਲੇਕਿਨ ਤੁਹਾਨੂੰ ਦੱਸਿਆ ਗਿਆ ਹੈ ਵੀ ਬਿਨਾਂ ਅਯਾਲੀ ਤੋਂ ਭੇਡ ਗੁੰਮੀ ਹੋਈ ਹੁੰਦੀ ਹੈ, ਠੀਕ ਹੈ ਨਾ। ਇੱਕ ਭੇਡ ਨੂੰ ਅਯਾਲੀ ਚਾਹੀਦਾ ਆ। ਭਾਈ ਬ੍ਰੈਨਮ ਨੇ ਕਿਹਾ ਜੇ ਤੁਸੀਂ ਆਪਣੀ ਅਗਵਾਈ ਆਪ ਕਰ ਸਕਦੇ ਤੇ ਖੁਦਾ ਨੇ ਸੇਵਕ ਕਿਉਂ ਠਹਿਰਾਏ ਹਨ। ਤੇ ਸੇਵਕ ਅੰਨਾ ਨਹੀਂ ਹੋਣਾ ਚਾਹੀਦਾ, ਇਸ ਗੱਲ ਨੂੰ ਯਾਦ ਰੱਖੋ। ਸੇਵਕ ਪ੍ਰਕਾਸ਼ਵਾਨ ਹੋਣਾ ਚਾਹੀਦਾ। ਤੇ ਅੱਜ ਤੁਸੀਂ ਦੇਖੋ ਕਿੰਨਾ ਲੋਕ ਭਟਕੇ ਫਿਰਦੇ ਆ, ਅੰਨੇ ਸੇਵਕਾਂ ਦੇ ਪਿੱਛੇ ਲੋਕ ਲੱਗੇ ਆ। ਉਹ ਉਹਨਾਂ ਨੂੰ ਕਹਿੰਦੇ ਪੈਂਟਾ ਪਾਈ ਜਾ, ਲਿਪਸਟਿਕ ਲਗਾਈ ਜਾ, ਮੇਕਅਪ ਕਰੀ ਜਾ, ਕੋਈ ਗੱਲ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਇਹ ਕਿਹੜੇ ਸੇਵਕ ਆ, ਇਹ ਕਿਹੜੇ ਮਾਰਗਦਰਸ਼ਕ ਆ? ਅੰਨੇ, ਜਿਨ੍ਹਾਂ ਨੂੰ ਕੋਈ ਵੀ ਰਿਵਲੇਸ਼ਨ ਨਹੀਂ ਹੈ, ਪ੍ਰਕਾਸ਼ ਨਹੀਂ ਹੈ। ਕਿਉਂਕਿ ਨਬੀ ਕਹਿੰਦਾ ਜਿਹੜਾ ਸ਼ੈਤਾਨ ਹੈ ਉਹ ਪ੍ਰਕਾਸ਼ਿਤ ਵਾਕ ਤੋਂ ਨਫ਼ਰਤ ਕਰਦਾ ਹੈ। ਉਤਪਤ ਤੇ ਪ੍ਰਕਾਸ਼ ਦੀ ਪੋਥੀ ਤੋਂ ਸ਼ੈਤਾਨ ਬੜਾ ਨਫ਼ਰਤ ਕਰਦਾ ਹੈ, ਠੀਕ ਹੈ ਨਾ, ਕਿਉਂਕਿ ਉਹਨੂੰ ਪਤਾ ਮੇਰੀ ਪੋਲ ਖੁੱਲਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਤੇ ਇਹ ਸ਼ੈਤਾਨ ਕਿਤੋਂ ਨਫ਼ਰਤ ਕਰ ਰਿਹਾ ਹੈ? ਪ੍ਰਕਾਸ਼ਨ ਤੋਂ ਨਫ਼ਰਤ ਕਰਦਾ ਹੈ, ਠੀਕ ਹੈ। ਤੇ ਇਸ ਕਰਕੇ ਹਮੇਸ਼ਾ ਤੁਹਾਨੂੰ ਇੱਕ ਅਗਵਾਈ ਦੇ ਵਿੱਚ ਹੋਣਾ ਚਾਹੀਦਾ ਹੈ, ਤੁਹਾਡਾ ਇੱਕ ਮਾਰਗਦਰਸ਼ਕ ਹੋਣਾ ਚਾਹੀਦਾ ਹੈ। ਜੇ ਤੁਸੀਂ ਮਾਰਗਦਰਸ਼ਕ ਤੋਂ ਬਿਨਾਂ ਭੱਜਦੇ ਹੋ ਇੱਧਰ ਉੱਧਰ ਤਾਂ ਤੁਸੀਂ ਨਾਸ਼ ਹੋ ਜਾਓਗੇ। ਜਿੱਦਾਂ ਉਹ ਪਿਤਾ ਆਪਣੇ ਬੱਚੇ ਦੇ ਨਾਲ ਗਿਆ ਤੇ ਕੋਈ ਵੀ ਉਹਨੂੰ ਐਕਸਪੀਰੀਅੰਸ ਨਹੀਂ ਸੀ, ਕੋਈ ਵੀ ਉਹਦੇ ਕੋਲ ਮਾਰਗਦਰਸ਼ਕ ਨਹੀਂ ਸੀਗਾ ਤੇ ਉਹਨੂੰ ਆਪਣਾ ਬੱਚਾ ਗਵਾਉਣਾ ਪਿਆ। ਉਹ ਠੰਡ ਦੇ ਨਾਲ ਉਹਦਾ ਬੱਚਾ ਮਰ ਗਿਆ, ਜਿਹੜਾ 6-7 ਸਾਲ ਦੀ ਉਮਰ ਦਾ ਬੱਚਾ ਸੀ ਉਹ ਮਰ ਗਿਆ। ਇਸ ਤਰ੍ਹਾਂ ਹੀ ਨਬੀ ਕਹਿੰਦਾ ਬਹੁਤ ਸਾਰੇ ਲੋਕ ਆਪਣੀ ਮਰਜ਼ੀਆਂ ਕਰਦੇ ਫਿਰਦੇ ਹਨ ਤੇ ਮਸੀਹ ਜੀਵਨ ਦੇ ਵਿੱਚ ਮਰ ਜਾਂਦੇ ਆ। ਮਸੀਹ ਜੀਵਨ ਉਹਨਾਂ ਦਾ ਖਤਮ ਹੋ ਜਾਂਦਾ ਆ। ਉਹ ਸੋਚਦੇ ਅਸੀਂ ਜੋ ਕਰ ਰਹੇ ਹਾਂ ਅਸੀਂ ਸਹੀ ਕਰ ਰਹੇ ਹਾਂ। ਇਸ ਕਰਕੇ ਬਾਈਬਲ 'ਚ ਲਿਖਿਆ ਆਪਣੀ ਸਮਝ ਦਾ ਸਹਾਰਾ ਨਹੀਂ ਲੈਣਾ। ਜਿਹੜਾ ਬੰਦਾ ਆਪਣੀ ਸਮਝ ਦਾ ਸਹਾਰਾ ਲੈਂਦਾ ਆ ਉਹ ਅੱਜ ਵੀ ਗਿਆ ਤੇ ਕੱਲ ਵੀ ਗਿਆ। ਇਸ ਕਰਕੇ ਕਦੇ ਵੀ ਆਪਣੀ ਸਮਝ ਦਾ ਸਹਾਰਾ ਨਹੀਂ ਲੈਣਾ। ਤੇ ਜਦੋਂ ਖਾਸ ਕਰਕੇ ਕਿਸਨੇ ਵਚਨ ਸੁਣਨਾ ਆ ਤੇ ਉਹਦਾ ਧਿਆਨ ਸਾਹਮਣੇ ਹੋਵੇ। ਜਦੋਂ ਅਸੀਂ ਨੀਚੇ ਸੁਣਦੇ ਆ ਤੇ ਅਸੀਂ ਸਮਝ ਲਓ ਤੁਹਾਡੇ ਅੰਦਰ ਕੁਛ ਨਾ ਕੁਛ ਚੱਲ ਰਿਹਾ ਆ, ਤੁਹਾਡਾ ਧਿਆਨ ਸਾਹਮਣੇ ਹੋਣਾ ਚਾਹੀਦਾ ਹੈ। ਜਿਸ ਥਾਂ 'ਚੋਂ ਵਚਨ ਨਿਕਲ ਰਿਹਾ ਹੈ ਅਸੀਂ ਮੂੰਹ ਥੱਲੇ ਕਰਕੇ ਬੈਠ ਜਾਂਦੇ ਆ, ਇਹ ਵੀ ਇੱਕ ਵਧੀਆ ਆਤਮਾ ਨਹੀਂ ਹੁੰਦਾ। ਸਾਡਾ ਧਿਆਨ ਸਾਹਮਣੇ ਵੱਲ ਹੋਣਾ ਚਾਹੀਦਾ ਹੈ। नबी कहता उसने अपना बच्चा गवा लिया, ठीक है ना। नबी ने कहा एक आदमी था जो जंगल में था, नबी कहता एक आदमी सी ਜਿਹੜਾ ਜੰਗਲ ਦੇ ਵਿੱਚ ਸੀਗਾ, ਆਪਣੇ ਐਕਸਪੀਰੀਅੰਸ ਦੇ ਨਾਲ ਪਹਾੜ ਚੜ ਰਿਹਾ ਸੀ। ਲੇਕਿਨ ਕੀ ਹੋਇਆ, ਉਸ ਨੂੰ ਆਪਣਾ ਬੱਚਾ ਗਵਾਉਣਾ ਪੈ ਗਿਆ ਕਿਉਂਕਿ ਉਸ ਕੋਲ ਕੋਈ ਵੀ ਤਜਰਬਾ ਨਹੀਂ ਸੀਗਾ, ठीक है ना। नबी ने कहा अगर कोई खुदा से अलग हो जाता है तो वो भी पागल हो जाता है। और नबी कहता एक बार एक मनुख सीगा, वो जंगल विच चला गया, एक बंदा सी वो जंगल विच चला गया ते वो काफी दिन तक जंगल च भटकदा रहा, ਉਹਨੂੰ ਰਾਹ ਨਹੀਂ ਲੱਭਿਆ ਬਾਹਰ ਆਉਣ ਦਾ। ਉਹ ਇੰਨਾ ਕੁ ਡਿਪਰੈਸ਼ਨ ਦੇ ਵਿੱਚ ਚਲਾ ਗਿਆ, ਉਹ ਪਾਗਲ ਹੋ ਗਿਆ। ਜਦੋਂ ਉਹਨੂੰ ਲੱਭਿਆ ਗਿਆ ਤੇ ਉਹ ਆਪਣੇ ਦੰਦੀਆਂ ਵੱਢ ਰਿਹਾ ਸੀਗਾ, ਆਪਣੇ ਆਪ ਨੂੰ ਦੰਦੀਆਂ ਵੱਢ ਕੇ ਉਹਨੇ ਮਤਲਬ ਵੀ
ਪੂਰੀ ਤਰ੍ਹਾਂ ਖਤਮ ਕਰ ਲਿਆ ਸੀਗਾ। ਉਹ ਆਪਣੇ ਆਪ ਤੇ ਦੰਦੀਆਂ ਵੱਢੀ ਜਾ ਰਹੀ ਸੀ। ਇੱਕ ਪਾਗਲ ਵਾਲੀ ਹਾਲਾਤ ਦੇ ਵਿੱਚ ਸੀਗਾ ਉਹ ਬੰਦਾ। ਉਹ ਜੰਗਲ ਵਿੱਚ ਇਕੱਲੇ ਹੀ ਚਲਾ ਗਿਆ ਸੀਗਾ। ਫਿਰ ਨਬੀ ਕਹਿੰਦਾ, नबी ने कहा अगर कोई खुदा से अलग हो जाता है तो वह भी पागल हो जाता है। जिद्दां ਉਹ ਬੰਦਾ ਜੰਗਲ ਵਿੱਚ ਅਲੱਗ ਹੋ ਗਿਆ ਸੀਗਾ, ਕੱਲਾ ਭਟਕ ਰਿਹਾ ਸੀ ਇੱਧਰ ਉੱਧਰ ਤੇ ਡਿਪਰੈਸ਼ਨ ਦੇ ਵਿੱਚ ਆਣ ਕਰਕੇ ਉਹ ਪਾਗਲ ਹੋ ਗਿਆ। ਇਸੇ ਤਰ੍ਹਾਂ ਨਬੀ ਕਹਿੰਦਾ ਜੇ ਤੁਸੀਂ ਖੁਦਾ ਤੋਂ ਅਲੱਗ ਹੋ ਜਾਂਦੇ ਹੋ ਤੁਸੀਂ ਵੀ ਪਾਗਲ ਹੋ ਜਾਂਦੇ ਹੋ। ਤੇ ਉਹ ਪਾਗਲਪਨ ਨੂੰ ਕੀ ਕਹਿੰਦੇ ਆ? ਆਤਮਿਕ ਭੁਲੱਕੜਪਨ। तुसी भी पागल हो जाते हो। मार्गदर्शक के पास एक समझ होती है। जिहड़ा मार्गदर्शक हुंदा उहदे कोल एक समझ हुंदी है, ठीक है ना। एक सेवक भी एक मार्गदर्शक हुंदा है। कलीसिया को समझ नहीं हुंदी जिहड़ी समझ सेवक दे कोल हुंदी है। भेडां दे कोल समझ नहीं हुंदी जिहड़ी समझ अयाली दे कोल हुंदी है, चरवाहे दे कोल हुंदी है, ठीक है ना। इस गल नूं हमेशा याद रखना है। मार्गदर्शक के पास एक समझ होती है परंतु आपको उसकी आज्ञाकारी करनी होती है। ਕਹਿੰਦਾ ਵੀ ਤੁਹਾਨੂੰ ਉਹਦੀ ਆਗਿਆਕਾਰੀ ਕਰਨੀ ਪੈਣੀ ਆ। ਉਹ ਕੋਈ ਇੱਕ ਸਮਝ ਹੁੰਦੀ ਆ ਤੇ ਤੁਸੀਂ ਕਹਿੰਦੇ ਮੈਂ ਹੁਣ ਭੇਡ, ਮੈਂ ਤਾਂ ਸਭ ਕੁਝ ਜਾਣ ਗਈ ਆ, ਕਿਹੜੇ ਰਾਸਤੇ ਜਾਣਾ, ਕਿੱਧਰ ਜਾਣਾ, ਮੈਂ ਇਕੱਲੀ ਚੱਲ ਜੂੰਗੀ, ਜਾ ਕੇ ਦਿਖਾਓ ਇਕੱਲੇ। ਜੇ ਨਾ ਭੇੜੀਆ ਤਾਂ ਉਹਨੂੰ ਚੱਕ ਕੇ ਲੈ ਕੇ ਆ ਕੇ ਤਾਂ ਗੱਲ ਕਰਿਓ। ਇਸ ਕਰਕੇ ਨਬੀ ਕਹਿੰਦਾ ਜਿਹੜੀ ਭੇਡ ਆ ਹਮੇਸ਼ਾ ਆਪਣੇ ਅਯਾਲੀ ਦੇ ਨਾਲ ਰਵੇ, ਠੀਕ ਹੈ ਨਾ। ਇੱਕ ਭੇਡ ਇਕੱਲੀ ਇੱਧਰ ਉੱਧਰ ਨਹੀਂ ਭਟਕ ਸਕਦੀ ਕਿਉਂਕਿ ਅਯਾਲੀ ਕੀ ਕਰਦਾ ਆ। दाऊद ने की किया जो भेड़ चक के लै गए थे, दाऊद ने की किया, उन्हें भालू नूं मार सुटिया, शेर नूं मार सुटिया, ठीक है ना। कितना वधिया नमूना आ। ते जे तुसी वचन के दायरे विच रहोगे ते तुहाडा अयाली, तुहाडा मार्गदर्शक, तुहाडा सेवक भी तुहाडे लई प्रार्थना करेगा कि प्रभु मेरी भेड़ आ मुसीबत च फसी आ, ये मेरी आग्याकारी करदी आ, इहनूं तूं संभाल, इत्ते दया कर, इत्ते किरपा कर। जे हुण भेड़ ही भज्जी फिरे इधर उधर ते फिर अयाली की करूगा? ਉਹਦੀ ਲੱਤ ਤੋੜ ਦਊਗਾ। ਫਿਰ ਲੋਕ ਕਹਿੰਦੇ ਸਾਡੇ ਤੇ ਮੁਸੀਬਤਾਂ ਆ ਗਈਆਂ, ਸਾਡੇ ਤੇ ਤੰਗੀਆਂ ਆ ਗਈਆਂ। ਤੁਸੀਂ ਜਿਹੜਾ ਬੰਦਾ ਤੁਹਾਨੂੰ ਗਾਈਡ ਦਿੱਤਾ ਗਿਆ ਹੈ, ਮਾਰਗਦਰਸ਼ਕ ਦਿੱਤਾ ਗਿਆ ਹੈ, ਤੁਸੀਂ ਉਹਨੂੰ ਛੱਡ ਕੇ ਭੱਜੇ ਫਿਰਦੇ ਹੋ ਇੱਧਰ ਉੱਧਰ ਤੇ ਫਿਰ ਤੰਗੀਆਂ ਮੁਸੀਬਤਾਂ ਹੀ ਪੈਣੀਆਂ ਤੁਹਾਡੇ ਉੱਪਰ, ਹੋਰ ਕੁਝ ਨਹੀਂ ਆਣਾ। ਇਸ ਕਰਕੇ ਬਿਨਾਂ ਗਾਈਡ ਤੋਂ ਇੱਕ ਭੇਡ ਕੀ ਆ? ਬੇਬਸ ਹੋ ਜਾਂਦੀ ਆ। ਨਬੀ ਨੇ ਕਿਹਾ, नबी ने कहा वो हमेशा एक गाइड भेजता है, हमें उसी मार्गदर्शक के पीछे पीछे चलना होता है। जे खुदा ने तुहानू सेवक दिता या गाइड दिता ते उन्हें कोई एवें थोड़ी तुहानू दे दिता है भी तुसी कहो जी मैनू तां ज्यादा पता है इहदे नालों, मैं तां ज्यादा पढ़िया लिखिया, ज्यादा पढ़ी लिखी इहदे नालों, इह तां अनपढ़, इहनू की पता। ते फिर तुसी नाश हो गए हो, गवाच गए हो फिर तुसी, ठीक है ना। नबी कहना हमें उसी मार्गदर्शक के पीछे पीछे चलना होता है। मूसा एक मार्गदर्शक सीगा, यहोशुआ एक मार्गदर्शक सीगा, सैमुएल एक मार्गदर्शक सीगा। ਤੁਸੀਂ ਦੇਖੋ ਜਦੋਂ ਮੂਸਾ ਇੱਕ ਮਾਰਗਦਰਸ਼ਕ ਸੀਗਾ ਕੀ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਨਹੀਂ ਕੱਢ ਕੇ ਲਿਆਇਆ? ਜੇ ਸਮੁੰਦਰ ਅੱਗੇ ਆ ਗਿਆ ਤੇ ਕੀ ਸਮੁੰਦਰ ਦੋ ਭਾਗ ਨਹੀਂ ਹੋ ਗਿਆ? ਲੇਕਿਨ ਜਦੋਂ ਲੋਕਾਂ ਨੇ ਆਪਣੀ ਮਰਜ਼ੀ ਪੂਰੀ ਕੀਤੀ ਵੀ ਅਸੀਂ ਆਪਣੀ ਮਰਜ਼ੀ ਕਰਨੀ ਆ, ਮੂਸਾ ਦੇ ਖਿਲਾਫ ਖੜੇ ਹੋ ਗਏ। ਉਹ ਕਹਿੰਦੇ ਤੂੰ ਇਕੱਲਾ ਹੀ ਆ ਖੁਦਾ ਦੀ ਉਪਾਸਨਾ ਕਰਨ ਵਾਲਾ, ਅਸੀਂ ਵੀ ਜਾਣਦੇ ਖੁਦਾ ਨੂੰ। ਤੇ ਜਿਹੜੇ ਲੋਕਾਂ ਨੇ ਗੱਲਾਂ ਕਹੀਆਂ ਸੀ ਪ੍ਰਭੂ ਨੇ ਜਿਉਂਦੇ ਧਰਤੀ 'ਚ ਵਾੜਦੇ ਸੀਗੇ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ। मूसा एक गाइड सीगा, एक चरवाहा सीगा उन्हां दा, ते प्रभु नूं क्यों उन्हां लोकां नूं मारना पिया जिन्हां नूं मूसा मिस्र चों बाहर कढ लिया सी? क्योंकि वो लोकां ने आग्याकारी नहीं कीती सीगी। जे तुसी भी आग्याकारी नहीं करदे वचन दी, तुसी वचन दी आग्याकारी नहीं करदे ते कदे ना कदे तुसी भी किसी ना किसी स्थान ते मारे जाओगे। इस करके अपने अपने जीवन नूं सुधारो। मैं बार बार जोर ला के कहना अपने अपने जीवन नूं सुधारो। जो प्राण निकल गए तो फिर बैठे रहोगे। कोई गारंटी लै सकदा भी मैं महीने बाद आ काम करूंगा? बाइबल च लिखिया है। कोई बंदा ये नहीं कह सकता मैं अगले साल आ काम करूंगा, मैं आ करूंगा, मैं वो करूंगा, ठीक है ना। जे खुदा ना चाहे तुसी कुछ नहीं कर सकते। मैं बड़े लोगों नूं सुनिया असीं हले 6 महीने बाद जीवन सुधार लांगे अपना। 6 महीने बाद कबर ते होएगा तू, फिर कित्थों जीवन सुधार लेगा? हैं 6 महीने पहले ही तू कबर च चला गया, कित्थों जीवन सुधार लेगा? तेरी हड्डियां दा मांस सब कीड़ियां ने खा जाना। इस करके वो गल ना कहो जिहड़ी कोई बंदा अपनी समझ नाल कही जांदा आ।
ਹੁਣ ਦੇਖੋ ਕਿੱਦਾਂ ਯਹੋਸ਼ੂਆ ਨੇ ਆਪਣੇ ਲੋਕਾਂ ਦੀ ਗਵਾਹੀ ਕੀਤੀ, ਕਿੱਦਾਂ ਸੈਮੂਅਲ ਨੇ ਆਪਣੇ ਲੋਕਾਂ ਦੀ ਗਵਾਹੀ ਕੀਤੀ। ਜਦੋਂ ਸੈਮੂਅਲ ਨੂੰ ਠੋਕਰ ਮਾਰੀ, ਉਹ ਕਹਿੰਦੇ ਸਾਨੂੰ ਇੱਕ ਰਾਜਾ ਚਾਹੀਦਾ ਆ, ਤੇ ਪ੍ਰਭੂ ਨੇ ਕੀ ਕਿਹਾ? ਪ੍ਰਭੂ ਕਹਿੰਦਾ ਸੈਮੂਅਲ, ਇਹਨਾਂ ਨੇ ਤੈਨੂੰ ਤੁਛ ਨਹੀਂ ਜਾਣਿਆ, ਇਹਨਾਂ ਨੇ ਮੈਨੂੰ ਤੁਛ ਜਾਣਿਆ ਆ। ਠੀਕ ਹੈ ਨਾ, ਕਿਉਂਕਿ ਸੈਮੂਅਲ ਵੀ ਇੱਕ ਗਾਈਡ ਸੀਗਾ ਆਪਣੇ ਲੋਕਾਂ ਦੇ ਲਈ, ਇੱਕ ਚਰਵਾਹਾ ਸੀਗਾ ਆਪਣੇ ਲੋਕਾਂ ਦੇ ਲਈ। ਇਸ ਕਰਕੇ ਜੇ ਕੋਈ ਬਚਨ ਤੋਂ ਬਾਹਰ ਕੰਮ ਕਰਦਾ ਆ, ਉਹ ਆਪਣੇ ਅਯਾਲੀ ਦੀ ਆਵਾਜ਼ ਨੂੰ ਨਹੀਂ ਸੁਣਦਾ, ਤੇ ਜੇ ਅਯਾਲੀ ਦਾ ਥੋੜੀ ਕਸੂਰ ਆ। ਫਿਰ ਤੁਸੀਂ ਬਚਨ ਤੇ ਚੱਲਦੇ ਨਹੀਂ ਹੋ, ਤੇ ਫਿਰ ਤੁਸੀਂ ਆਸ ਰੱਖਦੇ ਵੀ ਸਾਨੂੰ ਵੀ ਇਨਾਮ ਮਿਲੇ, ਅਸੀਂ ਵੀ ਬਚਾਈ ਜਾਈਏ, ਅਸੀਂ ਵੀ ਰੈਪਚਰ 'ਚ ਚੱਲ ਜਾਈਏ। ਕਰਨਾ ਤੁਸੀਂ ਕੁਝ ਨਹੀਂ ਆ, ਰੈਪਚਰ 'ਚ ਚੱਲ ਜਾਈਏ। ਜੇ ਕੁਝ ਨਹੀਂ ਕਰਨਾ, ਫਿਰ ਆਪਣਾ ਸਮਾਂ ਨਾ ਖਰਾਬ ਕਰੋ, ਜਿੱਥੋਂ ਆਏ ਹੋ ਉੱਥੇ ਵਾਪਸ ਮੁੜ ਜਾਵੋ। ਠੀਕ ਹੈ ਨਾ, ਕੋਈ ਇਜ਼ਰਾਈਲੀਆਂ ਵਾਲਾ ਕੰਮ ਨਾ ਕਰੋ ਵੀ ਅਸੀਂ ਅੱਗ ਦੇ ਖੰਭੇ ਦੇ ਥੱਲੇ ਆ, ਅੱਗ ਦੇ ਖੰਭੇ ਦੇ ਥੱਲੇ ਆ। ਉਸੇ ਅੱਗ ਦੇ ਖੰਭੇ ਨੇ ਚੀਕਾਂ ਕਢਾਤੀਆਂ ਫਿਰ ਉਹਨਾਂ ਦੀਆਂ, ਜਿਹਦੀ ਦੁਹਾਈ ਦਿੰਦੇ ਸੀ। ਉਹ ਸੋਚਦੇ ਸੀ ਅਸੀਂ ਵੀ ਬੱਦਲ ਦੇ ਹੇਠ ਆ। ਅੱਜ ਬੜੇ ਲੋਕ ਸੋਚਦੇ ਅਸੀਂ ਸੰਦੇਸ਼ 'ਚ ਆ ਗਏ, ਅਸੀਂ ਬੱਦਲ ਦੇ ਹੇਠ ਹਾਂ, ਅਸੀਂ ਅੱਗ ਦੇ ਖੰਭੇ ਦੇ ਥੱਲੇ ਆ, ਅਸੀਂ ਕਿਰਪਾ ਦੇ ਥੱਲੇ ਆ। ਉਹ ਭਾਈ ਕਿਰਪਾ ਦੇ ਥੱਲੇ ਤਾਂ ਹੋ, ਆਗਿਆਕਾਰੀ ਕਿਹਦੀ ਕਰਨੇ ਆ? ਗਵਾਂਢੀਆਂ ਨੇ ਆਗਿਆਕਾਰੀ ਕਰਨੀ ਹੈ, ਆਗਿਆਕਾਰੀ ਤੁਹਾਨੂੰ ਕਰਨੀ ਪਵੇਗੀ। ਇਹ ਤੁਸੀਂ ਸੋਚਦੇ ਹੋ ਕਿ ਉਹ ਅੱਗ ਦੇ ਖੰਭੇ ਦੇ ਥੱਲੇ ਇਜ਼ਰਾਈਲੀ ਸੀ, ਤੇ ਕੀ ਉਸੇ ਅੱਗ ਦੇ ਖੰਭੇ ਨੇ ਉਹਨਾਂ ਇਜ਼ਰਾਈਲੀਆਂ ਦਾ ਨਾਸ਼ ਨਹੀਂ ਕੀਤਾ? ਉਹ ਕਹਿੰਦਾ ਮੂਸਾ ਆਪਣੇ ਲੋਕਾਂ ਨੂੰ ਕਹਿ ਵੀ ਇਹਨਾਂ ਤੋਂ ਪਾਸੇ ਹਟ ਜਾ, ਮੈਂ ਇਹਨਾਂ ਨੂੰ ਜ਼ਮੀਨ ਦੇ ਥੱਲੇ ਜਿਉਂਦਾ ਹੀ ਵਾੜ ਦਵਾਂਗਾ। ਤੇ ਪ੍ਰਭੂ ਨੇ ਕੋਰਾ ਨੂੰ ਤੇ ਉਹਦੇ ਨਾਲ ਜਿਹੜੇ ਲੋਕ ਸੀ, ਕਿਉਂਕਿ ਕੋਰਾ ਨੇ ਕੀ ਕੀਤਾ ਸੀਗਾ? ਖੁਦਾ ਦੀ ਆਗਿਆਕਾਰੀ ਕੀਤੀ ਸੀ, ਮੂਸਾ ਦੇ ਖਿਲਾਫ ਖੜਾ ਹੋ ਗਿਆ ਸੀ ਕੋਰਾ, ਤੇ ਪ੍ਰਭੂ ਨੇ ਜਿਉਂਦੇ ਹੀ ਉਹਦੇ ਪਰਿਵਾਰਾਂ ਸਮੇਤ ਉਹਨੂੰ ਧਰਤੀ ਦੇ ਵਿੱਚ ਵਾੜ ਦਿੱਤਾ ਸੀਗਾ। ਇਸ ਗੱਲ ਨੂੰ ਯਾਦ ਰੱਖਣਾ। ਉਸੇ ਅੱਗ ਦੇ ਖੰਭੇ ਨੇ ਜਿਹਦੀ ਅਗਵਾਈ ਦੇ ਹੇਠ ਉਹ ਚੱਲ ਰਹੇ ਸੀਗੇ, ਉਸੇ ਅੱਗ ਦੇ ਖੰਭੇ ਨੇ, ਉਸੇ ਬੱਦਲ ਨੇ ਉਹਨਾਂ ਨੂੰ ਮੌਤ ਦੇ ਦਿੱਤੀ। ਅੱਜ ਲੋਕੀ ਕੋਈ ਭੁਲੇਖੇ 'ਚ ਨਾ ਰਵੇ ਅਸੀਂ ਸੰਦੇਸ਼ 'ਚ ਆ ਗਏ ਆ ਜੀ, ਅਸੀਂ ਬਚ ਜਾਾਂਗੇ ਕਿਤੇ, ਤਾਂ ਦੇਖ ਲਓ ਉਹੀ ਅੱਗ ਦਾ ਖੰਭਾ ਮੌਤ ਵੀ ਦੇ ਦਿੰਦਾ। ਫਿਰ ਜੇ ਨਹੀਂ ਤੁਹਾਨੂੰ ਯਕੀਨ ਆ ਤਾਂ ਬਾਈਬਲ ਪੜੋ ਇਜ਼ਰਾਈਲੀਆਂ ਬਾਰੇ। ਮੂਸਾ ਦੇ ਨਾਲ ਕਿੰਨੇ ਲੋਕ ਬਾਹਰ ਆਏ ਸੀ ਤੇ ਕਿੰਨੇ ਫਿਰ ਗਏ ਆ ਕਨਾਨ ਦੇ ਵਿੱਚ। ਉਸੇ ਅੱਗ ਦੇ ਖੰਭੇ ਨੇ ਨਹੀਂ ਉਹਦੀ ਅਗਵਾਈ ਕੀਤੀ ਸੀ ਉਹਨਾਂ ਲੋਕਾਂ ਦੀ, ਤੇ ਉਹੀ ਅੱਗ ਦਾ ਖੰਭਾ ਉਹਨਾਂ ਨੂੰ ਧਰਤੀ ਥੱਲੇ ਵਾੜ ਰਿਹਾ। ਨਬੀ ਕਹਿੰਦਾ ਗਾਈਡ ਪ੍ਰਮਾਣਿਤ ਹੋਣਾ ਚਾਹੀਏ। ਜਿਹੜਾ ਤੁਹਾਡਾ ਗਾਈਡ ਆ ਉਹ ਪ੍ਰਮਾਣਿਤ ਹੋਣਾ ਚਾਹੀਦਾ। ਪ੍ਰਮਾਣਿਤ ਕਾਹਦੇ ਨਾਲ ਹੋਣਾ ਚਾਹੀਦਾ ਹੈ? ਤੁਸੀਂ ਜਿਹੜੇ ਸੇਵਕ ਦੇ ਕੋਲ ਜਾ ਰਹੇ ਹੋ ਉਹ ਪ੍ਰਮਾਣਿਤ ਹੋਣਾ ਚਾਹੀਦਾ ਹੈ। ਕਾਹਦੇ ਨਾਲ? ਪਵਿੱਤਰ ਆਤਮਾ ਦੇ ਦੁਆਰਾ। ਪਵਿੱਤਰ ਆਤਮਾ ਦੇ ਦੁਆਰਾ ਉਹ ਸੇਵਕ ਪ੍ਰਮਾਣਿਤ ਹੋਣਾ ਚਾਹੀਦਾ, ਕਿਉਂਕਿ ਬਾਈਬਲ 'ਚ ਲਿਖਿਆ ਆ ਸੇਵਕ ਪਵਿੱਤਰ ਆਤਮਾ ਦੇ ਦੁਆਰਾ ਪ੍ਰਮਾਣਿਤ ਹੋਣਾ ਚਾਹੀਦਾ ਆ। ਸੇਵਕ ਦੀ ਕੋਈ ਪਤਨੀ ਹੋਣੀ ਚਾਹੀਦੀ ਆ। ਐਵੇਂ ਨਹੀਂ ਕੋਈ, ਤੁਸੀਂ ਦੇਖੋ ਜਾ ਕੇ ਅੱਜ ਲੋਕੀ ਕੀ ਕਰ ਰਹੇ ਨੇ, ਆਪਣੀ ਮਰਜ਼ੀ ਨਾਲ ਲੋਕੀ ਪਾਸਟਰ ਬਣੀ ਜਾਂਦੇ ਤੇ ਸੇਵਕ ਬਣੀ ਜਾ ਰਹੇ ਨੇ, ਬਿਨਾਂ ਗਵਾਹੀ ਤੋਂ, ਬਿਨਾਂ ਪ੍ਰਮਾਣ ਪੱਤਰ ਤੋਂ। ਬਾਈਬਲ 'ਚ ਸਾਫ਼ ਲਿਖਿਆ ਆ ਸੇਵਕ ਦੀ ਕੋਈ ਪਤਨੀ ਹੋਵੇ, 2-2 3-3 ਵਿਆਹ ਕੀਤੇ ਹੋਏ ਪਾਸਟਰ ਵੀ ਸੇਵਾ ਕਰ ਰਹੇ ਆ ਸੰਦੇਸ਼ ਦੀ। ਸਭ ਸ਼ੈਤਾਨ ਹਨ, ਇਸ ਗੱਲ ਨੂੰ ਯਾਦ ਰੱਖਣਾ। ਵਚਨ ਤੋਂ ਬਾਹਰ ਕੋਈ ਕੰਮ ਜੋ ਕੀ ਕਰਦਾ ਉਹ ਸ਼ੈਤਾਨ ਆ ਬੰਦਾ। ਤੇ ਕਈ ਇਹੋ ਜਿਹੇ ਪਾਸਟਰ ਉਹਨਾਂ ਨੂੰ ਮਸਾ ਕਰੀ ਜਾਂਦੇ ਆ, ਉਹ ਵੀ ਦੁਸ਼ਟ ਆਤਮਾ ਗ੍ਰਸਤ ਨੇ ਸਾਰੇ ਦੇ ਸਾਰੇ। ਜੇ ਕੋਈ ਸੰਦੇਸ਼ ਦੇ ਵਿੱਚ 2-2 3-3 ਵਿਆਹੇ ਹੋਏ ਪਾਸਟਰਾਂ ਨੂੰ ਮਸਾ ਕਰਦਾ ਆ, ਉਹ ਪਾਸਟਰ ਵੀ ਸ਼ੈਤਾਨ ਹੈ, ਦੁਸ਼ਟ ਆਤਮਾ ਉਹਦੇ ਅੰਦਰ ਆ। ਵਚਨ ਤੋਂ ਬਾਹਰ ਕੰਮ ਕਰੇ ਜਾਂਦੇ ਨੇ ਦੁਸ਼ਟ ਆਤਮਾ ਉਹਨਾਂ ਦੇ ਵਿੱਚ ਵੜ ਗਏ। ਠੀਕ ਹੈ ਨਾ, ਇਸ ਕਰਕੇ ਨਬੀ ਕਹਿੰਦਾ ਜਿਹੜਾ ਸੇਵਕ ਹੁੰਦਾ ਉਹਦੀ ਪਛਾਣ ਆ ਇੱਕ। ਸੇਵਕ ਪ੍ਰਮਾਣਿਤ ਹੋਣਾ ਚਾਹੀਦਾ ਆ, ਵਚਨ ਦੇ ਅਕੋਰਡਿੰਗ ਪ੍ਰਮਾਣਿਤ ਹੋਣਾ ਚਾਹੀਦਾ। ਸੇਵਕ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਣਾ ਚਾਹੀਦਾ। ਸੇਵਕ ਸੰਸਾਰ ਤੋਂ ਮਰਿਆ ਹੋਇਆ ਹੋਣਾ ਚਾਹੀਦਾ ਹੈ ਸੇਵਕ। ਠੀਕ ਹੈ ਨਾ, ਫਿਰ ਤੁਸੀਂ ਉਹਦੇ ਪਿੱਛੇ ਲੱਗੋ। ਅੱਜ ਜਿੰਨੇ ਲੋਕ ਸੰਦੇਸ਼ ਦੇ ਚਰਚਾਂ ਵਿੱਚ ਜਾ ਰਹੇ ਹਨ, ਆਪਣੇ ਆਪਣੇ ਸੇਵਕ ਨੂੰ ਦੇਖੋ। ਤੁਹਾਡੇ ਸੇਵਕ ਦੇ 2 ਵਿਆਹ ਹੋਏ ਆ, 3 ਵਿਆਹ ਹੋਏ ਆ, ਤਾਂ ਉਹ ਸ਼ੈਤਾਨ ਆ। ਬਾਹਰ ਆ ਜਾਓ ਉੱਤੋਂ ਜੇ ਬਚਣਾ ਤਾਂ। ਠੀਕ ਹੈ ਨਾ, ਜੇ ਸੇਵਕ ਤੁਹਾਨੂੰ ਸੰਸਾਰ 'ਚ ਘੁੰਮਣ ਦੇ ਰਿਹਾ ਤਾਂ ਉਹ ਸ਼ੈਤਾਨ ਆ। ਸੰਦੇਸ਼ ਦਾ ਭਾਵੇਂ ਕਿਉਂ ਨਾ ਹੋਵੇ ਉਹ ਤਾਂਤਰਿਕ। ਠੀਕ ਹੈ ਨਾ, ਇਸ ਗੱਲ ਨੂੰ ਯਾਦ ਰੱਖਣਾ ਆ। ਜੇ ਸੰਦੇਸ਼ ਦਾ ਸੇਵਕ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਵਚਨ ਦੀ ਡਾਂਗ ਫੇਰਦਾ ਤੁਹਾਨੂੰ, ਉਹ ਕਹਿੰਦਾ 100 ਦੀ ਜਗ੍ਹਾ 2 ਹੀ ਰਹਿ ਜਾਓ, ਉਹ ਆ ਸੱਚਾ ਸੇਵਕ। ਇਸ ਗੱਲ ਨੂੰ ਯਾਦ ਰੱਖੋ। ਜਿਹੜਾ ਤੁਹਾਨੂੰ ਸੰਸਾਰ ਤੋਂ ਬਾਹਰ ਆਉਣ ਦੇ ਲਈ ਕਹਿੰਦਾ ਹੈ, ਤਿਆਗ ਕਰਨ ਦੇ ਲਈ ਕਹਿੰਦਾ, ਉਹ ਸੱਚਾ ਸੇਵਕ ਆ। ਲੇਕਿਨ ਇੱਥੇ ਦੇਖੋ ਸੰਦੇਸ਼ ਦੇ ਵਿੱਚ ਸੇਵਕ ਹੀ ਕੰਪਰੋਮਾਈਜ਼ ਕਰੀ ਜਾਂਦੇ ਨੇ ਲੋਕਾਂ ਨਾਲ। ਬਾਈਬਲ 'ਚ ਲਿਖਿਆ ਆ ਮਰਦ ਦੇ, ਠੀਕ ਹੈ ਨਾ, ਔਰਤ ਤੇ ਮਰਦ ਦਾ ਭੇਸ ਨਾ ਹੋਵੇ।
ਠੀਕ ਹੈ ਨਾ, ਵੀ ਔਰਤਾਂ ਮਰਦਾਂ ਵਾਲੇ ਕੱਪੜੇ ਨਾ ਪਾਵੇ। ਕਈ ਸੰਦੇਸ਼ ਦੇ ਚਰਚਾਂ ਦੇ ਵਿੱਚ ਔਰਤਾਂ ਕੀ ਕਰ ਰਹੀਆਂ ਨੇ, ਬਾਈਬਲ 'ਚ ਲਿਖਿਆ, ਭਾਈ ਬ੍ਰੈਨਮ ਨੇ ਕਿਹਾ ਤੁਸੀਂ ਉਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹ ਬਿਜ਼ਨਸ ਨਹੀਂ ਕਰ ਸਕਦੇ ਜਿਹੜਾ ਬਿਜ਼ਨਸ ਵਚਨ ਤੋਂ ਬਾਹਰ ਆ। ਸ਼ਰਾਬ ਦਾ ਕੰਮ ਨਹੀਂ ਕਰ ਸਕਦੇ, ਨਸ਼ਿਆਂ ਦਾ ਕੰਮ ਨਹੀਂ ਕਰ ਸਕਦੇ, ਬਿਊਟੀ ਪਾਰਲਰ ਦਾ ਕੰਮ ਨਹੀਂ ਕਰ ਸਕਦੇ, ਠੀਕ ਹੈ। ਉਸੇ ਤਰ੍ਹਾਂ ਇੱਕ ਕੰਮ ਹੈ ਨਰਸਿੰਗ ਦਾ। ਜੇ ਕੋਈ ਸੰਦੇਸ਼ ਦਾ ਭੈਣ ਹੈ, ਉਹ ਨਰਸਿੰਗ ਦਾ ਕੋਰਸ ਨਹੀਂ ਕਰ ਸਕਦੀ, ਕਿਉਂਕਿ ਨਰਸਿੰਗ ਦੇ ਕੋਰਸ ਦੇ ਵਿੱਚ ਪੈਂਟਾਂ ਪਾਈਆਂ ਜਾਂਦੀਆਂ ਹੈ ਡਿਊਟੀ ਤੇ ਇਹੋ ਜਿਹੇ ਕਈ ਨਿਕੰਮੇ ਪਾਸਟਰ ਆ, ਉਹ ਦਸ਼ਮਾਸ਼ ਖਾਈ ਜਾਂਦੇ ਲੈ ਕੇ, ਉਹ ਕਹਿੰਦੇ ਡਿਊਟੀ ਆ। ਤੇ ਕਈ ਇਹੋ ਜਿਹੀ ਸੰਦੇਸ਼ ਦੀਆਂ ਭੈਣਾਂ ਆ, ਉਸ ਕੰਟਰੀ ਤੋਂ ਬਾਹਰ ਜਾ ਕੇ ਡਿਊਟੀ ਕਰ ਰਹੀਆਂ ਆ, ਕੋਈ ਦੁਬਈ ਦੇ ਵਿੱਚ, ਕੋਈ ਮਲੇਸ਼ੀਆ ਵਿੱਚ, ਕੋਈ ਕਿੱਥੇ ਹੈ ਸੰਦੇਸ਼ ਦੇ ਵਿੱਚ, ਤੇ ਪਾ ਰਹੀਆਂ ਨੇ ਪੈਂਟਾਂ। ਤੇ ਕੀ ਵਚਨ, ਹੁਣ ਉੱਥੇ ਜਾ ਕੇ ਵਚਨ ਖਤਮ ਹੋ ਗਿਆ? ਉਸ ਦੇਸ਼ 'ਚ ਵਚਨ ਲਾਗੂ ਨਹੀਂ ਹੁੰਦਾ, ਉਸ ਦੇਸ਼ ਦੇ ਵਿੱਚ ਵੀ ਵਚਨ ਲਾਗੂ ਹੁੰਦਾ ਹੈ। ਇਸ ਕਰਕੇ ਤੁਸੀਂ ਦੇਖੋ ਕਿੱਦਾਂ ਲੋਕੀ ਜੀਵਨ ਨਾਸ਼ ਕਰ ਰਹੇ ਆ ਗਲਤ ਗਾਈਡ ਦੇ ਪਿੱਛੇ ਲੱਗ ਕੇ। ਜੇ ਕੋਈ ਸੰਦੇਸ਼ ਦਾ ਸੇਵਕ ਹੈ, ਪਹਿਲਾਂ ਉਹਨੂੰ ਪਛਾਣ ਕਰੋ, ਉਹ ਲਾਲਚੀ ਤਾਂ ਨਹੀਂ, ਉਹ ਹਰਾਮਕਾਰ ਤਾਂ ਨਹੀਂ, ਉਹ 2 ਵਿਆਹ ਕੀਤਾ ਹੋਇਆ ਤਾਂ ਨਹੀਂ ਹੈ ਕਿਤੇ, ਉਹ ਸੰਸਾਰਿਕ ਤਾਂ ਨਹੀਂ ਹੈ, ਸੰਸਾਰ ਦਾ ਮੋਹ ਤਾਂ ਨਹੀਂ ਰੱਖਦਾ ਕਿਤੇ। ਜੇ ਇਸ ਤਰ੍ਹਾਂ ਹੈ ਤਾਂ ਉਹਨੂੰ ਛੱਡੋ ਤੇ ਲੱਭੋ ਕਿੱਥੇ ਹੈ ਸੱਚਾ ਸੇਵਕ। ਲੇਕਿਨ ਇੱਥੇ ਉਹ ਕੰਮ ਨਹੀਂ ਹੈ। ਇੱਥੇ ਵਚਨ ਦੀ ਡਾਂਗ ਫੇਰੀ ਜਾਂਦੀ ਹੈ, ਜਿਹਨੂੰ ਪਸੰਦ ਹੈ ਚਰਚ ਆਓ, ਜਿਹਨੇ ਨਹੀਂ ਆਣਾ ਨਾ ਆਓ, ਸਿੱਧੀ ਜੀ ਗੱਲ ਆ। ਇੱਥੇ ਉਹੀ ਪ੍ਰਚਾਰ ਹੁੰਦਾ ਜੋ ਖੁਦਾ ਦੁਆਰਾ ਬੋਲਿਆ ਜਾਂਦਾ ਹੈ, ਠੀਕ ਹੈ ਨਾ, ਕਿਉਂਕਿ ਪਵਿੱਤਰ ਆਤਮਾ ਹਮੇਸ਼ਾ ਸੁਧਾਰ ਕਰਦਾ। ਇਸ ਗੱਲ ਨੂੰ ਯਾਦ ਰੱਖਣਾ। ਅੱਜ ਲੋਕ ਕਹਿੰਦੇ ਸਾਡੇ ਕੋਲ ਪਵਿੱਤਰ ਆਤਮਾ ਆ, ਬੜੇ ਚਰਚਾ ਤੁਸੀਂ ਦੇਖ ਲਓ, ਮਿਸ਼ਨਾਂ 'ਚ ਚਲ ਜਾਓ, ਭਾਵੇਂ ਤੁਸੀਂ ਚਲ ਜਾਓ ਐਂਡ ਟਾਈਮ ਮੈਸੇਜ ਦੇ ਵਿੱਚ, ਉਹ ਕਹਿੰਦੇ ਸਾਡੇ ਕੋਲ ਪਵਿੱਤਰ ਆਤਮਾ। ਜੇ ਭਾਈ ਤੇਰੇ ਕੋਲ ਪਵਿੱਤਰ ਆਤਮਾ, ਤੇਰੇ ਜੀਵਨ ਦਾ ਸੁਧਾਰ ਕਿਉਂ ਨਹੀਂ ਹੋਇਆ? ਜੀਵਨ ਦਾ ਤੇਰਾ ਬੋਲਦਾ ਹੀ ਨਹੀਂ ਹੈ। ਤੁਹਾਡਾ ਜੀਵਨ ਬੋਲਣਾ ਚਾਹੀਦਾ ਹੈ ਵੀ ਤੁਸੀਂ ਮਸੀਹ ਹੋ। ਤੁਹਾਡੇ ਜੀਵਨ ਦੀ ਇੱਕ ਗਵਾਹੀ ਹੋਣੀ ਚਾਹੀਦੀ ਆ ਵੀ ਤੁਸੀਂ ਇੱਕ ਮਸੀਹ ਹੋ। ਲੇਕਿਨ ਨਾ ਤੁਹਾਡਾ ਜੀਵਨ ਬੋਲਦਾ, ਨਾ ਤੁਹਾਡੇ ਜੀਵਨ ਦੇ ਵਿੱਚ ਕੋਈ ਗਵਾਹੀ ਹੈ, ਤੇ ਤੁਸੀਂ ਕਾਹਦੇ ਮਸੀਹ ਹੋ? ਤੁਸੀਂ ਦੁਸ਼ਟ ਆਤਮਾ ਗ੍ਰਸਤ ਹੋ। ਇਸ ਗੱਲ ਨੂੰ ਯਾਦ ਰੱਖਣਾ ਹੈ। ਦੁਸ਼ਟ ਆਤਮਾਵਾਂ ਤੁਹਾਡੇ ਅੰਦਰ ਹਨ ਜੋ ਤੁਹਾਨੂੰ ਖੁਦਾ ਦੇ ਕੰਮ ਕਰਨ ਤੋਂ ਰੋਕਦੀ ਹੈ, ਤੁਹਾਨੂੰ ਸੰਸਾਰ 'ਚ ਵਾੜਦੀ ਹੈ। ਦੁਸ਼ਟ ਆਤਮਾ ਗ੍ਰਸਤ ਲੋਕ ਹੋ ਤੁਸੀਂ, ਚਾਹੇ ਤੁਸੀਂ ਸੰਦੇਸ਼ ਦੇ ਸੇਵਕ ਹੋ, ਚਾਹੇ ਸੰਦੇਸ਼ ਦੇ ਵਿਸ਼ਵਾਸੀ ਹੋ। ਜੇ ਤੁਸੀਂ ਆਪਣੀ ਕਲੀਸਿਆ ਵਿੱਚ ਡਾਂਟਦੇ ਨਹੀਂ ਹੋ, ਭੈਣ ਤੂੰ ਦੁਬਈ 'ਚ ਨੌਕਰੀ ਕਰ ਰਹੀ ਹੈ, ਤੂੰ ਪੈਂਟ ਨਹੀਂ ਪਾ ਸਕਦੀ, ਤੇਰਾ ਦਸ਼ਮਾਰਥ ਨਹੀਂ ਚਾਹੀਦਾ ਮੈਨੂੰ, ਠੀਕ ਹੈ ਨਾ, ਫਿਰ ਤਾਂ ਤੁਸੀਂ ਆਤਮਾ ਨਾਲ ਭਰੇ ਹੋਏ ਹੋ। ਜੇ ਤੁਸੀਂ ਕਹਿੰਦੇ ਅਸੀਂ ਸਾਨੂੰ ਨਹੀਂ ਪਤਾ ਜੀ ਕਿਹੜੇ ਦੇਸ਼ 'ਚ ਕੀ ਕਰ ਰਹੇ ਨੇ, ਠੀਕ ਹੈ, ਤੁਹਾਨੂੰ ਪਤਾ ਆ ਵੀ ਜਿੱਥੇ ਮਰਜ਼ੀ ਚੱਲ ਜਾਓ ਨਰਸਾਂ ਨੇ ਪੈਂਟਾਂ ਹੀ ਪਾਣੀਆਂ, ਤੇ ਤੁਸੀਂ ਕਿਉਂ ਦਸ਼ਮਾਨ ਖਾ ਰਹੇ ਹੋ ਜੀ ਉਹਦਾ? ਡਾਂਟੋ ਬਿਠਾਓ ਉਹਨੂੰ ਕਿ ਭੈਣ ਛੱਡਾ ਨੌਕਰੀ। ਫਿਰ ਤਾਂ ਤੁਸੀਂ ਮੰਨਿਆ ਪਵਿੱਤਰ ਆਤਮਾ ਨਾਲ ਭਰੇ ਹੋਏ ਸੇਵਕ ਹੋ। ਜੇ ਤੁਸੀਂ ਕੰਪਰਮਾਈਜ਼ ਕਰੀ ਜਾਂਦੇ ਹੋ, ਤੁਸੀਂ ਦੁਸ਼ਟ ਆਤਮਾ ਗ੍ਰਸਤ ਹੋ। ਕਿਉਂਕਿ ਮੈਂ ਕਿਸ ਤੋਂ ਡਰਦਾ ਨਹੀਂ ਆ। ਕੋਈ ਵੀ ਸੇਵਕ, ਕੋਈ ਵੀ ਵਿਸ਼ਵਾਸੀ ਐਂਡ ਟਾਈਮ ਮੈਸੇਜ ਦਾ ਮੇਰੇ ਨਾਲ ਜਦੋਂ ਮਰਜ਼ੀ ਆ ਕੇ ਗੱਲ ਕਰ ਸਕਦਾ, ਮੈਂ ਕਿਸ ਤੋਂ ਨਹੀਂ ਡਰਦਾ। ਕਿਉਂਕਿ ਜਿਹਦੇ ਕੋਲ ਵਚਨ ਦੀ ਤਲਵਾਰ ਹੈ, ਪਵਿੱਤਰ ਆਤਮਾ ਹੈ, ਉਹ ਕਿਸ ਦਾ ਭੈ ਨਹੀਂ ਖਾਂਦਾ, ਠੀਕ ਹੈ ਨਾ। ਇਸ ਗੱਲ ਨੂੰ ਯਾਦ ਰੱਖਣਾ ਹਮੇਸ਼ਾ। ਲੇਕਿਨ ਬੜੇ ਨਿਕੰਮੇ ਤੁਰੇ ਫਿਰਦੇ ਇੱਥੇ ਜਿਹੜੇ ਲੋਕਾਂ ਦੇ ਜੀਵਨ ਨੂੰ ਖਰਾਬ ਕਰ ਰਹੇ ਹਨ। ਬਾਈਬਲ ਤਾਂ ਕਹਿੰਦੀ ਇੱਕ ਬਿੰਦੀ ਟਿੱਪੀ ਤੁਸੀਂ ਟਾਲ ਨਹੀਂ ਸਕਦੇ। ਅੱਜ ਦੇ ਫੱਕੀ ਫਰੀਸੀ ਕੌਣ ਹੈ? ਪਹਿਲਾਂ ਤਾਂ ਕਿਹਾ ਜਾਂਦਾ ਸੀ ਜੀ ਫੱਕੀ ਫਰੀਸੀ ਯੀਸ਼ੂ ਮਸੀਹ ਨਾਲ ਨਫ਼ਰਤ ਕਰਦੇ ਸੀ। ਅੱਜ ਦੇ ਫੱਕੀ ਫਰੀਸੀ ਐਂਡ ਟਾਈਮ ਮੈਸੇਜ ਦੇ ਪਾਸਟਰ ਹਨ ਜੋ ਕੰਪਰਮਾਈਜ਼ ਕਰਦੇ ਆ ਵਚਨ ਦੇ ਵਿੱਚ। ਅੱਜ ਦੇ ਫੱਕੀ ਫਰੀਸੀ, ਇਸ ਗੱਲ ਨੂੰ ਯਾਦ ਰੱਖੋ। ਇਸ ਕਰਕੇ ਆਪਣੇ ਆਪਣੇ ਜੀਵਨ ਨੂੰ ਸੁਧਾਰ ਲਓ। ਹਰ ਇੱਕ ਬੰਦਾ, ਚਾਹੇ ਉਹ ਕੋਈ ਵਿਸ਼ਵਾਸੀ ਹੋਵੇ, ਚਾਹੇ ਉਹ ਕੋਈ ਸੇਵਕ ਹੋਵੇ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ, ਜੇ ਤੁਸੀਂ ਜਿਹੜੇ ਸੇਵਕ ਕੋ ਜਾ ਰਹੇ ਹੋ, ਉਸ ਸੇਵਕ ਦਾ ਜੀਵਨ ਚੈੱਕ ਕਰੋ। ਉਹ ਸੇਵਕ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੈ ਕਿ ਉਹ ਲਾਲਚ ਤੇ ਸੰਸਾਰ ਦੇ ਨਾਲ ਭਰਿਆ ਹੋਇਆ ਤਾਂ ਨਹੀਂ ਕਿਤੇ। ਚੈੱਕ ਕਰੋ ਉਸ ਦਾ ਜੀਵਨ। ਕੀ ਉਹਦਾ ਸ਼ਾਦੀ ਇੱਕ ਹੋਈ ਹੈ? ਕਿਤੇ 2-2 3-3 ਵਿਆਹ ਕਰਕੇ ਤਾਂ ਨਹੀਂ ਸੇਵਕਾਈ ਕਰੀ ਜਾਂਦਾ। ਇਸ ਚੀਜ਼ਾਂ ਨੂੰ ਨੋਟ ਕਰੋ। ਕੀ ਉਹ ਤੁਹਾਨੂੰ ਡਾਂਟਦਾ ਆ ਜੇ ਤੁਸੀਂ ਗਲਤੀ ਕਰਦੇ ਹੋ? ਤੁਸੀਂ ਸੰਸਾਰ 'ਚ ਜਾਂਦੇ ਹੋ, ਜੇ ਉਹ ਤੁਹਾਨੂੰ ਕਹਿੰਦਾ ਤੁਰੇ ਫਿਰੋ ਜਿੱਥੇ ਮਰਜ਼ੀ, ਦਸ਼ਮਾਸ਼ ਦੇ ਦਿਆ ਕਰੋ। ਫਿਰ ਉਹ ਸੇਵਕ ਨਹੀਂ ਹੈ, ਉਹ ਸ਼ੈਤਾਨ ਹੈ, ਲੂਸੀਫਰ ਦੀ ਔਲਾਦ ਹੈ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਹੈ DNA ਵਚਨ DNA ਟੈਸਟ ਆ। ਭਾਈ ਬ੍ਰੈਨਮ ਕਹਿੰਦੇ ਵਚਨ ਕੀ ਆ? ਵਚਨ DNA ਟੈਸਟ ਆ। ਮੰਨ ਲਓ ਕੋਈ ਭੈਣ ਕਹਿ ਦੇਵੇ, ਕੋਈ ਔਰਤ ਕਹਿ ਦੇਵੇ ਵੀ ਮੇਰੇ ਪੇਟ 'ਚ ਜੀ ਉਹਦਾ ਬੱਚਾ ਆ, ਠੀਕ ਹੈ ਨਾ, ਮੈਂ ਉਹਦੀ ਸੰਤਾਨ ਆ,
ਮੇਰੇ ਜਿਹੜਾ ਮੇਰਾ ਬੱਚਾ ਆ ਉਹਦਾ ਬੱਚਾ ਆ ਕਿਸੇ ਹੋਰ ਦਾ ਬੱਚਾ, ਫਿਰ ਕੀ ਹੁੰਦਾ ਕੋਰਟ ਦੇ ਵਿੱਚ ਕੀ ਕਹਿੰਦਾ ਆਰਡਰ ਦਿੱਤਾ ਜਾਂਦਾ, ਟੈਸਟ ਕਰਾਇਆ ਜਾਂਦਾ ਡੀਐਨਏ ਟੈਸਟ। ਡੀਐਨਏ ਟੈਸਟ ਦੇ ਦੁਆਰਾ ਪਤਾ ਲੱਗ ਜਾਂਦਾ ਆ ਵੀ ਜਿਹੜੀ ਇਹ ਭੈਣ ਇੱਕ ਔਰਤ ਦਾਵਾ ਕਰ ਰਹੀ ਆ ਵੀ ਇਹ ਬੱਚਾ ਉਸ ਭਾਈ ਦਾ ਆ, ਉਸ ਅਮੀਰ ਮਨੁੱਖ ਦਾ ਆ, ਇਹ ਸੱਚ ਹੈ ਕਿ ਨਹੀਂ ਹੈ। ਡੀਐਨਏ ਟੈਸਟ 'ਚ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਵਚਨ ਵੀ ਡੀਐਨਏ ਟੈਸਟ ਹੈ। ਜਦੋਂ ਤੁਹਾਨੂੰ ਵਚਨ ਦੇ ਵਿੱਚੋਂ ਲੰਘਣਾ ਪਵੇਗਾ ਪਤਾ ਲੱਗ ਜਾਵੇਗਾ ਤੁਸੀਂ ਸ਼ੈਤਾਨ ਦੀ ਸੰਤਾਨਾਂ ਹੋ ਜਾਂ ਫਿਰ ਖੁਦਾ ਦੀ ਸੰਤਾਨਾਂ ਹੋ। ਸਾਫ਼ ਤੇ ਸਪਸ਼ਟ ਗੱਲ ਆ। ਇਸ ਕਰਕੇ ਬੜੇ ਲੋਕ ਕਹਿੰਦੇ ਆ ਵੀ ਬੜੀ ਸਖਤੀ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਇਸ ਸਥਾਨ ਦੇ ਵਿੱਚ, ਤੇ ਜੀਵਨ ਕਾਦੇ ਵਿੱਚ ਆ? ਡਾਂਡ ਦੇ ਵਿੱਚ ਜੀਵਨ ਹੈ, ਤਾੜ ਦੇ ਵਿੱਚ ਜੀਵਨ ਹੈ। ਲੇਕਿਨ ਜਿਹੜਾ ਕਹਿੰਦਾ ਮੈਂ ਤਾੜ ਨੂੰ ਨਹੀਂ ਸਹਿ ਸਕਦਾ ਉਹ ਹਰਾਮ ਦਾ ਆ। ਹੁਣ ਤੁਸੀਂ ਚੈੱਕ ਕਰ ਲਓ ਤੁਸੀਂ ਹਰਾਮ ਦੇ ਹੋ ਇਸ ਸਥਾਨ 'ਚ ਬੈਠੇ ਜਾਂ ਫਿਰ ਖੁਦਾ ਦੀ ਸੰਤਾਨਾਂ ਹੋ। ਜੇ ਹਰਾਮ ਦੇ ਹੋ ਤੇ ਤੁਸੀਂ ਡੀਐਨਏ ਟੈਸਟ ਦੇ ਵਿੱਚੋਂ ਫੇਲ ਹੋ ਜਾਵੋਗੇ, ਵਚਨ ਦੇ ਵਿੱਚੋਂ ਤੁਸੀਂ ਫੇਲ ਹੋ ਜਾਵੋਗੇ, ਕਿਉਂਕਿ ਨਬੀ ਕਹਿੰਦਾ ਵਚਨ ਡੀਐਨਏ ਟੈਸਟ ਹੈ। ਜਦੋਂ ਤੁਹਾਡੇ ਉੱਪਰ ਕੋਈ ਵਿਪਤਾ ਆਵੇਗੀ ਤੁਸੀਂ ਭੱਜੋਗੇ, ਓਹੋ ਮੈਂ ਨਹੀਂ ਛੱਡਣਾ ਆਪਣੀ ਨੌਂ ਨੂੰ, ਉਹ ਇਜ਼ਬਲ ਮੈਨੂੰ ਬੜੀ ਪਿਆਰੀ ਲੱਗਦੀ ਆ, ਮੈਂ ਆਪਣੇ ਮੁੰਡੇ ਨੂੰ ਨਹੀਂ ਛੱਡਣਾ, ਮੈਂ ਆਪਣੀ ਭੈਣ ਨੂੰ ਨਹੀਂ ਛੱਡਣਾ ਹੈ। ਇਹ ਉੱਥੇ ਪਤਾ ਲੱਗੂਗਾ ਵੀ ਤੁਸੀਂ ਕੀ ਕਰਦੇ ਆ। ਖੁਦਾ ਦਾ ਵਚਨ ਕਹਿੰਦਾ ਹੇ ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ ਜਾ। ਸਮਾਂ ਜ਼ਿਆਦਾ ਨਹੀਂ ਹੈ, ਆਪਣੇ ਆਪਣੇ ਜੀਵਨ ਨੂੰ ਸੁਧਾਰੋ। ਸਮਾਂ ਬੀਤਦਾ ਜਾ ਰਿਹਾ ਹੈ, ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਕੀਮਤੀ ਹੈ। ਨਬੀ ਕਹਿੰਦਾ ਤੁਹਾਡਾ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਤੁਹਾਡਾ ਮਸੀਹ ਜੀਵਨ ਹੋਣਾ ਚਾਹੀਦਾ ਹੈ। ਹਰ ਇੱਕ ਮਿੰਟ ਹਰ ਇੱਕ ਸੈਕਿੰਡ ਤੁਸੀਂ ਮਸੀਹ ਜੀਵਨ ਜੀਵੋ, ਕਿਉਂਕਿ ਸੰਤ ਪੌਲੁਸ ਨੇ ਕਿਹਾ ਸੀਗਾ ਹੁਣ ਮੈਂ ਤਾਂ ਨਹੀਂ ਜਿਉਂਦਾ। ਜਦੋਂ ਦਮਿਸ਼ਕ ਦੇ ਰਾਹ ਤੇ ਸੰਤ ਪੌਲੁਸ ਨੂੰ ਘੋੜੇ ਤੇ ਜਾ ਰਿਹਾ ਸੀ, ਖੁਦਾ ਨੇ ਦਰਸ਼ਨ ਦਿੱਤਾ, ਘੋੜੇ ਤੋਂ ਥੱਲੇ ਡਿੱਗ ਪਿਆ ਤੇ ਯਿਸੂ ਮਸੀਹ ਨੇ ਕਿਹਾ ਤੂੰ ਮੈਨੂੰ ਕਿਉਂ ਸਤਾਨਾ ਹੈ? ਤੇ ਉਹਨੇ ਕਿਹਾ ਪ੍ਰਭੂ ਜੀ ਤੂੰ ਕੌਣ ਹੈ? ਉਹਨੇ ਕਿਹਾ ਮੈਂ ਯਿਸੂ ਮਸੀਹ ਹਾਂ ਜਿਹਨੂੰ ਤੂੰ ਸਤਾਨਾ ਹੈ। ਤੇ ਫਿਰ ਉਹੀ ਸੰਤ ਪੌਲੁਸ ਕੀ ਕਹਿੰਦਾ ਹੁਣ ਮੈਂ ਨਹੀਂ ਮੇਰੇ ਵਿੱਚ ਮਸੀਹ ਜਿਉਂਦਾ ਹੈ। ਹੁਣ ਮੈਂ ਤਾਂ ਨਹੀਂ ਮੇਰੇ ਵਿੱਚ ਮਸੀਹ ਜਿਉਂਦਾ ਹੈ। ਹੁਣ ਤੁਸੀਂ ਦੱਸੋ ਤੁਹਾਡੀ ਕੀ ਗਵਾਹੀ ਹੈ? ਤੁਹਾਡੇ ਅੰਦਰ ਕੌਣ ਜੀ ਰਿਹਾ ਹੈ? ਮਸੀਹ ਜੀ ਰਿਹਾ ਹੈ ਜਾਂ ਤੁਹਾਡੇ ਰਿਸ਼ਤੇਦਾਰ ਜੀ ਰਹੇ ਹਨ, ਸੰਸਾਰ ਜੀ ਰਿਹਾ, ਤੁਹਾਡੇ ਮੁੰਡੇ ਕੁੜੀਆਂ ਜੀ ਰਹੇ ਆ ਤੁਹਾਡੇ ਅੰਦਰ, ਤੁਹਾਡੀਆਂ ਨੋਹਾਂ ਜੀ ਰਹੀਆਂ? ਕੌਣ ਜੀ ਰਿਹਾ ਤੁਹਾਡੇ ਅੰਦਰ? ਤੁਹਾਡੇ ਭੈਣ ਭਾਈ ਜੀ ਰਹੇ ਹਨ? ਕੌਣ ਜੀ ਰਿਹਾ ਹੈ ਤੁਹਾਡੇ ਅੰਦਰ, ਮਸੀਹ ਜਾਂ ਫਿਰ ਸੰਸਾਰ? ਜੇ ਤੁਹਾਡੇ ਅੰਦਰ ਮਸੀਹ ਜੀ ਰਿਹਾ ਹੈ ਤੇ ਤੁਸੀਂ ਖੁਦਾ ਦੇ ਕੰਮ ਕਰੋਗੇ। ਜੇ ਤੁਹਾਡੇ ਅੰਦਰ ਸੰਸਾਰ ਜੀ ਰਿਹਾ ਹੈ ਤਾਂ ਤੁਸੀਂ ਲੋਕਾਂ ਨੂੰ ਖੁਸ਼ ਕਰਦੇ ਫਿਰੋਗੇ। ਫਿਰ ਇਹ ਉਹ ਸੇਵਕਾ ਹੀ ਨਹੀਂ ਹੈ ਮੇਰੇ ਭੈਣ ਭਾਈ ਜਿੱਥੇ ਤੁਸੀਂ ਲੋਕਾਂ ਨੂੰ ਖੁਸ਼ ਕਰੋ। ਇਹ ਪਵਿੱਤਰ ਆਤਮਾ ਦੁਆਰਾ ਦਿੱਤੀ ਹੋਈ ਰਸੂਲਾਂ ਦੀ ਸੇਵਕਾ ਹੀ ਹੈ ਜਿੱਥੇ ਤੁਹਾਨੂੰ ਮਰਨਾ ਪਵੇਗਾ। ਕਿਉਂਕਿ ਪ੍ਰਭੂ ਨੇ ਕਿਹਾ ਜਿੱਦ ਤੱਕ ਬੀਜ ਮਰਦਾ ਨਹੀਂ ਹੈ ਉਹ ਅੰकुरित ਨਹੀਂ ਹੁੰਦਾ। ਠੀਕ ਹੈ ਨਾ। ਬੜੇ ਲੋਕ ਕਿਸਾਨ ਆ ਜਿਹੜੇ ਉਹ ਬੀਜ ਬੀਜਦੇ, ਉਹਨਾਂ ਨੂੰ ਪਤਾ ਇਸ ਗੱਲ ਦਾ। ਜਦੋਂ ਤੱਕ ਤੁਸੀਂ ਕਣਕ ਦੇ ਬੀਜ ਨੂੰ ਬੀਜਦੇ ਨਹੀਂ ਹੋ, ਕਣਕ ਦਾ ਬੀਜ ਧਰਤੀ ਜਾ ਕੇ ਕੀ ਹੁੰਦਾ ਸੜ ਜਾਂਦਾ ਹੈ। ਲੇਕਿਨ ਇੱਕ ਦਿਨ ਆਉਂਦਾ ਹੈ ਉਹ ਅੰकुरित ਹੁੰਦਾ ਹੈ, ਉਹ ਹੋਰ ਸਾਰੇ ਬੀਜਾਂ ਨੂੰ ਨਾਲ ਲੈ ਕੇ ਆਉਂਦਾ ਹੈ। ਜੇ ਤੁਸੀਂ ਇਸ ਸੰਸਾਰ ਤੋਂ ਮਰੋਗੇ ਤਾਂ ਤੁਸੀਂ ਬਹੁਤ ਸਾਰੀਆਂ ਰੂਹਾਂ ਨੂੰ ਜਿੱਤੋਗੇ। ਹੁਣ ਤੁਸੀਂ ਆਪ ਸੋਚੋ ਤੁਹਾਡੇ ਅੰਦਰ ਕੌਣ ਜਿਉਂਦਾ ਹੈ? ਸੰਤ ਪੌਲੁਸ ਨੇ ਕਿਹਾ ਸੀ ਹੁਣ ਮੈਂ ਤਾਂ ਨਹੀਂ ਮੇਰੇ ਅੰਦਰ ਮਸੀਹ ਜਿਉਂਦਾ ਹੈ। ਹੁਣ ਤੁਸੀਂ ਆਪਣੇ ਆਪਣੇ ਜੀਵਨਾਂ ਨੂੰ ਚੈੱਕ ਕਰੋ ਤੁਹਾਡੇ ਅੰਦਰ ਕੌਣ ਜੀ ਰਿਹਾ ਹੈ। ਐਂਡ ਟਾਈਮ ਮੈਸੇਜ ਦੇ ਪਾਸਟਰ ਆਪਣੇ ਆਪ ਨੂੰ ਚੈੱਕ ਕਰਨ ਵੀ ਉਹਨਾਂ ਦੇ ਅੰਦਰ ਕੀ ਜੀ ਰਿਹਾ ਹੈ, ਲਾਲਚ ਜਾਂ ਫਿਰ ਵਚਨ। ਇਸ ਕਰਕੇ ਆਪਣੇ ਆਪਣੇ ਜੀਵਨਾਂ ਦਾ ਸੁਧਾਰ ਕਰੋ। ਮੈਂ ਕਿਸ ਦਾ ਲਿਆ ਨਹੀਂ ਲੈਂਦਾ, ਕੋਈ ਸੇਵਕ ਹੋਵੇ ਸੰਦੇਸ਼ ਦਾ, ਚਾਹੇ ਹੋਵੇ ਕੋਈ ਵਿਸ਼ਵਾਸੀ। ਜਿਹੜਾ ਵਚਨ ਤੋਂ ਬਾਹਰ ਆ ਉਹ ਸ਼ੈਤਾਨ ਕੀ ਸੰਤਾਨ, ਸਿੱਧੀ ਜੀ ਗੱਲ ਆ। ਠੀਕ ਹੈ ਨਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ। ਅਸੀਂ ਕੱਢਾਂਗੇ ਮੱਤੀ 15 ਦੀ ਇੱਕ ਕੱਢਾਂਗੇ। ਮੱਤੀ 15 ਦੀ ਇੱਕ ਵਿੱਚ ਲਿਖਿਆ ਤਦ ਫਰੀਸੀਆਂ ਤੇ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯੀਸ਼ੂ ਦੇ ਕੋਲ ਆਣ ਕੇ ਕਿਹਾ ਤੇਰੇ ਚੇਲੇ ਵੱਡੀਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਉਹ ਰੋਟੀ ਖਾਣ ਵੇਲੇ ਹੱਥ ਨਹੀਂ ਧੋਂਦੇ। ਹੁਣ ਜਿਹੜੇ ਫੱਕੀ ਫਰੀਸੀ ਸੀ ਜਿਨ੍ਹਾਂ ਨੂੰ ਨਬੀ ਨੇ ਐਕਟਰ ਕਿਹਾ ਆ, ਇਹ ਐਕਟਰ ਕੀ ਕਹਿ ਰਹੇ ਆ, ਇਹ ਫੱਕੀ ਫਰੀਸੀ ਕੀ ਕਹਿ ਰਹੇ ਉਸ ਸਮੇਂ ਦੇ ਪ੍ਰਭੂ ਯਿਸੂ ਮਸੀਹ ਨੂੰ? ਤੇਰੇ ਚੇਲੇ ਰੋਟੀ ਖਾਣ ਵੇਲੇ ਹੱਥ ਨਹੀਂ ਧੋਂਦੇ।
ਉਹ ਕਹਿੰਦੇ ਤੇਰੇ ਚੇਲੇ ਹੱਥ ਨਹੀਂ ਧੋਂਦੇ ਰੋਟੀ ਖਾਣ ਵੇਲੇ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਫਿਰ ਪ੍ਰਭੂ ਯੀਸ਼ੂ ਮਸੀਹ ਨੇ ਕੀ ਕਿਹਾ ਉਹਨਾਂ ਨੂੰ ਕਿਹਾ ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਖੁਦਾ ਦੇ ਹੁਕਮ ਦੀ ਉਲੰਘਣ ਕਰਦੇ ਹੋ। ਨਬੀ ਕਹਿੰਦਾ ਪ੍ਰਭੂ ਕਹਿੰਦਾ ਤੁਸੀਂ ਵੀ ਆਪਣੇ ਖੁਦਾ ਦੀ ਉਲੰਘਣਾ ਕਰਦੇ ਹੋ। ਕਿਉਂ? ਜੋ ਖੁਦਾ ਨੇ ਫਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ। ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲ ਤੈਨੂੰ ਲਾਭ ਹੋ ਸਕਦਾ ਸੀ ਸੋ ਭੇਟ ਹੋ ਗਿਆ, ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ। ਇਉਂ ਤੁਸੀਂ ਆਪਣੀ ਰੀਤ ਨਾਲ ਖੁਦਾ ਦੇ ਬਚਨ ਨੂੰ ਅਕਾਰਥ ਕਰ ਦਿੱਤਾ। ਹੇ ਕਪਟੀਓ, ਯਸ਼ਾਇਆ ਨੇ ਤੁਹਾਡੇ ਵਿਖੇ ਠੀਕ ਅਗੰਮਵਾ ਕੀਤਾ ਹੈ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦਾ ਦਿਲ ਮੇਥੋਂ ਦੂਰ ਹੈ। ਉਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਸਨੇ ਲੋਕਾਂ ਨੂੰ ਕੋਲ ਛੱਡ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ, ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਤਦ ਚੇਲਿਆਂ ਨੇ ਨੇੜੇ ਆਣ ਕੇ ਉਸ ਨੂੰ ਆਖਿਆ, ਭਲਾ ਤੈਨੂੰ ਮਾਲੂਮ ਹੈ ਕਿ ਜੋ ਫਰੀਸੀਆਂ ਨੇ ਇਸ ਗੱਲ ਤੋਂ ਠੋਕਰ ਖਾਧੀ। ਹੁਣ ਫਰੀਸੀ ਠੋਕਰ ਖਾ ਗਏ ਇਸ ਗੱਲ ਤੋਂ। ਉਸਨੇ ਉੱਤਰ ਦਿੱਤਾ, ਭਾਈ ਹਰੇਕ ਬੂਟਾ ਜੋ ਮੇਰੇ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁੱਟਿਆ ਜਾਵੇਗਾ। ਪ੍ਰਭੂ ਕਹਿੰਦਾ ਜਿਹੜਾ ਬੂਟਾ ਮੇਰੇ ਪਿਤਾ ਨੇ ਨਹੀਂ ਲਾਇਆ ਉਹ ਜੜੋਂ ਪੁੱਟਿਆ ਜਾਵੇਗਾ। ਹੁਣ ਜਿਹੜੇ ਠੋਕਰ ਖਾਂਦੇ ਖਾਈ ਜਾਣ, ਕੀ ਕਰ ਸਕਦੇ ਆ? ਜੋ ਵਚਨ ਨੇ ਕਹਿਣਾ ਕਰਨਾ ਤੇ ਉਹੀ ਪੈਣਾ ਹੈ। ਉਹਨਾਂ ਨੂੰ ਜਾਣ ਦਿਓ, ਉਹ ਅੰਨੇ ਆਗੂ ਹਨ, ਅਤੇ ਜੇ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ। ਹੁਣ ਆਗੂ ਦਾ ਮਤਲਬ ਕੀ ਹੋਇਆ? ਮੈਂ ਇਸ ਐਤ ਵਿੱਚ ਕਿਉਂ ਪੜਾਇਆ? ਨਬੀ ਕਹਿੰਦਾ ਬਲਾਈਂਡ ਗਾਈਡ। ਨਬੀ ਕਹਿੰਦਾ ਬਲਾਈਂਡ ਗਾਈਡ, ਇਹ ਅੰਨੇ ਆਗੂ ਹਨ। ਤੁਸੀਂ ਚੈੱਕ ਕਰੋ ਜਿਹੜੇ ਸੇਵਕ ਕੋ ਤੁਸੀਂ ਜਾ ਰਹੇ ਹੋ ਕਿਤੇ ਅੰਨਾ ਤਾਂ ਨਹੀਂ ਹੋ, ਉਹ ਤੁਹਾਨੂੰ ਸੰਸਾਰ 'ਚ ਤਾਂ ਨਹੀਂ ਤੋਰੀ ਫਿਰਦਾ। ਇਸ ਗੱਲ ਨੂੰ ਚੈੱਕ ਕਰੋ। ਉਹ ਸੰਦੇਸ਼ ਦਾ ਸੇਵਕ ਆਪਣੇ ਆਪ ਨੂੰ ਕਹਿਣ ਵਾਲਾ ਕਿਤੇ ਅੰਨਾ ਤਾਂ ਨਹੀਂ ਆ ਜਿੱਦਾਂ ਇਹ ਫੱਕੀ ਫਰੀਸੀ ਅੰਨੇ ਸੀ। ਚੈੱਕ ਕਰੋ ਆਪਣੇ ਸੇਵਕ ਦਾ ਜੀਵਨ, ਕੰਪਰਮਾਈਜ਼ ਤਾਂ ਨਹੀਂ ਕਰੀ ਜਾਂਦਾ ਕਿਤੇ ਲੋਕਾਂ ਨਾਲ। ਲੇਕਿਨ ਇਸ ਥਾਂ ਦੇ ਵਿੱਚ ਕਿਸੇ ਨਾਲ ਕੋਈ ਕੰਪਰਮਾਈਜ਼ ਨਹੀਂ ਹੋਵੇਗਾ, ਕਿਉਂਕਿ ਇਹ ਦੁਲਹਨ ਦਾ ਚਰਚ ਹੈ। ਭਾਵੇਂ ਇੱਕ ਆਵੇ, ਭਾਵੇਂ ਦੋ ਆਣ, ਭਾਵੇਂ ਕੋਈ ਵੀ ਨਾ ਆਵੇ, ਜੋ ਬਚਨ ਕਹਿੰਦਾ ਹੈ ਮੈਂ ਉਹੀ ਪ੍ਰਚਾਰਾਂਗਾ ਮੈਂ। ਕਿਉਂਕਿ ਸਾਨੂੰ ਇੱਥੇ ਪੈਸੇ ਦਾ ਲਾਲਚ ਨਹੀਂ ਹੈ ਵੀ ਭੀੜ ਵੱਧ ਜਾਵੇ ਤੇ ਪੈਸਾ ਬਹੁਤ ਆ ਜਾਊਗਾ ਜੀ। ਇੱਥੇ ਪੈਸੇ ਦਾ ਲਾਲਚ ਨਹੀਂ ਹੈ। ਇੱਥੇ ਖੁਦਾ ਨੂੰ ਸਮਰਪਿਤ ਲੋਕ ਚਾਹੀਦੇ, ਭਾਵੇਂ ਦੋ ਹੀ ਕਿਉਂ ਨਾ ਹੋਣ ਬਚਨ ਤੇ ਚੱਲਣ ਵਾਲੇ। ਮੂਸਾ ਦੇ ਨਾਲ ਲੱਖਾਂ ਦੀ ਭੀੜ ਬਾਹਰ ਆਈ, ਲੇਕਿਨ ਮੂਸਾ ਨੇ ਕਿਸ ਦਾ ਲਿਹਾਜ਼ ਨਹੀਂ ਲਿਆ। ਬਾਈਬਲ ਪੜ੍ਹ ਕੇ ਦੇਖੋ, ਮੂਸਾ ਨੇ ਕਿਸੇ ਦਾ ਲਿਹਾਜ਼ ਨਹੀਂ ਲਿਆ। ਮੂਸਾ ਨੇ ਕਿਹਾ ਯਹੋਸ਼ੂਆ ਅਤੇ ਕਲੇਬ ਬਚਨ ਤੇ ਚੱਲਣ ਵਾਲੇ, ਉਹ ਜਾਣਦਾ ਸੀਗਾ, ਉਹਨੇ ਕਿਸ ਦਾ ਲਿਹਾਜ਼ ਨਹੀਂ ਲਿਆ। ਦੋ ਹੀ ਚੱਲੇ ਬਚਨ ਤੇ, ਯਹੋਸ਼ੂਆ ਤੇ ਕਲੇਬ, ਬਾਕੀ ਕੋਈ ਵੀ ਨਹੀਂ ਚੱਲਿਆ। ਤੇ ਲੋਕ ਕਹਿ ਦਿੰਦੇ ਆ ਅਸੀਂ ਇਕੱਲੇ ਹੀ ਕਰੀਏ ਪ੍ਰਭੂ ਦੇ ਕੰਮ। ਉਹ ਭਾਈ ਜੇ ਤੁਹਾਨੂੰ ਇਕੱਲੇ ਨੂੰ ਚੁਣਿਆ ਤੇ ਇਕੱਲਾ ਹੀ ਪ੍ਰਭੂ ਦਾ ਕੰਮ ਕਰੋ। ਖੁਸ਼ ਨਸੀਬ ਹੋ ਤੁਸੀਂ ਕਿ ਤੁਹਾਨੂੰ ਇਕੱਲੇ ਨੂੰ ਖੁਦਾ ਮੌਕਾ ਦੇ ਰਿਹਾ ਆਪਣੇ ਕੰਮਾਂ ਨੂੰ ਕਰਨ ਦਾ। ਯਹੋਸ਼ੂਆ ਨੇ ਨਹੀਂ ਕਿਹਾ ਪ੍ਰਭੂ ਜੀ ਲੱਖਾਂ ਦੀ ਭੀੜ ਆਈ, ਮੂਸਾ ਨੂੰ ਨਹੀਂ ਕਿਹਾ ਉਹਨੇ ਮੈਂ ਇਕੱਲੇ ਹੀ ਕਰਾਂ ਪ੍ਰਭੂ ਦੇ ਕੰਮ, ਮੈਂ ਇਕੱਲੇ ਹੀ ਜੀਵਨ ਸਮਰਪਿਤ ਕਰਾਂ। ਲੇਕਿਨ ਉਹਨੂੰ ਪਤਾ ਸੀਗਾ ਵੀ ਮੂਸਾ ਦੇ ਅੰਦਰ ਯੀਸ਼ੂ ਮਸੀਹ ਰਹਿੰਦਾ ਹੈ ਤੇ ਉਸਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀਗਾ। ਠੀਕ ਹੈ ਨਾ? ਜੇ ਤੁਹਾਨੂੰ ਖੁਦਾਵੰਦ ਨੇ ਚੁਣਿਆ ਹੈ ਤੇ ਤੁਸੀਂ ਮੁਬਾਰਕ ਹੋ, ਧੰਨ ਹੋ। ਆਪਣੇ ਜੀਵਨ ਨੂੰ ਪ੍ਰਭੂ ਨੂੰ ਦੇ ਦੇਵੋ, ਕਿਉਂਕਿ ਖੁਦਾ ਨੇ ਤੁਹਾਡੇ ਤੇ ਲੱਖਾਂ ਦੀ ਭੀੜ ਚੋਂ ਇਕੱਲੇ ਤੇ ਕਿਰਪਾ ਕਰ ਦਿੱਤੀ ਹੈ ਵੀ ਤੁਸੀਂ ਇਕੱਲੇ ਹੀ ਸੰਦੇਸ਼ ਦਾ ਕੰਮ ਕਰੋ, ਇਕੱਲੇ ਹੀ ਖੁਦਾ ਦੀ ਅਗਵਾਈ ਦੇ ਵਿੱਚ ਚੱਲੋ। ਇਹ ਖੁਦਾ ਦੀ ਕਿਰਪਾ ਤੁਹਾਡੇ ਤੇ ਹੋਈ ਆ। ਇਹ ਆਪਣੇ ਮੰਦਰ ਜੇ ਤੁਹਾਡੇ ਅੰਦਰ ਇਹ ਸੋਚ ਆਂਦੀ ਵੀ ਮੈਂ ਇਕੱਲਾ ਖੁਦਾ ਦਾ ਕੰਮ ਕਰਾਂ, ਤੇ ਉਹ ਸੋਚ ਸ਼ੈਤਾਨੀ ਆ। ਉਹ ਸ਼ੈਤਾਨੀ ਸੋਚ ਨੂੰ ਪਰੇ ਸਿੱਟੋ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਵੋ, ਖਾਲੀ ਕਰ ਦਵੋ ਆਪਣੇ ਆਪ ਨੂੰ ਖੁਦਾ ਦੇ ਲਈ। ਠੀਕ ਹੈ ਨਾ? ਇਹਦਾ ਜੱਕੀ ਨੇ ਕੀਤਾ ਸੀਗਾ, ਕਿਉਂਕਿ ਜੱਕੀ ਜਾਣ ਗਿਆ ਸੀ ਵੀ ਮੈਨੂੰ ਭਾਰੇ ਮੁੱਲ ਦਾ ਮੋਤੀ ਮਿਲ ਗਿਆ ਹੈ, ਇਹ ਪੈਸਾ ਰੱਖ ਕੇ ਮੈਂ ਕੀ ਕਰਾਂ। ਉਹ ਕਹਿੰਦਾ ਪ੍ਰਭੂ ਜੀ ਮੈਂ ਜਿਤ ਕੋ ਜੋ ਲਿਆ ਹੈ ਸਭ ਕੁਝ ਮੋੜ ਦਿੰਦਾ ਹਾਂ ਦੁੱਗਣਾ ਕਰਕੇ। ਉਹਨੇ ਪੂਰੀ ਦੌਲਤ ਆਪਣੀ ਸਭ ਕੁਝ ਪਰੇ ਛੱਡ ਦਿੱਤੀ ਤੇ ਪ੍ਰਭੂ ਨੂੰ ਆਪਣਾ ਜੀਵਨ ਸਮਰਪਿਤ ਕੀਤਾ, ਕਿਉਂਕਿ ਉਹਨੂੰ ਯੀਸ਼ੂ ਮਸੀਹ ਜੋ ਕਿ ਭਾਰੇ ਮੁੱਲ ਦਾ ਮੋਤੀ ਹੈ ਮਿਲ ਚੁੱਕਿਆ। ਤੇ ਕੀ ਅੱਜ ਜੇ ਅਸੀਂ ਸੰਦੇਸ਼ ਦੀ ਸੇਵਕਾਈ ਦੇ ਵਿੱਚ ਹਾਂ ਤੇ ਸਾਨੂੰ ਭਾਰੇ ਮੁੱਲ ਦਾ ਮੋਤੀ ਨਹੀਂ ਮਿਲਿਆ, ਸਾਨੂੰ ਭਾਈ ਬ੍ਰੈਨਮ ਦਾ ਸੰਦੇਸ਼ ਨਹੀਂ ਮਿਲਿਆ, ਜਿਹਦੇ ਦੁਆਰਾ ਅਸੀਂ
इस जंगल विचों बाहर आना है, क्योंकि भाई ब्रैनम कौन सी? वो मार्गदर्शक सीगा, ठीक है ना। पवित्र आत्मा ਨਾਲ ਭਰਿਆ ਹੋਇਆ ਸੀ, ਉਹਨੇ ਲੋਕਾਂ ਨੂੰ ਵੰਗਾਰਿਆ, ਮਿਸ਼ਨਾਂ ਜਥੇਬੰਦੀਆਂ ਨੂੰ ਵੰਗਾਰਿਆ, ਦਿਖਾਓ ਕਿੱਥੇ ਹੈ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਬਸਮਾ, ਉਹਨੇ ਵੰਗਾਰਿਆ ਲੋਕਾਂ ਨੂੰ, ਠੀਕ ਹੈ ਨਾ। ਤੇ ਜਿਹੜੇ ਪਛਾਣ ਗਏ ਸੀ ਵੀ ਇਹ ਖੁਦਾ ਦਾ ਨਬੀ ਆ, ਉਹ ਬਾਹਰ ਆ ਗਏ। ਇਸ ਕਰਕੇ ਤੁਸੀਂ ਵੀ ਆਪਣਾ ਜੀਵਨ ਸੁਧਾਰੋ, ਆਪਣੀ ਗੰਦਗੀ ਵਾਲੇ ਜੀਵਨ ਨੂੰ ਛੱਡ ਦਵੋ। ਕਿਸ ਘੜੀ ਤੁਹਾਡੇ ਪ੍ਰਾਣ ਨਿਕਲ ਜਾਣਗੇ ਕੋਈ ਨਹੀਂ ਜਾਣਦਾ, ਠੀਕ ਹੈ ਨਾ। ਮੈਂ ਵੀ ਖੁਦਾ ਦੀ ਸੇਵਾ ਕਰਦਾ ਹਾਂ ਇਸ ਜਗ੍ਹਾ ਦੇ ਵਿੱਚ। ਕਿਸ ਸਮੇਂ ਪ੍ਰਭੂ ਕੀ ਕਰ ਦੇਵੇਗਾ ਕੋਈ ਨਹੀਂ ਜਾਣਦਾ, ਕਿਸ ਨੂੰ ਪ੍ਰਭੂ ਆਪਣੇ ਕੋਲ ਬੁਲਾ ਲਵੇ ਕੋਈ ਨਹੀਂ ਜਾਣਦਾ। ਇਸ ਕਰਕੇ ਨਬੀ ਕਹਿੰਦਾ ਤੁਹਾਡਾ ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ ਮਸੀਹ ਜੀਵਨ ਹੋਣਾ ਚਾਹੀਦਾ ਹੈ। ਜੇ ਤੁਹਾਡਾ ਜੀਵਨ ਮਸੀਹ ਨਹੀਂ ਹੈ ਤੇ ਤੁਸੀਂ ਆਪਣੇ ਆਪ ਨੂੰ ਨਾਸ਼ ਕਰ ਲਿਆ ਹੈ। ਇਸ ਕਰਕੇ ਆਪਣੇ ਜੀਵਨ ਨੂੰ ਸੁਧਾਰੋ, ਠੀਕ ਹੈ ਨਾ। ਇਸ ਕਰਕੇ ਨਬੀ ਕਹਿੰਦਾ ਅੰਨਾ ਅੰਨੇ ਦਾ ਆਗੂ ਨਹੀਂ ਹੋ ਸਕਦਾ, ਬਲਾਈਂਡ ਗਾਈਡ। ਫੱਕੀ ਫਰੀਸੀ ਬਲਾਈਂਡ ਗਾਈਡ ਸੀਗੇ, ਉਹ ਅੰਨੇ ਸੀ, ਤੇ ਅੰਨੇ ਦਾ ਆਗੂ ਨਹੀਂ ਹੋ ਸਕਦਾ ਕਦੇ ਵੀ, ਠੀਕ ਹੈ ਨਾ। ਉਹ ਅੰਨੇ ਸੀਗੇ ਤੇ ਜਿਹੜੇ ਲੋਕ ਉਹਨਾਂ ਦੇ ਪਿੱਛੇ ਲੱਗੇ ਸੀ ਉਹ ਵੀ ਅੰਨੇ ਸੀਗੇ। नबी कहता अगर अंधा अंधे का आगू हो तो दोनों टोए में गिर जाएंगे, दोनों टोए च डिग जाएंगे जे अन्ना अंधे का आगू होवे, ठीक है ना। इस करके अपने अपने जीवन का सुधार करो, ठीक है ना। जे तुसीं अपने जीवन का सुधार नहीं करते तो तुसीं गड़बड़ी दे विच हो। नबी कहता ये जहान जंगल वाली कंडीशन में है, जिहड़ा जहान आ जंगल वाली कंडीशन च, संसार एक जंगल है। तुसीं देखो सब गवाचे हुए आ, मिशना जथे बंदियां सब दे सब गवाचे हुए आ, लेकिन प्रभु दी वड्डी किरपा है, उसने कलवरी तो एक तार भेजी है। क्योंकि भाई ब्रैनम कहते जो मैं जंगल विच गया, भाई ब्रैनम कहते मैनू बड़ा तजुर्बा सी जंगल विच शिकार खेडण दा, जंगल विच इधर उधर जाण दा, मैनू सारे रास्ते पता सी। कहते मैं जंगल विच गया, मेरी पत्नी ते अपने बच्चे नू कहते मैं पहाड़ दे उपर ठहरा के चला गया, ठीक है ना। एक जगह विच भी वो अपने बच्चे नू पत्नी नू रख के चले गए उस जगह दे विच, ते भाई ब्रैनम कहते मैं जंगल दे विच चला गया। जदों जंगल दे विच भाई ब्रैनम गए ते कहते मैं बहुत अगे तक डूंगा जंगल विच चला गया। कहते मैनू पता सीगा भी मैं एक्सपीरियंस होल्डर हाँ, मैनू पता भी किद्दां किहड़े पासे तो जाना किहड़े पासे तो वापस आना। कहते मैनू बड़ा तजुर्बा सी, कहते लेकिन मैं जंगल च बहुत अगे जो चला गया ते कहते शाम पैनी शुरू हो गई। कहते मैनू लग्या भी हुण शाम पै रही है, मैं वापस चलां, मेरे बच्चा ते मेरी पत्नी मेरा इंतजार कर रही होनी। कहते मैनू चिंता हो गई अपने बच्चे दे लई, अपनी पत्नी दे लई। भाई ब्रैनम कहते मैनू चिंता हुई, कहते मैं जंगल च इन्नी अगे चला गया। तो कहते फिर मैं अपने आप को हौसला दिता। भाई ब्रैनम कहते ओहो तू बड़ा एक्सपीरियंस होल्डर ना, कोई गल नहीं। कहते हनेरी चलनी शुरू हो गई, बर्फबारी शुरू हो रही सी, ते कहते मैं सोचा भी मैं बड़ा एक्सपीरियंस होल्डर हाँ, मैं तो जंगल चों बाहर निकल जूंगा। कहते लेकिन मैनू रास्ता नहीं लभ्या। कहते मैं घूम के फिर उस स्थान ते आ जा, घूम फिर के फिर उस स्थान ते आ जा, ते कहते फिर मैनू मनना पिया भी प्रभु अज मैं फस गया। भाई ब्रैनम कहते प्रभु अज मैं भुल गया हाँ रास्ता, ठीक है ना। भाई ब्रैनम नूं एहसास होया भी मैं गवाच गया हाँ। ते भाई ब्रैनम ने फिर की कीता, उन्होंने चिंता सी अपने बच्चे की, किसी तूफान दे विच उहदा बच्चा उहदी पत्नी नूं कोई नुकसान ना हो जाए। वो घुटने पार हो गए भाई ब्रैनम, उन्होंने प्रार्थना की। भाई ब्रैनम ने प्रार्थना की, कहते प्रभु मेरी अगवाई कर। ते कहते मैनू एक वचन आया, एक आवाज आई 3 वारी। भाई ब्रैनम ने एक आवाज आई जिहदे विच लिखिया सी जबूरा दी पोथी 46 अध्याय विच, खुदा साडी पनाह ते साडा बल है, वो दुखां विच वड्डा सहायक है, इस करके असीं ना डरांगे भावें धरती उल्ट जावे। भाई ब्रैनम ने जदों ये वचन 3 वारी आया ते भाई ब्रैनम उत्साह दे विच भर गए। वो कहंदे ठीक है प्रभु मैं गवाच चुकिया हाँ, मैं अपनी अगवाई हुण आप नहीं कर सकदा। इन्ना एक्सपीरियंस होने के बावजूद भी भाई ब्रैनम जंगल विच गवाच गए। ते कहंदे मैनू थोड़ी देर बाद याद आया भी इस जंगल दे विच तां असीं तारां बिछाईयां सीगियां। ओहदे दोस्त ने, भाई ब्रैनम दे दोस्त ने, ते उहने तारां बिछाईयां सी जंगल दे विच। कहंदे मैनू याद आया भी जो तार मेरे हाथ विच लग जावे ते मैं अपनी पत्नी ते बच्चे को पहुंच जावांगा। ते की होया, उन्होंने अपने हाथ 'च बंदूक फड़ी
ਇੱਕ ਹੱਥ ਉੱਪਰ ਕੀਤਾ ਤੇ ਉੱਪਰ ਲੱਭਦੇ ਰਹੇ ਤਾਰ, ਲੇਕਿਨ ਉਹਨਾਂ ਤਾਰ ਨਹੀਂ ਸੀ ਲੱਭ ਰਹੀ। ਲੇਕਿਨ ਉਹਨਾਂ ਨੂੰ ਵਚਨ ਯਾਦ ਸੀ ਵੀ ਖੁਦਾ ਨੇ ਜੋ ਉਹਨਾਂ ਨੂੰ ਵਚਨ ਦਿੱਤਾ ਆ, ਠੀਕ ਹੈ ਨਾ, ਉਹ ਸਾਹ ਦੇ ਨਾਲ ਚੱਲਦੇ ਰਹੇ। ਇੱਕ ਹੱਥ ਥੱਕ ਗਿਆ, ਭਾਈ ਬ੍ਰਹਮ ਨੇ ਦੂਸਰਾ ਹੱਥ ਖੜਾ ਕਰ ਲਿਆ ਤੇ ਕੁਝ ਦੂਰੀ ਤੇ ਜਾ ਕੇ ਉਹ ਤਾਰ ਉਹਨਾਂ ਦੇ ਹੱਥ 'ਤੇ ਲੱਗ ਗਈ ਤੇ ਭਾਈ ਬ੍ਰਹਮ ਉਸ ਤਾਰ ਨੂੰ ਫੜ ਕੇ ਜੰਗਲ ਦੇ ਵਿੱਚੋਂ ਬਾਹਰ ਆ ਗਏ। ਤੇ ਭਾਈ ਬ੍ਰਹਮ ਕਹਿੰਦੇ ਮੈਂ ਖੁਦਾ ਦਾ ਧੰਨਵਾਦ ਕੀਤਾ, ਮੈਂ ਆਪਣੇ ਬੱਚੇ ਦੇ ਕੋਲ, ਆਪਣੀ ਪਤਨੀ ਦੇ ਕੋਲ ਸੁਰੱਖਿਅਤ ਪਹੁੰਚ ਗਿਆ। ਕਹਿੰਦੇ ਕਈ ਵਾਰ ਲੋਕ ਸੋਚਦੇ ਆ ਵੀ ਅਸੀਂ ਭਟਕੇ ਹੋਏ ਨਹੀਂ ਆ, ਸਾਨੂੰ ਕਿਸੇ ਦੀ ਲੋੜ ਨਹੀਂ ਆ, ਅਸੀਂ ਸਭ ਕੁਝ ਜਾਣਦੇ ਆ, ਤੇ ਉਹ ਮੁਸੀਬਤ ਦੇ ਵਿੱਚ ਪੈ ਜਾਂਦੇ ਆ। ਲੇਕਿਨ ਕਹਿੰਦੇ ਉਸ ਸਮੇਂ ਲੋੜ ਹੁੰਦੀ ਆ ਵੀ ਤੁਸੀਂ ਆਪਣੇ ਘੁਟਨਿਆਂ ਪਾਰ ਹੋ ਜਾਵੋ ਤੇ ਕਹੋ ਪ੍ਰਭੂ ਜੀ ਮੇਰਾ ਮਾਰਗਦਰਸ਼ਕ ਕਰ ਖੁਦਾਵੰਦ। ਕਹਿੰਦੇ ਉਹ ਤਾਰ ਕੀ ਆ? ਨਬੀ ਕਹਿੰਦਾ ਉਹ ਤਾਰ ਕੀ ਹੈ? ਨਬੀ ਕਹਿੰਦਾ ਉਹ ਤਾਰ ਪਵਿੱਤਰ ਆਤਮਾ ਹੈ। ਇਹ ਸੰਸਾਰ ਇੱਕ ਜੰਗਲ ਹੈ। ਹੁਣ ਸਾਰੇ ਲੋਕ ਗਵਾਚੇ ਹੋਏ ਆ। ਦੇਖੋ ਤੁਸੀਂ ਲੋਕ ਗਵਾਚੇ ਕਿ ਨਹੀਂ ਗਵਾਚੇ? ਤੁਸੀਂ ਦੇਖੋ ਹਰ ਇੱਕ ਬੰਦਾ ਗਵਾਚਿਆ ਹੋਇਆ, ਇੱਥੇ ਤੱਕ ਕਿ ਮਸੀਹ ਲੋਕ ਵੀ ਗਵਾਚੇ ਹੋਏ ਆ, ਮਿਸ਼ਨਾਂ ਜਥੇਬੰਦੀਆਂ ਗਵਾਚੀਆਂ ਹੋਈਆਂ, ਸੰਦੇਸ਼ ਦੇ ਵਿੱਚ ਵੀ ਲੋਕ ਗਵਾਚ ਗਏ ਨੇ ਆ ਜਾ ਕੇ। ਲੇਕਿਨ ਨਬੀ ਕਹਿੰਦਾ ਉਹ ਤਾਰ ਜਦੋਂ ਹੱਥ 'ਚ ਆ ਜਾਵੇ, ਉਹ ਤਾਰ ਪਵਿੱਤਰ ਆਤਮਾ ਹੈ। ਜਦੋਂ ਤੁਸੀਂ ਪਵਿੱਤਰ ਆਤਮਾ ਦੀ ਉਸ ਤਾਰ ਨੂੰ ਫੜ ਲਓਗੇ, ਪਵਿੱਤਰ ਆਤਮਾ ਦੀ ਗਵਾਹੀ ਦੇ ਹੇਠ ਚੱਲੋਗੇ ਤੇ ਤੁਸੀਂ ਉਸ ਜੰਗਲ 'ਚੋਂ ਪਾਰ ਹੋ ਜਾਵੋਗੇ। ਕਿਉਂਕਿ ਇਹ ਸੰਸਾਰ ਇੱਕ ਜੰਗਲ ਆ ਤੇ ਇਸ ਜੰਗਲ 'ਚੋਂ ਜੇ ਪਾਰ ਹੋਣਾ ਤੇ ਤੁਹਾਨੂੰ ਪਵਿੱਤਰ ਆਤਮਾ ਪਾਇਆ ਹੋਇਆ ਇੱਕ ਸੇਵਕ ਚਾਹੀਦਾ ਹੈ, ਜਿਹੜਾ ਸੰਸਾਰ ਤੋਂ ਮਰਿਆ ਹੋਇਆ ਹੋਵੇ, ਉਹ ਨਫ਼ਰਤ ਕਰਦਾ ਹੋਵੇ ਸੰਸਾਰ ਦੇ ਕੰਮਾਂ ਤੋਂ। ਉਹ ਸੇਵਕ ਤੁਹਾਨੂੰ ਚਾਹੀਦਾ ਹੈ, ਠੀਕ ਹੈ ਨਾ? ਕਿਉਂਕਿ ਤੁਹਾਨੂੰ ਪਤਾ, ਤੁਸੀਂ ਬਾਈਬਲ ਪੜ੍ਹ ਲਓ, ਖੁਦਾ ਦੇ ਲੋਕ ਹਮੇਸ਼ਾ ਉਹ ਲੋਕਾਂ ਦੇ ਵਿੱਚ ਮਿਕਸ ਨਹੀਂ ਰਹੇ ਜਿਹੜੇ ਲੋਕ ਗੰਦਗੀ 'ਚ ਚੱਲਦੇ ਸੀਗੇ। ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਅੱਡ ਕਰ ਲਿਆ ਸੰਸਾਰ ਤੋਂ। ਉਹਨਾਂ ਨੇ ਜੰਗਲਾਂ ਵਿੱਚ ਜੀਵਨ ਬਤੀਤ ਕੀਤੇ, ਕੱਲਿਆਂ ਨੇ ਜੀਵਨ ਬਤੀਤ ਕੀਤੇ। ਲੇਕਿਨ ਉਹ ਕਹਿੰਦੇ ਅਸੀਂ ਇਹ ਲੋਕਾਂ ਦੇ ਨਾਲ ਸਹਿਮਤੀ ਨਹੀਂ ਕਰਨੀ ਕਦੇ ਵੀ, ਜਿਹੜੇ ਸੰਸਾਰਿਕ ਨੇ। ਤੇ ਭਾਈ ਬ੍ਰਹਮ ਉਸ ਤਾਰ ਨੂੰ ਫੜ ਕੇ ਬਾਹਰ ਆ ਗਏ। ਇਸੇ ਤਰ੍ਹਾਂ ਭਾਈ ਬ੍ਰਹਮ ਕਹਿੰਦੇ ਅੱਜ ਤਾਰ ਕੀ ਆ? ਪਵਿੱਤਰ ਆਤਮਾ ਉਹ ਤਾਰ ਹੈ ਜਿਹਦੇ ਦੁਆਰਾ ਤੁਸੀਂ ਬਾਹਰ ਆ ਸਕਦੇ ਹੋ। ਇਸ ਕਰਕੇ ਕਦੇ ਵੀ ਪਵਿੱਤਰ ਆਤਮਾ ਪਾਏ ਹੋਏ ਸੇਵਕ ਦੇ ਵਿਰੁੱਧ ਕੁਝ ਨਾ ਬੋਲੋ। ਜੇ ਤੁਹਾਡੇ ਬੋਲਿਆ ਹੈ ਤਾਂ ਉਸ ਦੀ ਮਾਫੀ ਮੰਗੋ। ਜੇ ਕਦੇ ਖੁਦਾ ਦੇ ਖਿਲਾਫ ਤੁਹਾਡੇ ਮੂੰਹ ਚੋਂ ਕੁਝ ਨਿਕਲਿਆ, ਉਸ ਦੀ ਮਾਫੀ ਮੰਗੋ। ਕਹੋ ਪਵਿੱਤਰ ਆਤਮਾ ਸਾਡੀ ਅਗਵਾਈ ਕਰ। ਤੇ ਇਹ ਸ਼ੈਤਾਨ ਕਿਹਦੇ ਮਗਰ ਆ? ਮੈਂ ਪਹਿਲਾਂ ਵੀ ਦੱਸਿਆ, ਸ਼ੈਤਾਨ ਮਿਸ਼ਨਾਂ ਜਥੇਬੰਦੀਆਂ ਡਿਨੋਮੀਨੇਸ਼ਨ ਦੇ ਮਗਰ ਨਹੀਂ ਆ, ਕਿਉਂਕਿ ਉਹ ਤਾਂ ਉਹਦੇ ਹੱਥਾਂ ਦੇ ਵਿੱਚ ਹੀ ਹਨ। ਪਰ ਸ਼ੈਤਾਨ ਅੱਜ ਐਂਟਾ ਮੈਸੇਜ ਦੀ ਕਲੀਸਿਆ ਦੇ ਮਗਰ, ਉਹਦੇ ਪਾਸਟਰਾਂ ਦੇ ਮਗਰ ਹੈ, ਤੇ ਖਾਸ ਕਰਕੇ ਔਰਤਾਂ ਦੇ ਮਗਰ। ਕਿਉਂਕਿ ਅੱਜ ਔਰਤਾਂ ਆਪਣੇ ਆਪ ਨੂੰ ਉੱਚਾ ਰੱਖਣਾ ਚਾਹੁੰਦੀਆਂ। ਔਰਤਾਂ ਸੋਚਦੀਆਂ ਜੋ ਸਾਡੇ ਕੋਲ ਸਮਝ ਆ ਉਹ ਕਿਸੇ ਕੋਲ ਹੈ ਹੀ ਨਹੀਂ। ਇਸ ਕਰਕੇ ਨਬੀ ਨੇ ਕਿਹਾ ਆ, ਔਰਤ ਨੂੰ ਚਰਚ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਇੰਟਰਫੇਅਰ ਕਰਨ ਤੋਂ ਮਨਾ ਕੀਤਾ ਗਿਆ। ਉਸ ਨੂੰ ਕਿਹਾ ਹੈ ਚਰਚ ਵਿੱਚ ਚੁੱਪ ਕਰ ਆ ਕੇ ਬੈਠ ਤੇ ਸੁਣ। ਚਰਚ ਦੇ ਕੰਮਾਂ ਵਿੱਚ ਇੰਟਰਫੇਅਰ ਕਰਨ ਦੇ ਲਈ ਔਰਤ ਨੂੰ ਮਨਾ ਕੀਤਾ ਹੈ। ਇਹ ਮਿਸ਼ਨਾਂ ਜਥੇਬੰਦੀਆਂ ਨਹੀਂ ਆ ਜਿੱਥੇ ਪਾਸਟਰ ਦੀ ਪਤਨੀ ਕਿਲੋ ਲਿਪਸਟਿਕ ਲਾ ਕੇ ਖੜ ਗਈ ਆ ਤੇ ਪਾਸਟਰ ਬੈਠਾ ਗੇਮ ਖੇਡੀ ਜਾਂਦਾ ਤੇ ਉਹ ਕਹਿੰਦੇ ਤੁਸੀਂ ਇਦਾਂ ਕਰੋ ਉਦਾਂ ਕਰੋ। ਇਹ ਐਂਟਾ ਮੈਸੇਜ ਦਾ ਚਰਚ ਹੈ, ਦੁਲਹਨ ਦਾ ਲਾੜੀ ਦਾ ਚਰਚ ਹੈ। ਇੱਥੇ ਜੋ ਸੇਵਕ ਦੁਆਰਾ ਬੋਲਿਆ ਜਾਵੇਗਾ ਉਹੀ ਕਰਨਾ ਤੁਸੀਂ। ਇੱਥੇ ਸੇਵਕ ਦੀ ਪਤਨੀ ਦਾ ਕੋਈ ਅਧਿਕਾਰ ਨਹੀਂ ਹੈ ਕਿਸੇ ਕੰਮ ਦੇ ਵਿੱਚ, ਕਿਉਂਕਿ ਭਾਈ ਬ੍ਰਹਮ ਨੇ ਇਸ ਗੱਲਾਂ ਨੂੰ ਕਿਹਾ ਹੈ। ਚਰਚ ਦੇ ਵਿੱਚ ਕੋਈ ਅਧਿਕਾਰ ਨਹੀਂ ਹੈ ਔਰਤ ਦਾ, ਠੀਕ ਹੈ ਨਾ? ਇਸ ਕਰਕੇ ਆਪਣੀ ਆਤਮਿਕ ਭੁਲੱਕਣਪਣ ਦੀ ਬਿਮਾਰੀ ਤੋਂ ਜੇ ਬਾਹਰ ਆਣਾ ਚਾਹੁੰਦੇ ਹੋ ਤੇ ਅੱਜ ਹੀ ਆਪਣੇ ਜੀਵਨ ਨੂੰ ਸਮਰਪਿਤ ਕਰ ਦਿਓ ਤੇ ਆਪਣੇ ਆਪਣੇ ਗੁਨਾਹ ਪਾਪਾਂ ਦੇ ਲਈ ਮਾਫੀ ਮੰਗੋ ਪ੍ਰਭੂ ਤੋਂ ਕਿ ਪ੍ਰਭੂ ਜੀ ਸਾਡੇ ਜੀਵਨ ਨੂੰ ਸੁਧਾਰ। ਜੋ ਤੁਹਾਨੂੰ ਤੂੰ ਸੇਵਕ ਦਿੱਤਾ ਆ ਇਹ ਸਾਨੂੰ ਹੋਰ ਵੀ ਸਖਤੀ ਦੇ ਨਾਲ ਚਲਾਵੇ। ਇਹ ਪ੍ਰਾਰਥਨਾ ਕਰੋ। ਉਹ ਤੋਂ ਖੁੱਸੋ ਨਾ ਵੀ ਸਾਡਾ ਸੇਵਕ ਨੇ ਸਾਨੂੰ ਡਾਂਟਤਾ ਆ। ਕਿ ਉਹ ਪ੍ਰਭੂ ਜੀ ਜਿਹੜੀ ਸਖਤੀ ਦੇ ਨਾਲ ਤੂੰ ਇਹਨੂੰ ਚਲਾ ਰਿਹਾ ਤੈਨੂੰ ਹੋਰ ਵੀ ਸਖਤੀ ਦੇ ਨਾਲ ਚਲਾ ਤਾਂ ਕਿ ਇਹ ਸਾਡੇ ਜੀਵਨ ਦਾ ਸੁਧਾਰ ਕਰ ਸਕੇ, ਠੀਕ ਹੈ ਨਾ? ਲੇਕਿਨ ਤੁਸੀਂ ਆਪਣੇ ਗਾਈਡ ਨੂੰ ਤੁਛ ਜਾਣਦੇ ਹੋ। ਮੂਸਾ ਇੱਕ ਗਾਈਡ ਸੀ, ਉਹਦੇ ਲੋਕਾਂ ਨੇ ਇਸਰਾਇਲੀਆਂ ਨੇ ਮੂਸਾ ਨੂੰ ਤੁਛ ਜਾਣਿਆ ਤੇ ਮਾਰੇ ਗਏ। ਜੇ ਤੁਸੀਂ ਅੱਜ ਵੀ ਆਪਣੇ ਗਾਈਡ ਨੂੰ, ਜੋ ਕਿ ਤੁਹਾਡਾ ਇੱਕ ਸੇਵਕ ਹੈ, ਤੁਹਾਡਾ ਮਾਰਗਦਰਸ਼ਕ ਹੈ, ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੈ, ਇੱਕੋ ਹੀ ਪਤਨੀ ਦਾ ਪਤੀ ਹੈ, ਉਸ ਨੂੰ ਤੁਸੀਂ ਤੁਛ ਸਮਝਦੇ ਹੋ ਤੇ ਤੁਸੀਂ ਭਟਕੇ ਹੋਏ ਹੋ। ਤੇ ਭਟਕਿਆ ਹੋਇਆ ਮਨੁੱਖ ਪਾਗਲ ਹੋ ਜਾਂਦਾ। ਜਿੱਦਾਂ ਭਾਈ ਬ੍ਰਹਮ ਨੇ ਕਿਹਾ ਵੀ ਇੱਕ ਬੰਦਾ ਜੰਗਲ ਵਿੱਚ ਗਿਆ ਤੇ 3-4 ਦਿਨ ਜੰਗਲ 'ਚ ਭਟਕਦਾ ਰਿਹਾ। ਉਹਦੇ ਕੋਲ ਕੋਈ ਮਾਰਗਦਰਸ਼ਕ ਨਹੀਂ ਸੀਗਾ, ਉਹ ਇਕੱਲੇ ਹੀ ਗਿਆ, ਆਪਣੀ ਸਮਝ ਦਾ ਸਹਾਰਾ ਲੈ ਕੇ ਤੇ ਪਾਗਲ ਹੋ ਕੇ ਬਾਹਰ ਆਇਆ। ਤੇ ਨਬੀ ਕਹਿੰਦਾ ਇਸੇ ਤਰ੍ਹਾਂ ਲੋਕ ਅੱਜ ਸੰਸਾਰ 'ਚ ਵੜ ਜਾਂਦੇ ਜਾ ਕੇ। ਉਹ ਕਹਿੰਦੇ ਸਾਡੇ ਕੋਲ ਸੰਦੇਸ਼ ਹੈਗਾ, ਅਸੀਂ ਜਾਣਦੇ ਆ ਕਿੱਦਾਂ ਚੱਲਣਾ। ਇਹ ਇਕੱਲਾ ਪਾਸਟਰ ਥੋੜੀ ਜਾਣਦਾ,
कि पास्टर ने कल्ले थोड़ी संदेश पढ़े, असीं भी पढ़े है संदेश। ते बंदा की करदा, संसार विच जांदा गवाच जांदा है, पागल हो जांदा है। इस करके नबी कहंदा तुहानूं चरवाहे दे नाल नाल चलना चाहिदा है, अयाली दे नाल नाल चलना चाहिदा, अपने दे नाल, अपने सेवक दे नाल नाल तुहानूं चलना चाहिदा, जिहड़ा कि पवित्र आत्मा दे नाल भरिया होया सेवक है। वो संसार तो मरिया होया है, तुहानूं उहदी अगवाई दे हेठ चलना चाहिदा है। कहना चाहिदा प्रभु असीं तेरा धन्नवाद करदे हां इस मार्गदर्शक दे लई जो तुहां सानूं दित्ता है। लेकिन जे तुसीं भटके फिरदे, अपनी मर्जियां करदे फिरदे हो, तुसीं फिर अपने आप का नुकसान कर बैठोगे। ते नुकसान छोटा नहीं है, जीवन ते मौत का सवाल है। जे वचन तो बाहर तुसीं कोई भी काम करके मारे जाने हो ते सीधी नरक दी अग आ। इत्थे कोई वो टोपी पाने वाली गल नहीं है। भावें तुहानूं 10 साल हो गए संदेश चलदे, पाप विच मारे जाने हो तो खत्म हो तुसीं, ठीक है ना। क्योंकि खुदा दा पवित्र आत्मा पाया होया बंदा हमेशा वचन दे विच चलदा है, वचन तो बाहर नहीं जांदा। वो गलती हो सकती, छोटी मोटी गलती की गल अलग हुंदी है भी छोटी मोटी गलती होगी कोई गल नहीं, लेकिन वचन तो बाहर कोई पाप नहीं होना चाहिए तुहाडे कोल। इस करके अपने अपने गुनाहां दे लई प्रभु कोल माफी मंगो ते अपने आप नूं जीवन अपना खुदा दे अगे समर्पित करो ते कहो प्रभु जी हुण मैं नहीं जीउंदा, जिद्दां संत पौलुस कहंदा सी मेरे अंदर तां मसीह जीउंदा है, ते तुसीं भी ये कहते हो प्रभु जी अज तो बाद मैं नहीं जीऊंगा, मेरे अंदर तू जीवेंगा। प्रभु जी तू मेरे अंदर जी। प्रभु यीशु मसीह तुहानूं सारिआं नूं बरकत देवे। आओ प्रार्थना करदे हां। हालेलुया। धन्नवाद प्यारे प्रभु यीशु मसीह, अनंत काल दे पिता, शांति दे राजकुमार, मैं तेरा धन्नवाद करदा हां प्रभु यीशु मसीह। सचमुच खुदावंद प्रभु यीशु मसीह, अज लोग गड़बड़ी विच फसे हन खुदावंदा। प्रभु यीशु मसीह लोकी उन्हां अयालियां दे कोल हन खुदावंद, जिहड़े अंधे हन खुदावंदा, क्योंकि लोकां दे जीवन दा सुधार नहीं कर रहे। प्रभु जी मैं तेरे अगे प्रार्थना बेनती करदा हां प्रभु जी, तू मैनूं इस योग ठहराया खुदावंदा ताकि मैं सख्ती दे नाल तेरे वचन नूं प्रचार कर सकां। चाहे बहुत सारियां पीड़ां स्थान विच नहीं हन खुदावंदा, लेकिन मैं तेरा शुक्र तेरा धन्नवाद करदा हां, तेरा वचन इस स्थान दे विच है खुदावंदा। चाहे दो ही क्यों ना होण खुदावंदा, वो वचन ते चलण वाले होण मेरे महान पिता। प्रभु जी मैनूं हज़ारां लखां दी पीड़ नहीं चाहिदी खुदावंदा, जिहड़े दोगला जीवन व्यतीत करदे होण खुदावंद। प्रभु जी मेरे महान पिता प्रभु यीशु मसीह, खुदावंद तेरे वचन चों असीं सिੱਖਿਆ है प्रभु जी भी सचमुच खुदावंदा पवित्र आत्मा तू साडा गाइड है, साडा अगवाई करने वाला है खुदावंद। ते प्रभु यीशु मसीह जिहड़ा खुदावंद तेरे तो बाहर चला जाता है प्रभु जी, वो प्रभु जी नाश विच चला जाता है, वो पागलपन दे विच चला जाता है खुदावंदा। जिदा भाई इब्राहिम ने कहा भी एक मनुख जंगल विच गवाच गया ते वो पागल हो गया ते अपने आप नूं दंदियां वड़दा सी, उसे तरह खुदावंदा तू क्या है जो एक मनुख वचन तो बाहर हो गए जीवन व्यतीत करता है, वो पागल हो जाता है ते वो अपने आप नूं नुकसान पहुंचाता है प्रभु जी। सचमुच खुदावंदा शैतान दे हत्थां विच हुंदा है, लेकिन मैं तेरा शुक्र करदा हां, तेरा धन्नवाद करदा हां प्रभु जी। तो अपनी दुल्हन नूं प्रभु जी अपनी सेफ्टी विच रखिया है, अपनी लाड़ी नूं अपनी सेफ्टी विच रखिया है, ते जिन्ने लोग खुदावंद वचन तो बाहर हन प्रभु यीशु मसीह उन्हां ते भी दया किरपा कर, ताकि वो भी खुदावंद प्रभु जी उस आत्मिक भुदक्कड़पन दी बीमारी तो बाहर आ जाण प्रभु जी। ते मेरे महान पिता अपने आप नूं प्रभु जी तेरे अगे सुपुर्द कर देण खुदावंदा, दया कर किरपा कर, तेरे नाम प्रभु यीशु मसीह दे विच मंगदे हां, आमीन। हालेलुया।